ਦੇਖੋ ਜੀ, ਸਮਝੋ ਬਾਹਰਲੀ ਕਹਾਣੀ ਹੋਈ ਪਈ ਆ। ਜੇ ਪੰਜਾਬ ਦਾ ਜਾਂ ਕਹਿ ਲਓ ਕੋਈ ਆਸੇ ਪਾਸੇ ਦਾ ਹਿਸਾਬ ਕਿਤਾਬ ਲਾਈਏ ਤੇ ਬੱਦਲ ਪਤਾ ਨਹੀਂ ਵੀ ਕਿਉਂ ਖਹਿੜਾ ਨਹੀਂ ਛੱਡ ਰਿਹਾ ਅਜੇ ਤੱਕ। ਤੇ ਹੁਣ ਜੇ ਆਪਾਂ ਮੀਂਹ ਕਣੀ ਦਾ ਵੇਖੀਏ ਤੇ ਉਹ ਵੀ ਕੋਈ ਸਮਝੋ ਬਾਹਰਲੀ ਕਹਾਣੀ ਹੈ। ਪਰ ਜੇ ਆਪਾਂ ਹੁਣ ਪੰਜਾਬ ਦੇ ਹਿਸਾਬ ਨਾਲ ਵੇਖੀਏ ਤੇ ਵੈਸੇ ਤਾਂ ਇਹਨਾਂ ਦਿਨਾਂ ਦੇ ਵਿੱਚ ਮੀਂਹ ਪੈਂਦਾ ਹੀ ਹੁੰਦਾ। ਪਰ ਹੁਣ ਇਹ ਲੱਗ ਰਿਹਾ ਕਿ ਵੀ ਇਹ ਮੀਂਹ ਪਈ ਕਿਉਂ ਜਾਂਦਾ, ਕਿਉਂਕਿ ਜੇ ਮੈਂ ਸਾਉਣ ਮਹੀਨੇ ਦੇ ਹਿਸਾਬ ਨਾਲ ਗੱਲ ਕਰਾਂ ਤੇ ਹੁਣ ਸਾਉਣ 'ਚ ਮੀਂਹ ਨਹੀਂ ਪੈਣਾ ਤੇ ਫਿਰ ਕਦੋਂ ਪੈਣਾ। ਪਰ ਇਸ ਤੋਂ ਪਹਿਲਾਂ ਇੰਨਾ ਪੈ ਚੁੱਕਾ ਵੀ ਜਿਹੜਾ ਹੁਣ ਪੈ ਰਿਹਾ ਉਹ ਕਿਤੇ ਨਾ ਕਿਤੇ ਔਖਿਆਂ ਕਰ ਰਿਹਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਪ੍ਰੋਗਰਾਮ ਪ੍ਰਾਈਮ ਫੋਕਸ ਹੈ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਆਪ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਲਗਭਗ 1 ਘੰਟੇ ਦੇ ਕਰੀਬ। ਮੈਂ ਤੇ ਪਰਮਵੀਰ ਬਾਠ ਹੋਰੀ ਅੱਜ ਵੀ ਨਾਲ ਨੇ। ਬੰਦੇ ਦਾ ਪਤਾ ਕਰ ਲੈਂਦੇ ਕੀ ਹਾਲ ਨੇ ਬਾਠ ਸਾਹਿਬ? ਸੰਧਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਕੱਲ੍ਹ ਵਾਲਾ ਹੀ ਝੱਗਾ ਪਾ ਕੇ ਬੈਠਾ ਜੀ ਮੈਂ ਕਿਹੜਾ ਵੀ ਕੋਈ ਨਵੇਂ ਲੈ ਲਏ ਨੇ, ਮੇਰੇ ਕੋਲ ਵੀ ਉਹੀ 2-3 ਹੈਗੇ ਨੇ, ਬਸ ਟਾਈਮ ਪਾਸ ਹੋਈ ਜਾਂਦਾ। ਮੈਂ ਤਾਂ ਕੀ ਹੈਰਾਨ ਹੋਣਾ ਨਾ ਵੀ ਆਪਾਂ ਐਵੇਂ ਬਹੁਤਾ ਨਾ ਝੱਗਿਆਂ ਝੁੱਗਾਈਆਂ ਦੇ ਚੱਕਰ 'ਚ ਪਈਦਾ। ਇੱਥੇ ਆਪਾਂ ਨੂੰ ਕਿੰਨੇ ਬੰਦੇ ਦਿਸਦੇ ਹੁੰਦੇ ਆ, ਉਹ ਸਾਦੇ ਮਰਾਦੇ ਉਹੀ 2 ਟੀ-ਸ਼ਰਟਾਂ, ਉਹੀ 2 ਕੈਪਰੀਆਂ ਜੀਆਂ, 1 ਜੋੜਾ ਬੂਟਾਂ ਦਾ, ਤੇ ਬਸ ਬੱਲੇ ਬੱਲੇ। ਨਹੀਂ, ਮੈਂ ਸੰਧਾਲੀਆ ਸਾਹਿਬ ਇੱਥੇ ਨਾ ਬਹੁਤ ਸਾਰੇ ਘਰ ਜਿਹੜੇ ਨੇ ਉਹ ਘਰਾਂ ਦੇ ਵਿੱਚ ਲੋਕਾਂ ਦੇ ਆਪਸ ਵਿੱਚ ਕੁਛ ਨਾ ਕੁਛ ਪੰਗਾ ਪੁੰਗਾ ਜਿਹਾ ਪਿਆ ਰਹਿੰਦਾ। ਬੀਬੀਆਂ ਕਹਿੰਦੀਆਂ ਕਿੱਥੇ ਜੀ ਘਰ ਖੁੱਲ੍ਹਾ ਹੋਣਾ ਚਾਹੀਦਾ ਆ, ਸਮਾਨ ਹੀ ਨਹੀਂ ਰੱਖਿਆ ਜਾਂਦਾ। ਅਸਲ 'ਚ ਇਹਨਾਂ ਦੇਸ਼ਾਂ ਦੇ ਵਿੱਚ ਘਰ ਤਾਂ ਬਣਾਏ ਸੀ ਗੋਰਿਆਂ ਨੇ ਆਪਣੇ ਹਿਸਾਬ ਦੇ ਨਾਲ ਕਿ ਉਹਨਾਂ ਦੇ ਕੋਲੇ 2 ਪੈਂਟਾਂ, 2 ਨਿੱਕਰਾਂ, 2 ਝੱਗੇ, 1 ਜੈਕਟ। ਉਹਨਾਂ ਨੂੰ ਇਹ ਨਹੀਂ ਸੀ ਨਾ ਪਤਾ ਕਿ ਭਾਈ ਇੱਥੇ ਜਾਗੋ ਤੇ ਡਰੈਸ ਹੋਰ ਹੁੰਦੀ ਹੈ, ਭੋਗ ਵਾਲੇ ਦਿਨ ਹੋਰ ਹੁੰਦੀ ਹੈ, ਵਿਆਹ ਵਾਲੇ ਦਿਨ 2 ਹੁੰਦੇ ਨੇ ਵਰਦੀਆਂ ਜਿਹੜੀਆਂ ਨੇ, ਉਹਦੇ ਤੋਂ ਪਹਿਲਾਂ ਵੀ 3-4 ਫੰਕਸ਼ਨ ਹੁੰਦੇ ਆ, ਉਹਨਾਂ ਲਈ ਹੋਰ ਹੁੰਦੇ ਆ। ਜਾਣੀ ਕਿ 25-26 ਸੂਟ, 3-4 ਕੋਟ ਪੈਂਟ, 3-4 ਝੱਗੇ ਝੁੱਗੇ, 27 ਜੁੱਤੀਆਂ। ਉਹਨਾਂ ਨੇ ਘਰ ਇਹ ਉਹਨਾਂ ਸਾਰੀਆਂ ਸਥਿਤੀਆਂ ਦੇ ਲਈ ਬਣਾਏ ਨਹੀਂ ਸੀ। ਇਸ ਕਰਕੇ ਸਾਨੂੰ ਲੱਗਦਾ ਰਹਿੰਦਾ ਕਿ ਕੰਮ ਥੋੜ੍ਹਾ ਜਿਹਾ ਘੱਟ ਹੋ ਗਿਆ। ਪਰ ਹੈ ਜੀਵਨ ਇਹਨਾਂ ਦਾ ਸੌਖਾ ਸੰਧਾਲੀਆ ਸਾਹਿਬ। ਨਾ ਬਹੁਤੀ ਖਰੀਦੋ ਫਰੋਖਤ ਕਰਨੀ ਪਵੇ, ਨਾ ਜੇਬ ਢਿੱਲੀ ਹੋਵੇ, ਨਾ ਬੀਬੀਆਂ ਦੇ ਸੂਟ ਢਿੱਲੇ ਫਿੱਟ ਜਾ ਹੁਣ ਕਿ ਭਾਈ ਹੁਣ ਕਸਾਉਣਾ ਪੈਣਾ ਤੇ ਹੁਣ ਢਿੱਲਾ ਕਰਾਉਣਾ ਪੈਣਾ, ਨਾ ਹੋਰ ਹਿਸਾਬ ਕਿਤਾਬ ਜਿਹਾ ਕੋਈ ਹੋਵੇ। ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਕੇ ਖੁਸ਼ ਹੋ ਜਾਂਦੇ। ਸਾਨੂੰ ਐਂ ਲੱਗਦਾ ਕਿ ਦੂਜੇ ਨੇ ਸਾਨੂੰ ਜਦੋਂ ਤੱਕ ਸੂਟ ਦਾ ਭਾਅ ਨਹੀਂ ਪੁੱਛਿਆ ਸਾਡਾ ਫਸੂਤ ਜਿਹਾ ਨਹੀਂ ਲੱਗਦਾ ਉਨੀ ਦੇਰ। ਆਹੋ ਦੇਖੋ, ਹੈ ਤੇ ਹੁਣ ਆਪਣੀਆਂ ਬੀਬੀਆਂ ਦਾ ਤੇ ਹੁੰਦਾ ਨਾ ਵੀ ਜੇ ਮੰਨ ਲਓ ਵੀ ਉੱਦਾਂ ਭਾਵੇਂ ਸਾਰੀ ਉਹ ਇੱਥੇ ਕੀ ਵਾਕ ਇਨ ਕਲੋਜ਼ਟ ਕਹਿ ਦਿੰਦੇ ਜਿਹਨੂੰ, ਵੀ ਉਹ ਨਿੱਘਾ ਜਿਹਾ ਕਮਰਾ ਸਾਰਾ ਭਰਿਆ ਹੁੰਦਾ, ਫਿਰ ਵੀ ਆਖੀ ਨਾ ਵੀ ਸੂਟ ਹੈ ਨਹੀਂ ਮੇਰੇ ਕੋਲ, ਮੈਂ ਹੁਣ ਕੀ ਪਾਵਾਂ। ਤੇ ਜਿਹੜੇ ਬੰਦਿਆਂ ਦੇ ਉਹ ਦਹਾਕਿਆਂ ਪਹਿਲਾਂ ਦੇ ਘਰ ਬਣਾਏ ਸੀਗੇ, ਉਹਨਾਂ ਦਾ ਮੇਰਾ ਖਿਆਲ ਬੀਬੀਆਂ ਨੂੰ ਇਹ ਨਹੀਂ ਨਾ ਹੁੰਦਾ ਵੀ ਹਾਂ ਹੁਣ ਮੈਂ ਆ ਜਿਹੜਾ ਫਲਾਨਾ ਇਹ ਤੇ ਕਿਸੇ ਨੂੰ ਦੇਣਾ ਨਹੀਂ, ਜਾਂ ਇਹ ਸੁੱਟਣਾ ਨਹੀਂ, ਜਾਂ ਇਹ ਡੋਨੇਟ ਨਹੀਂ ਕਰਨਾ, ਇਹ ਤੇ ਹੁਣ ਮੈਂ ਭੈਣ ਦੇ ਵਿਆਹ ਤੇ ਸਵਾਇਆ ਸੀ ਤੇ ਆਹ ਮੇਰੀ ਚੁੰਨੀ ਫਲਾਨੇ ਟਾਈਮ ਦੀ ਹੈ, ਇਹ ਕਿਤੇ ਹੁਣ ਦੇਣ ਵਾਲੀ ਕਿਸੇ ਨੂੰ। ਤੇ ਜੇ ਆਪਾਂ ਆਪਣੀ ਗੱਲ ਕਰ ਲਈਏ ਤਾਂ ਵੀ ਆਹ ਠਿੱਬੀ ਜੁੱਤੀ ਇਹਨੂੰ ਉੱਲੀ ਵੀ ਲੱਗੀ ਜਾਂਦੀ, ਇਹਨੂੰ ਸੁੱਟ ਦੇਣਾ। ਨਾ ਨਾ ਨਾ, ਇਹ ਪਤਾ ਉਹ ਸ਼ਗਨਾਂ ਵਾਲੇ ਦੀ ਜੁੱਤੀ ਹੈ, ਇਹੋ ਜਿਹੀ ਚੀਜ਼ ਨਹੀਂ ਸੁੱਟੀ ਦਿੰਦੀ। ਜਦੋਂ ਆਪਾਂ ਸ਼ਗਨ ਵਾਲੀ ਜੁੱਤੀ ਕਹਿ ਕੇ ਉਹ ਵੀ ਸਾਂਭੀ ਛੱਡਣੀ ਆ ਦਹਾਕਿਆਂ ਬੱਧੀ, ਤੇ ਫਿਰ ਭਾਈ ਸਾਹਿਬ ਹੁਣ ਚੀਜ਼ਾਂ ਕਿੱਥੋਂ ਕੱਟਣ। ਪਰ ਚਲੋ ਆਪਾਂ ਇਸ ਟੌਪਿਕ ਵਾਲੇ ਪਾਸੇ ਜਾਣਾ ਨਹੀਂ, ਕਿਉਂਕਿ ਫਿਰ ਮੁੜ ਕੇ ਕਿਵੇਂ ਲਾਂਭੇ ਮਿਲਦੇ ਆ। 30 ਸਕਿੰਟ ਮੈਂ ਲਾਉਣੇ ਜ਼ਰੂਰ ਆ। ਸੰਧਾਲੀਆ ਸਾਹਿਬ ਆਮ ਤੌਰ ਤੇ ਅਟੈਚੀ 23 ਕਿਲੋ ਦਾ ਹੁੰਦਾ ਜਿਹੜਾ ਜਹਾਜ਼ 'ਚ ਜਾਂਦਾ। ਆ ਗੋਰਿਆਂ ਨੇ ਬੜੇ ਵਧੀਆ ਹੁੰਦੇ ਆ, ਪੜ੍ਹੇ ਲਿਖੇ ਹੁੰਦੇ, ਸਾਰਾ ਕੁਛ ਹੀ ਹੁੰਦਾ। ਉਹਨਾਂ ਨੇ 23 ਦਿਨ ਦੇ ਲਈ ਜਾਣਾ ਹੋਵੇ ਤਾਂ 3 ਕਿਲੋ ਸਮਾਨ ਲੈ ਕੇ ਜਾਂਦੇ ਆ। ਆਪਣੇ ਵਾਲਿਆਂ ਨੇ 3 ਦਿਨ ਜਾਣਾ ਹੋਵੇ ਤਾਂ 23 ਕਿਲੋ ਸਮਾਨ ਲੈ ਕੇ ਜਾਂਦੇ। ਫਰਕ ਇੰਨਾ ਕੀ ਆ, ਬਸ ਹੈ 23-3 ਦਾ ਹੀ ਮਸਲਾ। ਆਹ ਇਹ ਵੀ ਗੱਲ ਹੈਗੀ। ਚਲੋ ਖੈਰ ਇਹ ਚੀਜ਼ਾਂ ਹੌਲੀ ਹੌਲੀ ਆਪਾਂ ਸਮਝਾਂਗੇ। ਗਾਂ ਜਿਹੜੀ ਪਨੀਰੀ ਵੈਸੇ ਆਪਣੀ ਇੱਥੇ ਰਹਿ ਕੇ ਪਲੀ ਆ ਜਾਂ ਪੜ੍ਹੀ ਆ ਜਾਂ ਜਿਹੜੀ ਜੰਮੀ ਆ, ਉਹਨਾਂ ਨੂੰ ਤਾਂ ਸਮਝ ਆ ਗਈ। ਐਂਡ ਉਹਨਾਂ ਦਾ ਰਹਿਣਾ ਸਹਿਣਾ ਤੇ ਬਹੁਤਾ ਕਰਕੇ ਆਪਾਂ ਵੇਖ ਲਿਆ ਕਿ ਵੀ ਉਸ ਤਰ੍ਹਾਂ ਦਾ ਹੋ ਗਿਆ ਕਿ ਨਹੀਂ ਯਾਰ, ਜ਼ਿੰਦਗੀ ਜੀਣੀ ਚਾਹੀਦੀ ਹੈ, ਜ਼ਿੰਦਗੀ ਐਵੇਂ ਕੱਟਣੀ ਨਹੀਂ ਚਾਹੀਦੀ। ਪਰ ਜਿੱਦਾਂ ਕਿਉਂਕਿ ਹੁਣ ਆਪਣੇ ਜਿਹੜੇ ਨਵੇਂ ਆਉਂਦੇ ਆ ਉਹਨਾਂ ਦਾ ਜੇ ਗੇਅਰ ਪੁਰਾਣਾ ਅੜਿਆ ਹੁੰਦਾ, ਉਹ ਸੁੱਚ ਜਾਂ ਪੁਰਾਣੇ ਹਿਸਾਬ ਨਾਲ ਚੱਲਦਾ ਹੁੰਦਾ, ਉਹ ਅਜੇ ਨਹੀਂ ਇੰਨੀ ਛੇਤੀ ਸੂਈ ਉੱਧਰੋਂ ਨਿਕਲਦੀ। ਹੁਣ ਕਰੀਏ ਕੀ? ਸੰਧਾਲੀਆ ਸਾਹਿਬ ਚਲੋ ਮੈਨੂੰ ਇੱਕ ਗੱਲ ਦੱਸੋ, ਸੁਖਦੇਵ ਸਿੰਘ ਢੀਂਡਸਾ ਸਾਹਿਬ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਨੇ। ਮੈਂ ਕਿਹਾ ਤੁਹਾਡੇ ਕੋਲ ਲੀਡਰਾਂ ਦੀ ਗੱਲਬਾਤ ਜ਼ਿਆਦਾ ਹੁੰਦੀ ਹੈ, ਹੋ ਸਕਦਾ ਕਿ ਤੁਸੀਂ ਵੀ ਮਲਾਈ ਵਾਲਾ ਦੁੱਧ ਉਹਨਾਂ ਦੇ ਨਾਲ ਕੰਗਣੀ ਵਾਲੇ ਗਲਾਸ ਦੇ ਵਿੱਚ ਕਿਤੇ ਪੀਂਦੇ ਰਹੇ ਹੋ, ਸਵੇਰੇ ਸ਼ਾਮ ਟੈਲੀਫੋਨ ਤੁਹਾਨੂੰ ਆਉਂਦਾ ਹੋਵੇ। ਆ ਢੀਂਡਸਾ ਸਾਹਿਬ ਨੂੰ ਕਿਹੜੇ ਲੀਡਰਾਂ ਨੇ ਟੈਲੀਫੋਨ ਕਰ ਦਿੱਤਾ? ਉਹ ਕਹਿੰਦੇ ਜੀ ਬਹੁਤ ਬੰਦੇ ਆ ਰਹੇ ਨੇ, ਬਹੁਤ ਬੰਦਿਆਂ ਨੇ ਪਾਰਟੀ ਛੱਡ ਕੇ ਸਾਡੇ ਨਾਲ ਰਲ ਜਾਣਾ, ਹੁਣ ਤੁਸੀਂ ਦੇਖਿਓ ਹੇਠਲੀ ਉੱਤੇ ਆ ਜਾਣੀ ਹੈ, ਪੰਥਕ ਸਿਆਸਤ ਦੇ ਵਿੱਚ ਉਹ ਕਹਿੰਦੇ ਜੀ ਬਹੁਤ ਕੁਝ ਹੋ ਜਾਣਾ। ਸੁਖਦੇਵ ਸਿੰਘ ਢੀਂਡਸਾ ਸਾਹਿਬ, ਹਾਂਜੀ ਹਾਂਜੀ ਹਾਂਜੀ। ਵੇਖੋ ਢੀਂਡਸਾ ਸਾਹਿਬ ਮੈਨੂੰ ਲੱਗਦਾ ਵੀ ਪਿਛਲੇ 2-4 ਦਿਨਾਂ ਤੋਂ ਚਰਚਾ 'ਚ ਨੇ। ਜਿਹੜੀ ਗੱਲ ਉਹਨਾਂ ਦੀ ਮੈਂ ਸੁਣਦਾ ਪਿਆ ਸੀ, ਦੇਖੋ ਇੱਕ ਗੱਲ ਤਾਂ ਹੈਗੀ ਉਹਨਾਂ ਦੀ, ਉਸ ਗੱਲ ਦੇ ਵਿੱਚ ਜੇ ਉਹਨਾਂ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਲੌਜਿਕ ਮੈਨੂੰ ਲੱਗਦਾ, ਬਾਕੀ ਤੁਸੀਂ ਦੱਸਿਓ। ਉਹ ਕਹਿੰਦੇ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਵੀ ਜਿਹੜੀ ਉਹ NDA ਦੀ ਮੀਟਿੰਗ ਹੋਈ ਸੀ, ਉਸ NDA ਦੀ ਮੀਟਿੰਗ ਦੇ ਵਿੱਚ ਸਾਨੂੰ ਸੱਦਾ ਆਇਆ,
ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਇਹ ਕਿਹਾ ਕਿ ਵੀ ਜਾਂ ਤੇ ਉਹ ਪਹਿਲੇ ਸ਼ਿਵ ਸੈਨਾ ਵਾਲੇ ਬੰਦੇ ਪੁਰਾਣੇ ਸੀ, ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਕਾਲੀ ਦਲ ਵਾਲੇ ਪੁਰਾਣੇ ਬੰਦੇ ਸੀ NDA ਦੇ, ਉਹਨਾਂ ਦੇ ਵਾਰਸ ਵੀ ਆਏ ਨੇ, ਤੇ ਇਧਰੋਂ ਅਕਾਲੀ ਦਲ ਦੇ ਵਾਰਸ ਵੀ ਆਏ ਨੇ ਸੁਖਦੇਵ ਸਿੰਘ ਢੀਂਡਸਾ ਸਾਹਿਬ। ਉਹ ਕਹਿੰਦੇ ਮੈਨੂੰ ਵਾਰਸ, ਮੈਂ ਨਹੀਂ ਕਿਹਾ ਕਿ ਮੈਂ ਵਾਰਸ ਹਾਂ, ਮੈਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਦੇ ਉਹ ਵਾਰਸ ਨੇ। ਫਿਰ ਕਹਿੰਦੇ ਵੀ ਇਹਦੇ ਤੇ ਰਿਐਕਸ਼ਨ ਜੇ ਤੁਸੀਂ ਨੋਟ ਕਰੋ ਤੇ ਕਿਸੇ ਵੀ ਅਕਾਲੀ ਦਲ ਬਾਦਲ ਦੇ ਵੱਡੇ ਲੀਡਰ ਦਾ ਨਹੀਂ ਆਇਆ। ਮੇਰਾ ਖਿਆਲ ਇੱਕ ਦੋ ਛੋਟੇ ਰਿਐਕਸ਼ਨ ਆਏ ਨੇ, ਜਿਹਦੇ ਵਿੱਚੋਂ ਇੱਕ ਲੁਧਿਆਣੇ ਦੇ ਲੀਡਰ ਨੇ, ਮੇਰਾ ਖਿਆਲ ਗਰੇਵਾਲ ਸਾਹਿਬ, ਉਹਨਾਂ ਦਾ ਰਿਐਕਸ਼ਨ ਸੀਗਾ। ਉਹ ਕਹਿੰਦੇ ਗਰੇਵਾਲ ਸਾਹਿਬ ਤੇ ਸਾਰੀ ਉਮਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਉਲਟ ਬੋਲਦੇ ਰਹੇ ਤੇ ਹੁਣ ਉਹੀ ਰਿਐਕਸ਼ਨ ਦਿੰਦੇ ਨੇ। ਬਾਕੀ ਕਹਿੰਦੇ ਤੁਸੀਂ ਮੈਨੂੰ ਹੋਰ ਕਿਸੇ ਬੰਦੇ ਦਾ ਰਿਐਕਸ਼ਨ ਦੱਸੋ ਜੇ ਆਇਆ ਹੋਵੇ ਇਹਦੇ ਤੇ। ਉਹ ਕਹਿੰਦੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਵੀ ਇਹ ਇੱਕ ਜਿਹੜੀ ਚੀਜ਼ ਉਹਨਾਂ ਨੇ ਹੋਰ ਉਹਦੇ 'ਚ ਐਡ ਕੀਤੀ ਹੋਈ, ਮੈਂ ਦੱਸ ਦੇਵਾਂ, ਫਿਰ ਥੋੜ੍ਹੀ ਜਿਹੀ ਗੱਲ ਜ਼ਿਆਦਾ ਕਲੀਅਰ ਹੋ ਜੂਗੀ। ਉਹ ਕਹਿੰਦੇ NDA ਦੇ ਵਿੱਚ ਚਰਚਾ ਦੇ ਬਾਹਰ ਇਹ ਸੀ ਕਿ ਅਕਾਲੀ ਦਲ ਨੂੰ ਸੱਦਾ ਆਊ ਕਿ ਨਹੀਂ। ਉਹ ਕਹਿੰਦੇ ਇਹਨਾਂ ਨੇ ਤਾਂ ਸਗੋਂ ਵਿੱਚ ਬੰਦੇ ਪਾਏ ਸੀ ਵੀ ਹਾਂ ਜੀ ਸਾਨੂੰ ਸੱਦਾ ਜ਼ਰੂਰ ਭੇਜੋ, ਉਹਨਾਂ ਨੇ ਭੇਜਿਆ ਹੀ ਨਹੀਂ। ਉਹ ਕਿਉਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਨਹੀਂ ਮੰਨਦੇ, ਪ੍ਰਧਾਨ ਮੰਤਰੀ ਸਾਹਿਬ। ਹੁਣ ਇੱਥੋਂ ਉਹ ਕਹਿੰਦੇ ਵੀ ਕਈ ਬੰਦੇ ਨੇ ਵਿੱਚ ਉਹਨਾਂ ਨੂੰ ਅਜੇ ਭੁਲੇਖਾ ਸੀ ਵੀ ਸ਼ਾਇਦ BJP ਨੇ ਇਹਨਾਂ ਦਾ ਗੱਠਜੋੜ ਹੋ ਗਿਆ। ਹੁਣ ਗੱਲ ਕਲੀਅਰ ਕਰਤੀ BJP ਨੇ ਵੀ ਇਹਨਾਂ ਦੇ ਨਾਲ ਸਾਡਾ ਕੋਈ ਗੱਠਜੋੜ ਨਹੀਂ, ਉਹ ਵੀ ਜਿੰਨੀ ਦੇਰ ਤੱਕ ਪ੍ਰਧਾਨਗੀ ਚੇਂਜ ਨਹੀਂ ਹੁੰਦੀ। ਤੇ ਹੋ ਸਕਦਾ ਕਿ ਜੇ ਇਸੇ ਤਰ੍ਹਾਂ ਹੀ ਅੜੀ ਰਹੀ ਤੇ ਕਈ ਬੰਦੇ ਜਿਹੜੇ ਨੇ ਉਹ ਫਿਰ ਜਿਨ੍ਹਾਂ ਨੂੰ ਪਤਾ ਹੋਊਗਾ ਵੀ ਹਾਂਜੀ ਗੱਠਜੋੜ ਕਿਹੜੇ ਅਕਾਲੀ ਦਲ ਦਾ ਜਾਂ ਕਿਸ ਅਕਾਲੀ ਦਲ ਨੂੰ ਮਾਨਤਾ, ਉਹ ਆਪਣੇ ਆਪ ਹੀ ਹੌਲੀ ਹੌਲੀ ਉਧਰ ਨੂੰ ਆ ਜਾਣਗੇ ਆਉਣ ਵਾਲੇ ਦਿਨਾਂ 'ਚ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊਗੀ ਨਾ, ਕਿਉਂਕਿ ਭਾਜਪਾ ਦੀ ਰਣਨੀਤੀ ਬੜੀ ਸਾਫ਼ ਹੈ। ਸ਼ਿਵ ਸੈਨਾ ਵਾਲੇ ਉद्धਵ ਠਾਕਰੇ, ਬਾਲ ਠਾਕਰੇ ਦੇ ਬੇਟੇ ਸਾਹਿਬ, ਉਹ ਨਹੀਂ ਸੀ ਆਉਂਦੇ। ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਨਾ ਆਓ। ਉਹ ਏਕਨਾਥ ਸ਼ਿੰਦੇ ਨੂੰ ਲੈ ਗਿਆ ਤੇ ਨਾਲ ਉद्धਵ ਠਾਕਰੇ ਦੇ ਬਹੁਤੇ ਬੰਦੇ ਲੈ ਗਏ। ਉਹਨਾਂ ਨੂੰ ਮੁੱਖ ਮੰਤਰੀ ਤੱਕ ਬਣਾਤਾ BJP ਨੇ, ਏਕਨਾਥ ਸ਼ਿੰਦੇ ਨੂੰ, ਕਿ ਭਾਈ ਸਾਡੀ ਪਾਰਟੀ ਬਹੁਤ ਵੱਡੀ ਆ, ਤੁਹਾਡੇ ਕੋਲੇ ਸਾਡੇ ਤੋਂ ਅੱਧੇ MLA ਵੀ ਨਹੀਂ ਹੈਗੇ, ਚੌਥਾ ਹਿੱਸਾ MLA ਨੇ ਉਹਨਾਂ ਦੇ ਕੋਲੇ BJP ਦੇ ਮੁਕਾਬਲੇ। ਉਹ ਕਹਿੰਦੇ ਕੋਈ ਗੱਲ ਨਹੀਂ, ਮੁੱਖ ਮੰਤਰੀ ਦੀ ਕੁਰਸੀ ਤੁਹਾਡੀ, 7, 8, 10 ਮੰਤਰੀ ਵੀ ਤੁਹਾਡੇ, ਤੁਸੀਂ ਆਓ। ਆ ਤੁਸੀਂ ਦੇਖਿਓ ਕੱਲ੍ਹ ਨੂੰ ਕੈਬਨਿਟ ਦਾ ਵਾਧਾ ਹੋਊਗਾ ਨਾ ਕੇਂਦਰ ਸਰਕਾਰ ਦੇ ਵਿੱਚ, ਏਕਨਾਥ ਸ਼ਿੰਦੇ ਦੇ ਮੰਤਰੀ ਲੈਣਗੇ ਇਹ ਕੈਬਨਿਟ ਦੇ ਵਿੱਚ। ਦੂਸਰੇ ਪਾਸੇ ਸ਼ਰਦ ਪਵਾਰ ਨੂੰ ਬਥੇਰੀ ਵਾਰੀ ਸੱਦਾ ਭੇਜਿਆ, ਹੁਣ ਅਗਲਾ ਨਹੀਂ ਆਇਆ। ਇਹ ਕਹਿੰਦੇ ਕੋਈ ਗੱਲ ਨਹੀਂ ਪਵਾਰ ਸਾਹਿਬ, ਤੁਸੀਂ ਘਰੇ ਬੈਠੋ, ਪੋਲੀਆਂ ਚੀਜ਼ਾਂ ਖਾਓ, ਬਦਾਮ ਨੂੰ ਹੱਥ ਨਹੀਂ ਲਾਉਣਾ, ਸੌਗੀ ਛੱਡਣੀ ਕੋਈ ਨਹੀਂ, ਕਿਉਂਕਿ ਪੋਲੀ ਹੋ ਜਾਂਦੀ, ਹੌਲੀ ਹੌਲੀ ਮੂੰਹ 'ਚ ਵਿੱਚ ਪਾਇਓ। ਤੇ ਅਸੀਂ ਤੁਹਾਡਾ ਭਤੀਜਾ ਅਜੀਤ ਪਵਾਰ ਲੈ ਚੱਲੇ ਆ, ਉਪ ਮੁੱਖ ਮੰਤਰੀ ਇਹਨੂੰ ਬਣਾਵਾਂਗੇ, 8 ਨਾਲ ਮੰਤਰੀ ਬਣਾਵਾਂਗੇ। ਤੇ ਕੱਲ੍ਹ ਨੂੰ ਜਦੋਂ ਮੋਦੀ ਸਾਹਿਬ ਦੇ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਏਗਾ ਤੇ 1-2 ਮੰਤਰੀ ਪ੍ਰਫੁੱਲ ਪਟੇਲ ਵਰਗੇ ਜਿਹੜੇ ਉਹ ਵੱਟ ਤੇ ਪਏ ਆ। ਹੁਣ ਤੁਸੀਂ ਦੇਖੋ ਜੇ ਇਹ ਉਧਰਲੇ ਪਾਸੇ ਇਹ ਕੁਝ ਕਰ ਸਕਦੇ ਆ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਠੀਕ ਹੈ ਆਪਣੇ ਪੱਧਰ ਦੇ ਉੱਤੇ ਹਰ ਬੰਦੇ ਨੇ ਯਤਨ ਕਰਨਾ ਹੁੰਦਾ ਹੈ। ਅੱਜ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਕੌਣ ਜਾਂਦਾ ਕੌਣ ਨਹੀਂ, ਕਿਉਂਕਿ ਉਹਨਾਂ ਦੇ ਕੋਲੇ ਬੰਦੇ ਘਟੇ ਨਹੀਂ। ਬੀਬੀ ਜਗੀਰ ਕੌਰ ਭਾਵੇਂ ਥੋੜਾ ਵਿੱਥ ਪਾ ਕੇ ਚੱਲਦੇ ਆ, ਪਰ ਹੈਗੇ ਢੀਂਡਸਾ ਸਾਹਿਬ ਦੇ ਨਾਲ ਹੀ ਨੇ। ਇਹਦਾ ਮਤਲਬ ਹੈ ਕਿ ਢੀਂਡਸਾ ਸਾਹਿਬ ਦੇ ਨਾਲ ਜਿਹੜੇ ਬੰਦੇ ਆ ਉਹਨਾਂ ਦੀ ਕਤਾਰ ਤਾਂ ਹੈਗੀ ਹੈ। ਤਾਂ ਜੇ ਕਿਤੇ ਕੱਲ੍ਹ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਅਮਿਤ ਸ਼ਾਹ ਸਾਹਿਬ ਦੇ ਨਾਲ ਤੇ JP ਨੱਡਾ ਸਾਹਿਬ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਿਤੇ ਐਂ ਕਰ ਲਿਆ ਕਿ ਭਾਈ ਠੀਕ ਹੈ, ਉਹ ਤਾਂ ਸੂਤ ਨਹੀਂ ਆਉਂਦਾ ਕੰਮ, ਦੂਜੇ ਪਾਸੇ ਆਪਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਮੰਤਰੀ ਬਣਾ ਕੇ ਦੇਖੀਏ। ਹੁਣ ਤੁਸੀਂ ਦੇਖੋ, ਜੇ ਮੰਨ ਲਓ ਅਗਸਤ ਮਹੀਨੇ ਦੇ ਵਿੱਚ ਮੰਤਰੀ ਮੰਡਲ 'ਚ ਵਾਧਾ ਹੁੰਦਾ ਹੈ, ਜੇ ਉਹਨਾਂ ਨੂੰ ਅਗਸਤ 'ਚ ਮੰਤਰੀ ਬਣਾਤਾ, MP ਚਾਹੇ ਉਹ ਹੈ ਨਹੀਂ, ਉਹ 6 ਮਹੀਨੇ ਮਿਨਿਸਟਰ ਰਹਿ ਸਕਦੇ ਆ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਤੇ ਜਨਵਰੀ, ਉਦੋਂ ਤੱਕ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਜਾਣਾ। ਤੇ ਤੁਸੀਂ ਇਹ ਦੇਖੋ ਕਿ ਜਦੋਂ ਭਾਵੇਂ ਉਹ ਛੋਟਾ ਅਕਾਲੀ ਦਲ ਹੈ, ਭਾਵੇਂ ਉਹਨਾਂ ਦੇ ਕੋਲੇ ਕੋਈ MLA ਨਹੀਂ, ਭਾਵੇਂ ਉਹਨਾਂ ਦੇ ਕੋਲੇ ਕੋਈ MP ਨਹੀਂ, ਨਾ ਪੰਜਾਬ ਦੇ 60% ਹਿੱਸੇ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਕੋਲੇ ਸੋਲਿਡ ਲੀਡਰ ਹੀ ਹੈ। ਇਹ ਸੱਚ ਹੈ, ਇਹਨੂੰ ਮੰਨਣਾ ਚਾਹੀਦਾ। ਪਰ ਜੇ ਕੱਲ੍ਹ ਉਹਨਾਂ ਨੂੰ ਕੈਬਨਿਟ ਦੇ ਵਿੱਚ ਮਿਨਿਸਟਰੀ ਦੇ ਦਿੱਤੀ ਜਾਂਦੀ ਹੈ, ਜੇ ਮੁੱਖ ਅਕਾਲੀ ਦਲ ਦੇ ਨਾਲ ਗੱਲ ਨਹੀਂ ਬਣਦੀ, ਜੇ ਸੱਚੀ ਮੁੱਚੀ ਜਿੱਦਾਂ ਵੜਿੰਗ ਸਾਹਿਬ ਕਹਿੰਦੇ ਆ, ਜਾਂ 1-2 ਹੋਰ ਲੀਡਰਾਂ ਨੇ ਕਿਹਾ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਨਹੀਂ ਦੇਖਣਾ ਚਾਹੁੰਦੇ, ਜੇ ਮੁੱਖ ਅਕਾਲੀ ਦਲ ਦੇ ਨਾਲ ਗੱਲ ਨਹੀਂ ਬਣਦੀ, ਸੁਖਦੇਵ ਸਿੰਘ ਢੀਂਡਸਾ ਸਾਹਿਬ ਕੇਂਦਰ ਦੇ ਵਿੱਚ ਮਿਨਿਸਟਰ ਬਣ ਜਾਂਦੇ ਆ। ਕੇਂਦਰ ਦੀ ਤਾਕਤ ਵੱਡੀ ਹੁੰਦੀ ਹੈ ਸੰਧਾਲੀਆ ਸਾਹਿਬ, ਲਾਲ ਬੱਤੀ ਝੰਡੀ ਵਾਲੀ ਕਾਰ ਦੀ ਤਾਕਤ ਬੜੀ ਵੱਡੀ ਹੁੰਦੀ ਹੈ। ਅੱਜ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਕਿਸੇ ਬੰਦੇ ਨੂੰ ਫੋਨ ਕਰਦੇ ਆ ਕਿ ਭਾਈ ਛੱਡੋ ਪਰਾਂ ਸਾਡੇ ਨਾਲ ਆ ਜਾਓ, ਉਹ ਕਹਿੰਦੇ ਯਾਰ ਢੀਂਡਸਾ ਸਾਹਿਬ ਦਾ ਫੋਨ ਆਇਆ ਸੀ। ਭਲਕ ਨੂੰ ਜੇ ਉਹ ਮੰਤਰੀ ਬਣ ਗਏ, ਫਿਰ ਉਹ ਕਹਿਣਗੇ ਜੀ ਕੇਂਦਰ ਸਰਕਾਰ ਦੇ ਮਿਨਿਸਟਰ ਸਾਹਿਬ ਦਾ ਫੋਨ ਆਇਆ ਸੀ ਕਿ ਸਾਡੇ ਨਾਲ ਆ ਜਾਓ। ਫਿਰ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਹੀਂ ਹੋਣਗੇ, ਫਿਰ ਉਹ ਅਕਾਲੀ ਦਲ ਸੰਯੁਕਤ ਦੇ ਮੁਖੀ ਨਹੀਂ ਹੋਣਗੇ, ਫਿਰ ਉਹ ਕੇਂਦਰ ਸਰਕਾਰ ਦੇ ਮਿਨਿਸਟਰ ਵੀ ਹੋਣਗੇ। ਫਿਰ ਉਹ ਕਹਿਣਗੇ ਕਿ ਭਾਈ ਤੁਹਾਨੂੰ ਦਿੱਲੀ ਲੈ ਚੱਲਦੇ ਆ, ਆਪਾਂ ਤੁਹਾਡੀ ਗੱਲਬਾਤ ਕਰਾ ਦਿੰਦੇ ਆ। ਜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 2 ਵਿਧਾਨ ਸਭਾ ਤੇ 2 ਲੋਕ ਸਭਾ ਦੀਆਂ ਸੀਟਾਂ ਜਿੱਤਦੀ ਹੈ, ਬਹੁਤੀਆਂ ਸੀਟਾਂ ਤੋਂ ਉਹਨਾਂ ਦੇ ਉਮੀਦਵਾਰ ਜ਼ਮਾਨਤਾਂ ਜ਼ਬਤ ਹੁੰਦੀਆਂ, ਫਿਰ ਵੀ ਉਹ
ਦੋ ਕੌਮੀ ਚੇਅਰਪਰਸਨ ਪੰਜਾਬ ਤੋਂ ਬਣਾਉਂਦੇ ਆ, ਘੱਟ ਗਿਣਤੀ ਕਮਿਸ਼ਨ ਦੇ ਤੇ SC ST ਕਮਿਸ਼ਨ ਦੇ। ਹਾਲਾਂਕਿ ਸਾਂਪਲਾ ਸਾਹਿਬ ਅਸਤੀਫਾ ਦੇ ਗਿਆ, ਵੱਖਰੀ ਗੱਲ ਹੈ। ਤਾਂ ਤੁਸੀਂ ਆਪੇ ਅੰਦਾਜ਼ਾ ਲਾ ਲਓ, ਜੇ ਅਗਲੇ ਕਹਿਣਗੇ ਕਿ ਭਾਈ ਹੰਸਰਾਜ ਹੰਸਰਾ ਨੂੰ ਲੈ ਹੀ ਗਏ, ਜੇ ਉਹ ਕਹਿਣਗੇ ਕਿ ਭਾਈ ਪੁਰੀ ਸਾਹਿਬ ਹਰ ਗਏ ਸੀ ਤੇ ਪੁਰੀ ਸਾਹਿਬ ਦੇ ਹਰਨ ਦੇ ਬਾਵਜੂਦ ਵੀ ਉਹਨਾਂ ਨੂੰ ਮਿਨਿਸਟਰ ਬਣਾਇਆ ਹੀ ਹੈ, 20 ਐਗਜ਼ਾਮਪਲ ਉਹ ਦੇ ਸਕਦੇ ਆ। ਜੇ ਕਿਤੇ ਕੱਲ ਨੂੰ ਸੱਚੀ ਮੁੱਚੀ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਗੁਣਾ ਕਿਤੇ ਉਧਰਲੇ ਪਾਸੇ ਪੈ ਗਿਆ ਤਾਂ ਸੰਧਾਲੀਆ ਸਾਹਿਬ, ਮੈਂ ਨਹੀਂ ਕਹਿੰਦਾ ਕਿਸੇ ਨੇ ਚਲੇ ਜਾਣਾ, ਪਰ ਤੁਸੀਂ ਹਿਸਾਬ ਲਾ ਲਓ ਫਿਰ ਹੋਊਗਾ ਕੀ। ਇਹ ਤੁਸੀਂ ਦੇਖੋ, ਇਹ ਚਰਚਾ ਹੋ ਵੀ ਸਕਦੀ ਹੈ, ਕਿਉਂਕਿ ਇੱਕ ਗੱਲ ਢੀਂਡਸਾ ਸਾਹਿਬ ਹੋਰ ਵੀ ਜ਼ਿਕਰ ਕਰਦੇ ਸੀ। ਉਹ ਕਹਿੰਦੇ ਪਿੱਛੇ ਜੇ ਰੌਲਾ ਪਿਆ ਸੀ ਇੱਕ ਵੀ ਖੇਤੀਬਾੜੀ ਮਹਿਕਮਾ ਸ਼ਾਇਦ ਦੁਬਾਰਾ ਅਕਾਲੀ ਦਲ ਕੋਲੇ ਆ ਸਕਦਾ, ਸ਼ਾਇਦ ਦੁਬਾਰਾ ਗੱਠਜੋੜ ਹੋ ਸਕਦਾ। ਉਹ ਕਹਿੰਦੇ ਉਹ ਰੌਲਾ ਪਿਆ ਥੋੜਾ ਸੀ, ਉਹ ਤੇ ਰੌਲਾ ਪਵਾਇਆ ਸੀ ਸਿਰਫ ਇਸੇ ਕਰਕੇ ਵੀ ਬੰਦੇ ਨਾਲ ਗੰਢ ਕੇ ਰੱਖੇ ਜਾ ਸਕਣ। ਹੁਣ ਤੁਸੀਂ ਦੇਖੋ ਵੀ ਜੇ ਮੰਤਰੀ ਪਦ ਦੇ ਰੌਲੇ ਦੇ ਨਾਲ ਬੰਦੇ ਗੰਢੇ ਜਾ ਸਕਦੇ ਆ, ਤੇ ਜੇ ਮੰਤਰੀ ਦਾ ਉਹਦਾ ਮਿਲ ਹੀ ਜਾਂਦਾ ਤੇ ਫਿਰ ਤੇ ਬੰਦੇ ਡੈਫੀਨੇਟਲੀ ਉਸ ਪਾਸੇ ਜਾਣਗੇ। ਇਹਦੇ 'ਚ ਵੈਸੇ ਇੱਕ ਚੱਕਰ ਇਹ ਵੀ ਚੱਲ ਸਕਦਾ ਕਿ ਵੀ ਜਿੱਦਾਂ ਮੰਨ ਲਓ ਜੇ ਢੀਂਡਸਾ ਸਾਹਿਬ ਆਪ ਮੰਤਰੀ ਨਹੀਂ ਬਣਦੇ ਜਾਂ ਉਹਨਾਂ ਨੂੰ BJP ਨਹੀਂ ਬਣਾਉਂਦੀ, ਤੇ ਜੇ ਕੋਈ ਇੱਕ ਦੋ ਬੰਦੇ ਆਖਣ ਵੀ ਢੀਂਡਸਾ ਸਾਹਿਬ ਅਸੀਂ ਤੁਹਾਡੇ ਨਾਲ ਤੇ ਆਉਂਦੇ ਹਾਂ, ਪਰ ਉੱਤੇ ਕਿਤੇ ਗੱਲ ਵੀ ਕਰਾਓ ਮਾੜੀ ਮੋਟ, ਹੋ ਸਕਦਾ ਉਹ ਕਿਸੇ ਹੋਰ ਨੂੰ ਕੋਈ ਨਾ ਕੋਈ ਅਹੁਦਾ ਦਵਾ ਕੇ, ਕਿਸੇ ਹੋਰ ਨੂੰ ਕੋਈ ਨਾ ਕੋਈ ਗਾਂਹ ਸੀਟ ਦਾ ਲਾਰਾ ਲਵਾ ਕੇ ਫਿਰ ਵੀ ਤੇ ਜੋੜ ਹੀ ਸਕਦੇ ਨਾ ਤਾਰ, ਕਿਉਂਕਿ ਢੀਂਡਸਾ ਸਾਹਿਬ ਤੇ ਐਸਟੈਬਲਿਸ਼ ਹੈਗੇ ਨੇ, ਉਹਨਾਂ ਦੀ ਤੇ ਗੱਲ ਸਿੱਧੀ ਹੋਏ ਗਈ ਹੈ। ਜਿਹੜੇ ਇੱਕ ਦੋ ਬੰਦੇ ਹੋਰ ਆਉਣਗੇ ਉਹ ਆਖਣਗੇ ਵੀ ਸਾਡੀ ਵੀ ਸਿੱਧੀ ਗੱਲ ਕਰਾਓ, ਹੋ ਸਕਦਾ ਉਹ ਵੀ ਆਪਣੇ ਨਾਲ ਕੋਈ ਚਾਰ ਸਰੀਰ ਲੈ ਕੇ ਜਾਣ। ਪੰਗਾ ਹੈ ਜੀ ਬਹੁਤ ਵੱਡਾ। ਜੇ ਆਪਾਂ 1997 ਜਾਂ 92 ਤੋਂ ਹੀ ਦੇਖੀਏ, 97 ਲਾ ਲਓ, 92 ਤੋਂ 97 ਵਾਲੇ ਕਾਲ ਨੂੰ ਆਪਾਂ ਛੱਡ ਦਿੰਨੇ ਆ, 97 ਤੋਂ 2023 ਤੱਕ ਦਾ ਇਹ ਜਿਹੜਾ ਸਮਾਂ 25-26 ਸਾਲ ਦਾ, ਇਹਦੇ ਵਿੱਚ ਅਕਾਲੀ ਭਾਜਪਾ ਤੇ ਕਾਂਗਰਸ ਹੀ ਰਹੇ ਆ। ਸੰਧਾਲੀਆ ਸਾਹਿਬ, ਅਕਾਲੀ ਰਾਜਨੀਤੀ ਦੇ ਵਿੱਚ ਜੋ ਕੁਝ ਹੋ ਰਿਹਾ ਆਪਣੇ ਸਾਹਮਣੇ ਆ, ਪਰ ਸਾਰਾ ਕੁਝ ਅੱਛਾ ਕਾਂਗਰਸ 'ਚ ਵੀ ਨਹੀਂ। ਹੁਣ ਕਾਂਗਰਸ ਪਾਰਟੀ ਪਿਛਲੇ 2 ਸਾਲਾਂ 'ਚ ਕਿੰਨੀ ਬਦਲ ਗਈ ਹੈ। ਜਾਖੜ ਸਾਹਿਬ ਪ੍ਰਧਾਨ ਹੁੰਦੇ ਸੀ, ਪ੍ਰਧਾਨ ਨਹੀਂ ਰਹੇ, BJP ਦੇ ਪ੍ਰਧਾਨ ਨੇ। ਕੈਪਟਨ ਸਾਹਿਬ ਕਾਂਗਰਸ ਵੱਲੋਂ ਮੁੱਖ ਮੰਤਰੀ ਹੁੰਦੇ ਸੀ, ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ। ਤੇ ਵੜਿੰਗ ਸਾਹਿਬ ਨੂੰ ਪ੍ਰਧਾਨ ਬਣਾਤਾ, ਬਾਜਵਾ ਸਾਹਿਬ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਤਾ। ਲੋਕਾਂ ਨੂੰ ਲੱਗਦਾ ਸੀ ਕਿ ਕੰਮ ਚੱਲੂਗਾ। ਵੜਿੰਗ ਸਾਹਿਬ ਤੇਜ਼ ਚੱਲੇ ਵੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਬਾਜਵਾ ਸਾਹਿਬ ਨੇ ਬੜੀ ਨਪੀ ਤੁਲੀ ਭਾਸ਼ਾ ਦੇ ਵਿੱਚ ਵਿਧਾਨ ਸਭਾ 'ਚ ਮੁੱਦੇ ਚੁੱਕੇ ਵੀ, ਕੋਈ ਦੋ ਰਾਏ ਨਹੀਂ, ਦੁਚਿੱਤੀ ਕੋਈ ਨਹੀਂ ਇਸ ਮੁੱਦੇ ਦੇ ਉੱਤੇ। ਸਰਗਰਮੀ ਕਰਨ ਦਾ ਯਤਨ ਕੀਤਾ ਵੀ, ਪਰ ਹੁੰਦਾ ਨਾ ਕਈ ਵਾਰੀ ਬੰਦਾ ਕਹਿੰਦਾ ਯਾਰ ਟਾਇਰ 'ਚ ਹਵਾ ਚੰਗੇ ਤਰੀਕੇ ਭਰਿਓ। ਅਸੀਂ ਟਿਊਬ ਜੀ ਟਾਇਰ ਜਾਂ ਘੁੱਟ-ਘੁੱਟ ਦੇਖਦੇ ਹੁੰਨੇ ਆ, ਜਦੋਂ ਆਪਣਾ ਹੀ ਕੋਈ ਆਣ ਕੇ ਬਾਲ ਕੱਢ ਦਵੇ ਤੇ ਥੁੱਕ ਲਾ ਕੇ ਆਪਾਂ ਦੇਖੀਦਾ ਸੀ ਅੱਗੇ ਬਾਲ ਦੇ ਉੱਤੇ ਕਿ ਭਾਈ ਉਹ ਬੁਲਬੁਲਾ ਜਾਂ ਤਾਂ ਨਹੀਂ ਆਉਂਦਾ, ਹਵਾ ਇੱਥੋਂ ਤਾਂ ਨਹੀਂ ਨਿਕਲਦੀ, ਲੀਕੇਜ ਇੱਥੋਂ ਤਾਂ ਨਹੀਂ, ਉਹ ਵੀ ਦੇਖਣ ਦਾ ਮੌਕਾ ਨਾ ਦਵੇ। ਫੜੂ ਦੇਣੀ ਕਈ ਵਾਰੀ ਕੱਢੀਏ ਤਾਂ ਬਾਲ ਉੜ ਕੇ ਹੋ ਜਾਂਦਾ। ਕਾਂਗਰਸ ਹਾਈ ਕਮਾਂਡ ਦੇ ਇੱਕ ਫੈਸਲੇ ਨੇ ਪੰਜਾਬ ਕਾਂਗਰਸ ਦੇ ਟਾਇਰ ਦੇ ਵਿੱਚੋਂ ਲੱਗਦਾ ਸੀ ਕਿ ਅਣਜਾਣੇ ਜਾਣੇ ਜਾਣਬੁੱਝ ਕੇ ਕੋਈ ਸ਼ਬਦ ਵਰਤ ਲਈਏ, ਹਵਾ ਕੱਢ ਦਿੱਤੀ। ਗੱਠਜੋੜ ਉੱਪਰਲੇ ਪਾਸੇ ਇੰਡੀਆ ਦੇ ਨਾਂ ਹੇਠ ਚੱਲਿਆ, ਆਮ ਆਦਮੀ ਪਾਰਟੀ ਵਾਲੇ ਨਾਲ ਬੈਠੇ। ਹੁਣ ਵਿਰੋਧੀ ਧਿਰ ਦੇ ਵਿੱਚ ਨੇ ਪੰਜਾਬ 'ਚ ਕਾਂਗਰਸ ਵਾਲੇ, ਰੋਜ਼ ਭਗਵੰਤ ਮਾਨ ਸਾਹਿਬ, ਹਰਪਾਲ ਚੀਮਾ ਜਾਂ ਹੋਰਨਾਂ ਲੀਡਰਾਂ ਦੀ ਮੁਖਾਲਫਤ ਕਰਦੇ ਸੀ। ਉਹ ਕਹਿੰਦੇ ਸੀ ਪਿਛਲੇ ਸਮੇਂ ਦੇ ਵਿੱਚ ਕਿੰਨਾ ਜ਼ੋਰ ਕਾਂਗਰਸੀਆਂ ਨਾਲ ਲਾਇਆ, ਲਾਲਚੰਦ ਕਟਾਰੂ ਚੱਕ ਹੋਰਾਂ ਦੇ ਮਸਲੇ ਤੇ, ਬੀਬੀ ਸਰਬਜੀਤ ਕੌਰ ਮਾਣੂਕੇ ਹੋਰਾਂ ਦੇ ਮਸਲੇ ਤੇ, ਫੌਜਾ ਸਿੰਘ ਸਰਾਰੀ ਹੋਰਾਂ ਦੇ ਮਸਲੇ ਤੇ, ਡਾਕਟਰ ਵਿਜੇ ਸਿੰਗਲਾ ਹੋਰਾਂ ਦੇ ਮਸਲੇ ਤੇ, 20 ਮਸਲੇ ਹੋਰ। ਹੁਣ ਉਹੀ ਕਾਂਗਰਸ ਜਿਹਦਾ ਬੰਦਾ ਪੱਟ ਕੇ ਆਪਣਾ ਕੈਂਡੀਡੇਟ ਬਣਾਇਆ ਤੇ ਆਮ ਆਦਮੀ ਪਾਰਟੀ ਨੇ MP ਬਣਾ ਕੇ ਜਲੰਧਰੋਂ ਲੋਕ ਸਭਾ ਦੇ ਵਿੱਚ ਭਿਜਵਾ ਕੇ ਸਹੁੰ ਵੀ ਚੁਕਵਾ ਲਈ। ਹੁਣ ਇੱਕ ਪਾਸੇ ਤਾਂ ਉਹ ਕਾਂਗਰਸੀ ਨੇ ਪੰਜਾਬ ਦੇ, ਦੂਜੇ ਪਾਸੇ ਦਿੱਲੀ ਵਾਲੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਕੁਰਸੀ ਮਿਲਣੀ ਤਾਂ ਆ ਜੇ ਸਾਰਿਆਂ ਨੂੰ ਇਕੱਠੇ ਕਰੀਏ। ਹੁਣ ਇੱਧਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਲਈ ਥੋੜਾ ਔਖਾ ਹੋ ਗਿਆ ਸੀ। ਕਾਂਗਰਸ ਵਾਲੇ ਕਹਿੰਦੇ ਸੀਟ ਸ਼ੇਅਰ ਕਰਨੇ ਆ ਹਾਈ ਕਮਾਂਡ, ਵੜਿੰਗ ਸਾਹਿਬ ਕਹਿੰਦੇ ਸਮਝੌਤਾ ਹੀ ਕੋਈ ਨਹੀਂ, ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਆਮ ਆਦਮੀ ਪਾਰਟੀ ਦੇ ਨਾਲ ਗੱਲੇ ਹੀ ਕੋਈ ਨਹੀਂ, ਸਮਝੌਤੇ ਤਾਂ ਬਾਅਦ ਦੀਆਂ ਗੱਲਾਂ ਨੇ। ਭਾਜਪਾ ਤੇ ਅਕਾਲੀ ਦਲ ਵਾਲੇ ਕਹਿ ਰਹੀ ਹੁੰਦਾ ਨਾ ਕਿ ਭਾਈ ਥੋੜੀ ਥੋੜੀ ਇੱਟ ਜਦੋਂ ਲੱਗਦੀ ਨਾ ਹੋਵੇ ਵਿੱਚ ਪਾਉਣੀ ਅੱਧੀ ਚਾਹੀਦੀ ਹੋਵੇ ਤਾਂ ਤੇਸੀ ਦੇ ਨਾਲ ਐ ਛਿੱਲੀ ਦੀ ਹੈ। ਭਾਜਪਾ ਤੇ ਅਕਾਲੀ ਦਲ ਵਾਲੇ ਤੇਸੀ ਨਾਲ ਜਿੱਦਾਂ ਇੱਟ ਛਿੱਲੀ ਦੀ ਹੈ, ਕਾਂਗਰਸੀਆਂ ਨੂੰ ਛਿੱਲਣ ਲੱਗ ਪਏ, ਆਮ ਆਦਮੀ ਪਾਰਟੀ ਨੂੰ ਵੀ। ਹੁਣ ਕਹਿੰਦੇ ਆ ਜੀ ਕਟਾ ਲਈਆਂ ਟਿਕਟਾਂ ਦਿੱਲੀ ਵਾਲੀ ਬੱਸ ਦੀਆਂ, ਕਹਿੰਦੇ ਆ ਕਿ ਤੜਕੇ ਚੜ ਜਾਣਾ। ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਨਾਲ ਜਾਣਗੇ, ਕਾਂਗਰਸ ਦੇ ਲੀਡਰ ਹੋਰ ਸਿੱਧੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਸਾਹਿਬ ਦਾ ਬੂਹਾ ਖੜਕਾਉਣਾ ਕਿ ਖੜਗੇ ਸਾਹਿਬ ਤੁਹਾਨੂੰ ਬੇਨਤੀ ਕੀਤੀ ਸੀ, ਲਿਖਤੀ ਪਾਈਆਂ ਸੀ ਚਿੱਠੀਆਂ, ਬੂਹਾ ਖੜਕਾ ਕੇ ਚਾਹ ਪੀਂਦਿਆਂ ਦੱਸ ਕੇ ਗਏ ਸੀ ਆਹ ਕੰਮ ਨਾ ਕਰਿਓ, ਤੁਸੀਂ ਕੀਤਾ ਕੀ ਜੇ ਅਸੀਂ ਲੋਕਾਂ ਨੂੰ ਦਸੀਏ ਕੀ। ਵੈਸੇ ਇੱਕ ਗੱਲ ਆ, ਜਿਸ ਹਿਸਾਬ ਨਾਲ ਜਿੱਦਣ ਦਾ ਇਹ ਇੰਡੀਆ ਬਣਿਆ, ਜਾਂ ਕਹਿ ਲਓ ਕਿ ਵੀ ਕਾਂਗਰਸ ਪਾਰਟੀ ਤੇ ਬਾਕੀ ਪਾਰਟੀਆਂ ਇਕੱਠੀਆਂ ਹੋਈਆਂ ਤੇ ਬਾਕੀਆਂ ਦਾ ਤੇ ਚਲੋ ਆਪੋ ਆਪਣੀਆਂ ਸਟੇਟਾਂ 'ਚ ਰੌਲਾ ਹੋਊਗਾ, ਪੰਜਾਬ ਵਾਲਿਆਂ ਨੂੰ ਰੌਲਾ ਬਾਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਨਜ਼ਰ ਆ ਰਿਹਾ।
ਉਹਦੇ 'ਚ ਹੋ ਸਕਦਾ ਉਦਣ ਦਾ ਸੁੱਖ ਦਾ ਸਾਹ ਥੋੜ੍ਹਾ ਜਿਹਾ ਕਾਂਗਰਸ ਪਾਰਟੀ ਵਾਲਿਆਂ ਨੂੰ ਵੀ ਆਇਆ ਹੋਵੇ ਵੀ ਚੱਲ ਯਾਰ ਕੋਈ ਗੱਲ ਨਹੀਂ 25-26 ਬੰਦੇ ਆਪਣੇ ਨਾਲ ਹੈਗੇ ਆ, ਐਤਕੀ ਸ਼ਾਇਦ ਰਾਹੁਲ ਗਾਂਧੀ ਸਾਹਿਬ ਨੂੰ ਦੁਬਾਰਾ ਜੇ ਸੁਪਰੀਮ ਕੋਰਟ ਨੇ ਉਧਰੋਂ ਹਾਮੀ ਭਰਤੀ ਇਲੈਕਸ਼ਨ ਲੜ ਸਕਦੇ ਹੋਏ ਨਾ ਉਹਨਾਂ ਨੂੰ ਪਾਸੇ ਕੀਤਾ ਤੇ ਸ਼ਾਇਦ ਆਪਾਂ ਪ੍ਰਧਾਨ ਮੰਤਰੀ ਦੀ ਰੇਸ 'ਚ ਖੜਾ ਕਰ ਲਈਏ। ਪਰ ਜਿਹੜਾ ਰਿੜਕਾ ਇਸ ਵਕਤ ਪੰਜਾਬ 'ਚ ਪਿਆ ਨਾ, ਮੈਨੂੰ ਲੱਗਦਾ ਹੈ ਕਿ ਵੀ ਜਿੱਦਾਂ ਹੁਣ ਕਹਿੰਦੇ ਆ ਵੀ ਆਪਾਂ ਹੁਣ ਸੋਮਵਾਰ ਜਾ ਕੇ ਖੜਗੇ ਸਾਹਿਬ ਨੂੰ ਮਿਲਣਾ, ਬਾਜਵਾ ਸਾਹਿਬ ਕਹਿੰਦੇ ਆ, ਆਸ ਮੈਨੂੰ ਘੱਟ ਜਾਪਦੀ ਆ ਵੀ ਖੜਗੇ ਸਾਹਿਬ ਕੋਈ ਨਾ ਕੋਈ ਹਾਮੀ ਭਰਨਗੇ। ਕਾਰਨ ਪਤਾ ਕੀ ਹੈ ਜੀ, ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤੇ ਪੂਰਾ ਭਾਰਤ ਆ, ਪੂਰੇ ਭਾਰਤ ਦੇ ਵਿੱਚੋਂ ਹਿਸਾਬ ਕਿਤਾਬ ਲਾਈਏ ਤੇ ਯੂਪੀ ਦੀਆਂ 80 ਸੀਟਾਂ ਲਾ ਲਓ, ਪਰੇ ਬਿਹਾਰ ਦੀਆਂ ਲਾ ਲਓ, ਪੱਛਮੀ ਬੰਗਾਲ ਦੀਆਂ ਲਾ ਲਓ, ਜਾਂ ਜਿਹੜੇ MP ਮਹਾਰਾਸ਼ਟਰ ਦੀਆਂ ਆਪਾਂ ਜਿਹੜੀਆਂ ਸੀਟਾਂ ਨੇ ਉਹਨਾਂ ਦਾ ਹਿਸਾਬ ਕਿਤਾਬ ਲਾ ਲਈਏ, ਉਹ ਕਹਿੰਦੇ ਵੀ ਯਾਰ ਬਾਹਰ ਹੀ 5-4 ਸਟੇਟਾਂ ਦੇ ਵਿੱਚ ਜੇ ਸਾਡੀ ਗੱਲ ਬਣ ਜਾਵੇ ਤੇ ਸਾਡਾ ਤੇ ਕੰਮ ਸੈੱਟ ਆ ਜਾਂਦਾ ਤੇ ਸਰਕਾਰ ਬਣਨ ਦੇ ਲਾਗੇ ਬੰਨੇ ਅਸੀਂ ਪਹੁੰਚ ਜਾਂਦੇ ਹਾਂ। ਹੁਣ 13 ਸੀਟਾਂ, ਉਹ ਵੀ ਕਿਹੜੀਆਂ 13 ਦੀਆਂ 13 ਹੀ ਕਾਂਗਰਸ ਪਾਰਟੀ ਨੇ ਜਿੱਤ ਜਾਣੀਆਂ, ਉਹਨਾਂ ਦਾ ਕਰਕੇ ਆਪਾਂ ਉਧਰਲੀਆਂ ਜਿਹੜੀਆਂ ਬਾਕੀ ਦੀਆਂ ਸਾਰੀਆਂ ਨੇ ਉਹ ਗਵਾ ਲਈਏ। ਮੈਨੂੰ ਆਸ ਘੱਟ ਲੱਗਦੀ ਹੈ ਵੀ ਖੜਗੇ ਸਾਹਿਬ ਇੰਨੀ ਛੇਤੀ ਮੰਨਣਗੇ। ਪਰ ਹਾਂ, ਕਿਉਂਕਿ ਪਾਰਟੀ ਦੇ ਲੀਡਰ ਨੇ ਬਾਜਵਾ ਸਾਹਿਬ ਜਾਂ ਵੜਿੰਗ ਸਾਹਿਬ ਜਾਂ ਕਹਿ ਲਓ ਪੰਜਾਬ ਇਕਾਈ ਹੈ ਕਾਂਗਰਸ ਪਾਰਟੀ ਦੀ, ਤੇ ਅਗਲੇ ਕੁਛ ਨਾ ਕੁਛ ਸਮਝਾਉਣਗੇ ਤੇ ਸਹੀ ਵੀ ਗੁਰੂ ਟਾਈਮ ਕੱਢੀ ਦਾ ਹੁੰਦਾ, ਕੋਈ ਵੇਲਾ ਸਾਂਭੀ ਦਾ ਹੁੰਦਾ। ਠੀਕ ਆ, ਤੁਸੀਂ ਰੌਲਾ ਰੱਪਾ ਪਾਉਣਾ ਪਾ ਲਓ, ਕਿਉਂਕਿ ਇੱਕ ਬੜਾ ਸ਼ੇਰ ਉਹਨਾਂ ਦਾ ਬੜਾ ਚਰਚਾ 'ਚ ਹੈ ਨਾ ਵੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਿਹਾ ਵੀ ਕੋਈ ਗੱਲ ਨਹੀਂ, ਥੋੜ੍ਹੀ ਦੇਰ ਠਹਿਰੋ, ਇੱਕ ਸ਼ੋਰ ਆਊਗਾ ਤੁਹਾਡਾ, ਤੇ ਕਹਿੰਦੇ ਸਮਾਂ ਆਇਆ ਸਾਡਾ ਇੱਕ ਦੌਰ ਆਊਗਾ। ਉਹ ਹੁਣ ਦੌਰ ਦੀ ਉਡੀਕ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇੱਧਰੋਂ ਜੇ ਹਾਈ ਕਮਾਂਡ ਨੇ ਨਾ ਬਹੁਤੀ ਹਾਮੀ ਭਰੀ ਤੇ ਜਿਹੜੀ ਗੱਲ ਹੁਣ ਬਾਜਵਾ ਸਾਹਿਬ ਨੇ ਕਹੀ ਆ ਤੇ ਉਸੇ ਚੀਜ਼ ਦੇ ਉੱਪਰ ਮੁੱਖ ਮੰਤਰੀ ਸਾਹਿਬ ਨੇ ਤੰਜ਼ ਕੱਸਿਆ, ਇਹ ਕੰਮ ਨਾ ਹੋ ਜੇ ਕਿਤੇ। ਕਿਉਂਕਿ ਬਾਜਵਾ ਸਾਹਿਬ ਕਹਿੰਦੇ ਆ ਵੀ ਦੇਖੋ ਅਸੀਂ ਵਿਰੋਧੀ ਧਿਰ 'ਚ ਸੀਗੇ ਤੇ ਹੁਣ ਵੀ ਵਿਰੋਧੀ ਧਿਰ 'ਚ ਹੈਗੇ ਆ, ਤੇ ਇੱਦਾਂ ਨਹੀਂ ਹੋ ਸਕਦਾ ਵੀ ਸਾਡੇ ਨਾਲ ਕੋਈ ਗੱਠਜੋੜ ਹੋਵੇ। ਉਧਰੋਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲਿਆ, ਉਹ ਕਹਿੰਦੇ ਯਾਰ ਮੈਂ ਤੇ ਅਰਦਾਸ ਕਰਦਾ ਵੀ ਇਹ ਵਿਰੋਧੀ ਧਿਰ 'ਚ ਸੀਗੇ, ਵਿਰੋਧੀ ਧਿਰ 'ਚ ਹੈਗੇ ਆ ਤੇ ਗਾਂ ਵਿਰੋਧੀ ਧਿਰ 'ਚ ਹੀ ਰਹਿਣ। ਦੇਖੋ ਸੰਧਾਲੀਆ ਸਾਹਿਬ, ਵੈਸੇ ਤਾਂ ਮੰਨ ਕੇ ਚੱਲਦੇ ਆ ਬਹੁਤ ਸਾਰੇ ਲੋਕ ਕਿ ਉੱਪਰ ਜਿਹੜਾ ਗੱਠਜੋੜ ਹੋਇਆ ਉਹਦਾ ਜਵਾਬ ਆਪ ਤੇ ਕਾਂਗਰਸ ਦੋਨਾਂ ਨੂੰ ਪੰਜਾਬ 'ਚ ਦੇਣਾ ਪੈਣਾ। ਪਰ ਮੈਨੂੰ ਲੱਗਦਾ ਕਾਂਗਰਸ ਦੇ ਲਈ ਜ਼ਿਆਦਾ ਔਖੀ ਸਥਿਤੀ ਹੈ। ਹੁਣ ਅੱਜ ਮੰਨ ਲਓ ਕਾਂਗਰਸ ਤੇ ਆਪ ਦੇ ਵਿੱਚ ਉੱਪਰ ਸੀਟ ਸ਼ੇਅਰਿੰਗ ਕਿਤੇ ਹੁੰਦੀ ਹੈ ਜਾਂ 2-4 ਮੀਟਿੰਗਾਂ ਦੇ ਵਿੱਚੋਂ ਇਕੱਠੇ ਬਹਿੰਦੇ, ਮੈਨੂੰ ਕੋਈ ਅਸਾਰ ਨਹੀਂ ਹੈਗੇ। ਮੈਂ ਫਿਰ ਜੋ ਮੇਰਾ ਆਪਦਾ ਛੋਟਾ ਜਿਹਾ ਤਜਰਬਾ, ਮੈਂ ਉਹਦੇ ਮੁਤਾਬਕ ਇਹ ਕਹਿਣਾ ਕਿ ਲੋਕ ਸਭਾ ਦੀਆਂ ਚੋਣਾਂ 'ਚ ਇੱਕ ਵੀ ਸੂਬੇ 'ਚ, ਪੰਜਾਬ 'ਚ, ਦਿੱਲੀ 'ਚ, ਰਾਜਸਥਾਨ 'ਚ, MP 'ਚ ਕਿਤੇ ਕਾਂਗਰਸ ਤੇ ਆਪ ਦੀ ਸੀਟ ਸ਼ੇਅਰਿੰਗ ਹੋ ਹੀ ਨਹੀਂ ਸਕਦੀ। ਹੋਰ ਸਾਰੀਆਂ ਪਾਰਟੀਆਂ ਭਾਵੇਂ ਇਕੱਠੀਆਂ ਰਹਿਣ, ਆਪ ਤੇ ਕਾਂਗਰਸ ਦਾ ਇਕੱਠਿਆਂ ਬਹਿਣ ਦਾ ਕੰਮ ਜਿਹੜਾ ਉਹ ਪਹਿਲਾਂ ਨਿਬੜ ਹਟਣਾ, ਇਹ ਗੱਲ ਬੜੀ ਕਲੀਅਰ ਹੈ। ਪਰ ਜੇ ਮੰਨ ਲਓ ਕੱਲ੍ਹ ਨੂੰ ਕੋਈ ਬੰਦਾ ਪੁੱਛੂਗਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਤੁਸੀਂ ਭਾਈ ਕਾਂਗਰਸ ਪਾਰਟੀ ਵਾਲਿਆਂ ਨਾਲ ਸ਼ੇਅਰ ਕੀਤਾ, ਕੁਛ ਮੀਟਿੰਗਾਂ ਕਰਦੇ ਹੋ, ਉਹ ਕਹਿਣਗੇ ਜੀ ਦੇਖੋ ਅਸੀਂ ਪੰਜਾਬ ਦੇ ਵਿੱਚ ਕੰਮ ਕੀਤਾ, ਅਸੀਂ ਪੰਜਾਬ 'ਚ ਮੁਹੱਲਾ ਕਲੀਨਿਕ ਬਣਾਏ ਆ, ਅਸੀਂ ਪੰਜਾਬ 'ਚ ਆਹ ਕੀਤਾ, ਅਸੀਂ ਪ੍ਰਿੰਸੀਪਲ ਜਿਹੜੇ ਆ ਉਹਨਾਂ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜ ਰਹੇ ਹਾਂ। ਜੇ ਸਾਡੇ ਕੰਮ ਇਹਨਾਂ ਨੂੰ ਬੁਰੇ ਲੱਗਦੇ ਹੁੰਦੇ ਸਾਡੇ ਨਾਲ ਕਾਹਤੋਂ ਬਹਿੰਦੇ? ਇਹਦਾ ਮਤਲਬ ਹੈ ਕਿ ਸਾਡੇ ਕੰਮਾਂ ਨੂੰ ਇੱਕ ਤਰ੍ਹਾਂ ਦੇ ਨਾਲ ਮਾਨਤਾ ਦਿੰਦੇ ਆ। ਕਾਂਗਰਸ ਕਰਕੇ ਔਖਾ, ਕਿਉਂਕਿ ਉਹ ਕਹਿੰਦੇ ਆ ਜੀ ਪੰਜਾਬ 'ਚ ਆਪ ਨੇ ਕੰਮ ਖਰਾਬ ਕਰਤਾ, ਵਿੱਤੀ ਤੌਰ ਦੇ ਉੱਤੇ ਐਮਰਜੈਂਸੀ ਵਰਗੀ ਸਥਿਤੀ ਹੈ। ਕਾਂਗਰਸ ਪਾਰਟੀ ਵਾਲੇ ਕਹਿੰਦੇ ਜੀ ਮੁਹੱਲਾ ਕਲੀਨਿਕ ਤਾਂ ਸਿਰਫ ਰੰਗ ਕੂਚੀ ਫੇਰੀ ਹੈ। ਇਹਦੇ ਤੋਂ ਇਲਾਵਾ ਉਹ ਇਹ ਵੀ ਕਹਿੰਦੇ ਆ ਕਿ ਭਾਈ ਆ ਜਿਹੜਾ ਕੰਮ ਕੀਤਾ ਜਾ ਰਿਹਾ ਬਾਕੀ ਉਹ ਵੀ ਗਲਤ ਕੀਤਾ ਜਾ ਰਿਹਾ। ਅਮਨ ਕਾਨੂੰਨ ਦੀ ਸਥਿਤੀ, ਸਿੱਧੂ ਮੂਸੇਵਾਲੇ ਦਾ ਕਤਲ, ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਆਮ ਆਦਮੀ ਪਾਰਟੀ ਨੂੰ ਘੇਰਦੇ ਆ। ਉਹ ਇਹ ਵੀ ਕਹਿੰਦੇ ਆ ਕਿ ਸਾਡੇ ਬੰਦੇ ਸਿਆਸੀ ਬਦਲਾਖੋਰੀ ਦੇ ਤਹਿਤ ਫੜੇ ਜਾ ਰਹੇ ਆ। ਇੱਕ ਪਾਸੇ ਦੋਸ਼ ਦਰ ਦੋਸ਼ ਨੇ, ਦੋਸ਼ਾਂ ਦੀਆਂ ਧਾਂਕਾਂ ਨੇ, ਰੇਣ ਲਾਤੀ ਹੈ ਦੋਸ਼ਾਂ ਦੀ ਕਾਂਗਰਸ ਨੇ, ਤੇ ਦੂਸਰੇ ਪਾਸੇ ਹਾਈਕਮਾਂਡ ਉਧਰਲੇ ਪਾਸੇ ਨਾਲ ਤੁਰੀ ਫਿਰਦੀ ਹੈ ਕਿ ਭਾਈ ਚਾਹ ਦੇ ਵਿੱਚ ਇਹ ਵੀ ਪੁੱਛਦੇ ਆ ਕਿ ਤੁਸੀਂ ਚੀਨੀ ਘੱਟ ਲੈਣੀ ਆ ਜਾਂ ਬਹੁਤੀ ਲੈਣੀ ਹੈ। ਸੋ ਪੰਜਾਬ ਦੇ ਕਾਂਗਰਸੀਆਂ ਦੇ ਲਈ ਔਖਾ। ਪਰ ਜਦੋਂ ਇਹਨਾਂ ਨੇ ਦਿੱਲੀ ਜਾਣਾ ਨਾ, ਵੜਿੰਗ ਸਾਹਿਬ ਤੇ ਬਾਜਵਾ ਸਾਹਿਬ ਨੇ ਬਾਕੀ ਲੀਡਰਾਂ ਨੂੰ ਨਾਲ ਲੈ ਕੇ, ਉਹਨਾਂ ਨੇ ਖੜਗੇ ਸਾਹਿਬ ਨੇ ਬੂਹਾ ਖੋਲ੍ਹਣਾ ਆ, ਉਹਨਾਂ ਨੇ ਇਹਨਾਂ ਨੂੰ ਬਿਠਾਉਣਾ ਆ, ਚਾਹ ਦੇ ਵਿੱਚ ਇੱਕ ਚੀਨੀ ਪਾ ਕੇ ਚਮਚ ਆਪ ਹਿਲਾਉਣਾ ਆ, ਫਿਰ ਇਹਨਾਂ ਨੂੰ ਕੱਪ ਫੜਾਉਣਾ ਆ। ਉਹਨਾਂ ਨੇ ਇੱਕ ਗੱਲ ਕਹਿਣੀ ਹੈ, ਕਿਉਂਕਿ ਉਹਨਾਂ ਦੀ ਵੀ ਹਿੰਦੀ ਮੇਰੇ ਵਾਂਗੂ ਫਸ ਕੇ ਚੱਲਦੀ ਆ ਖੜਗੇ ਸਾਹਿਬ ਦੀ। ਉਹਨੇ कहा देखिए बाजवा जी, वड़िंग जी, कभी हम 400 के पार होते थे, 400 से ज्यादा MP हमारे कांग्रेस के होते थे, अब 55 आते हैं, 52 रह जाते हैं, 55 जितने सी 52 रह गए। ਜੇਕਰ ਉਹਨਾਂ ਨੇ ਕਹਿਣਾ 55 52 ਰੱਖਣੇ ਆ ਫਿਰ ਤਾਂ ਠੀਕ ਹੈ, ਜਦੋਂ ਤੁਸੀਂ ਕਹਿੰਦੇ ਕਰ ਲੈਨੇ ਆ। ਪਰ ਜੇ ਕਿਸੇ ਸੂਬੇ ਦੇ ਵਿੱਚੋਂ ਹੋਰ ਕੋਈ ਕੰਮ ਕਰਾਉਣਾ ਹੈ ਫਿਰ ਉਹਨਾਂ ਨੇ ਕਹਿਣਾ ਜੀ ਸਾਨੂੰ ਮਾੜਾ ਮੋਟਾ ਮੋਹਲਤ ਦਿਓ। ਪਰ ਇਹ ਸੰਕਟ ਹੈ ਜੀ, ਸਿਆਸੀ ਤੌਰ ਦੇ ਉੱਤੇ ਬਹੁਤ ਵੱਡੀ ਪ੍ਰੀਖਿਆ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਲਈ ਕਿ ਉਹਨੂੰ ਹਾਈ ਕਮਾਂਡ ਦੇ ਨਾਲ ਵੀ ਚੱਲਣਾ ਚਾਹੁੰਦੇ ਆ, ਉਹ ਆਮ ਆਦਮੀ ਪਾਰਟੀ ਦਾ ਵਿਰੋਧ ਵੀ ਕਰਨਾ ਚਾਹੁੰਦੇ ਆ। ਹੁਣ ਦੋਏ ਬੇੜੀਆਂ ਦੇ ਵਿੱਚ ਸਵਾਰ ਹੋ ਕੇ ਕਿੰਨੀ ਕੁ ਦੇਰ ਤੁਰ ਸਕਣਗੇ ਪੰਜਾਬ ਦੇ ਕਾਂਗਰਸੀ, ਵੇਖਣਾ ਪਊਗਾ। ਦੇਖੋ ਕੁਛ ਵੀ ਨਹੀਂ ਹੈਗਾ, ਮੋਟਾ 1 ਸਾਲ ਆ। ਜੇ ਆਪਾਂ ਇਹ ਵੇਖੀਏ ਨਾ ਵੀ ਆਉਂਦੇ ਸਾਲ ਆ ਜਿਹੜਾ ਇਸ ਵਕਤ ਜੁਲਾਈ ਮਹੀਨਾ ਚੱਲਦਾ ਪਿਆ,
ਜੁਲਾਈ 2024 ਤੱਕ ਕੰਮ ਨਿਬੜ ਜਾਣਾ। ਹੋ ਸਕਦਾ ਖੜਗੇ ਸਾਹਿਬ ਇੰਨਾ ਕੁ ਸਮਝਾਉਣ 'ਚ ਕਾਮਯਾਬ ਹੋ ਜਾਣ ਕਿ ਕੁਛ ਨਹੀਂ ਯਾਰ, ਔਖੇ ਸੌਖੇ 1 ਸਾਲ ਕੱਢ ਲਓ, 1 ਸਾਲ ਦੇ ਵਿੱਚ ਵੋਟਾਂ ਨਿਕਲ ਜਾਣੀਆਂ। 2024 'ਚ ਜੇ ਕਾਂਗਰਸ ਦੀ ਗੱਲ ਬਣ ਗਈ ਕਿਸੇ ਨਾ ਕਿਸੇ ਪਾਸੇ, ਫੇਰ ਬੱਲੇ ਬੱਲੇ, ਨਹੀਂ ਤੇ ਫਿਰ ਤੂੰ ਕੌਣ ਤੇ ਮੈਂ ਕੌਣ, ਕਿਹੜਾ ਉੱਥੇ ਕੋ ਆਪਾਂ ਲਿਖ ਕੇ ਰਜਿਸਟਰੀ ਕਰਾ ਦੇਣੀ ਆ ਵੀ ਹਾਂ ਭਾਈ ਸਾਹਿਬ ਨਾਲ ਗੱਠਜੋੜ ਆਪਣਾ ਪੱਕਾ, ਆਪਾਂ ਤੋੜਨਾ ਨਹੀਂ। ਦੂਜੀ ਗੱਲ ਇਹ ਵੀ ਆਪਾਂ ਜ਼ਿਕਰ ਕਰੀਏ, ਕਈ ਬੰਦਿਆਂ ਨੂੰ ਇਹ ਲੱਗਦਾ ਹੋਣਾ ਵੀ ਯਾਰ ਇਦਾਂ ਕਿਉਂ, ਇਹ ਰੌਲਾ ਕਿਉਂ ਪੈ ਗਿਆ ਵੀ ਇਹ ਕਾਂਗਰਸ ਜਿਹੜੀ ਹੈ ਜੀ ਇਹ ਹੁਣ ਆਪ ਦੇ ਨਾਲ ਇਹ ਤੇ ਇਕੱਠੇ ਹੋ ਹੀ ਨਹੀਂ ਸਕਦੇ। ਲੋਕਾਂ ਨੂੰ ਸ਼ੱਕ ਤਾਂ ਆ ਕਿਉਂਕਿ ਰਾਹੁਲ ਗਾਂਧੀ ਸਾਹਿਬ ਹੁਣ ਤਾਂ ਚਲੋ ਵਾਹਵਾ ਚਿਰ ਬਾਅਦ ਉਹਨਾਂ ਨੇ ਹਾਮੀ ਭਰੀ ਆ, ਪਰ ਇਸ ਤੋਂ ਪਹਿਲਾਂ ਕਿਉਂਕਿ ਉਦੋਂ ਉਹ ਬਹੁਤੇ ਸੱਤਾ ਦੇ ਵਿੱਚ ਸਰਗਰਮ ਨਹੀਂ ਸੀ ਹੁੰਦੇ, ਉਹਨਾਂ ਦੇ ਮਾਤਾ ਜੀ ਡਿਸੀਜਨ ਲੈਂਦੇ ਹੁੰਦੇ ਸੀ। ਜਦੋਂ ਦਿੱਲੀ 'ਚ ਕੇਜਰੀਵਾਲ ਸਾਹਿਬ ਦੀ ਸਰਕਾਰ ਪਹਿਲੀ ਵਾਰ ਆਈ ਤੇ ਉਦਣ ਜਿਹੜੀ 49 ਕੁ ਦਿਨਾਂ ਦੀ ਸਰਕਾਰ ਕੇਜਰੀਵਾਲ ਸਾਹਿਬ ਦੀ ਚੱਲੀ ਸੀ ਉਦੋਂ, ਕਿਉਂਕਿ ਬਹੁਮਤ ਉਹਨਾਂ ਕੋਲ ਵੀ ਹੈ ਨਹੀਂ ਸੀ, ਉਹ ਕਾਂਗਰਸ ਦੀ ਸਪੋਰਟ ਨਾਲ ਚੱਲੀ ਸੀ। ਹੁਣ ਜੇ ਉਹਨਾਂ ਨੂੰ ਵੇਖਿਆ ਵੀ 49 ਦਿਨ ਕਾਂਗਰਸ ਦੀ ਸਪੋਰਟ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਉਦੋਂ ਚੱਲ ਸਕਦੀ ਆ, ਤੇ ਹੋ ਸਕਦਾ ਵੀ ਇਸੇ ਚੀਜ਼ ਨੂੰ ਧਿਆਨ 'ਚ ਰੱਖਦਿਆਂ ਹੁਣ ਕਈਆਂ ਨੂੰ ਲੱਗਦਾ ਹੋਵੇ ਵੀ ਹੋ ਸਕਦਾ 2024 ਤੱਕ ਇਲੈਕਸ਼ਨਾਂ ਦੇ ਚੱਕਰ ਦੇ ਵਿੱਚ ਇੱਕ ਦੂਜੇ ਨਾਲ ਖਹਿੰਦੇ, ਲੜਦੇ, ਘੁਲਦੇ, ਫਸਦੇ ਟਾਈਮ ਕੱਢ ਕੇ ਤੇ 2024 ਟਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਵੈਸੇ ਮੈਨੂੰ ਲੱਗਦਾ ਤਾਂ ਹੈ ਕਿ ਵੀ ਹੋ ਸਕਦਾ ਉੱਪਰੋਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਖੜਗੇ ਸਾਹਿਬ ਕਹਿ ਦੇਣ ਵੀ ਯਾਰ ਤੁਸੀਂ ਪੰਜਾਬ ਦੇ ਵਿੱਚ ਵੀ ਜੋ ਮਰਜ਼ੀ ਬਿਆਨ ਦੇਈ ਜਾਓ, ਕੋਈ ਫਰਕ ਨਹੀਂ ਪੈਂਦਾ, ਬਾਹਰ ਨਹੀਂ ਕੁਛ ਵੀ ਗੱਲ ਕਰਨੀ ਹੈਗੀ, ਕਿਉਂਕਿ ਵੋਟਾਂ ਬਾਹਰ ਦੇ ਹਿਸਾਬ ਨਾਲ ਚੱਲਣੀਆਂ, ਇਕੱਲੀਆਂ ਪੰਜਾਬ ਦੀਆਂ ਸੀਟਾਂ ਦੇ ਹਿਸਾਬ ਨਾਲ ਥੋੜ੍ਹਾ ਸਰਕਾਰ 'ਚ ਹੀਰ-ਫੇਰ ਹੋਣਾ। ਨਹੀਂ, ਉਹਨਾਂ ਨੇ ਐਗਜ਼ਾਮਪਲ ਦੇ ਦੇਣੀ ਆ ਸਾਰੇ ਲੀਡਰਾਂ ਨੇ ਕਿ ਦੇਖੋ ਜਦੋਂ ਅਸੀਂ ਹਰਿਆਣੇ 'ਚ ਹੋਈਦਾ ਤੇ ਪਾਣੀ ਐ ਨੂੰ ਦੇਈਦਾ ਕਿ ਹਰਿਆਣੇ ਨੂੰ ਚਾਹੀਦਾ, ਪੰਜਾਬ 'ਚ ਹੋਈਦਾ ਤੇ ਕਹੀਦਾ ਪੰਜਾਬ ਪਾਣੀ ਦੇ ਨਹੀਂ ਸਕਦਾ, ਰਾਜਸਥਾਨ 'ਚ ਹੋਈਦਾ ਤੇ ਅਸੀਂ ਉਹਨਾਂ ਦੀ ਗੱਲ ਕਰੀਦੀ ਆ, ਦਿੱਲੀ 'ਚ ਹੋਈਦੇ ਤੇ ਉਹਨਾਂ ਦੀ ਗੱਲ ਕਰੀਦੀ ਆ, ਹਿਮਾਚਲ ਹੋਈਦਾ ਤੇ ਉਹਨਾਂ ਦਾ ਪੱਖ ਪੂਰੀਦਾ। ਦੇਖਦੇ ਆ ਕਿੰਨੀ ਕੁ ਗੱਲ ਸਮਝ ਆਉਂਦੀ ਹੈ, ਕਿੰਨੀ ਕੁ ਸਮਝ ਨਹੀਂ ਆਉਂਦੀ ਸੰਧਾਲੀਆ ਸਾਹਿਬ। ਪਰ ਉਧਰ ਆਪਾਂ ਥੋੜਾ ਜਿਹਾ ਜੇ ਤੁਸੀਂ ਆਗਿਆ ਦਿਓ ਤਾਂ ਮਣੀਪੁਰ ਵਾਲੇ ਪਾਸੇ ਫੇਰ ਜਾਣਾ ਹੈ, ਕਿਉਂਕਿ ਸਿਆਹੀ ਨਹੀਂ ਸੁੱਕ ਰਹੀ, ਨਿੱਤ ਦਿਹਾੜੇ ਖਬਰਾਂ ਨਵੀਆਂ ਆ ਰਹੀਆਂ। ਮੁੱਖ ਮੰਤਰੀ ਸਾਹਿਬ ਤੱਤੇ ਹੋਏ ਫਿਰਦੇ ਆ, ਬੀਰੇਨ ਸਿੰਘ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਮਣੀਪੁਰ ਵਾਲੇ, ਉਹ ਕਹਿੰਦੇ ਆ ਜੀ ਫਾਂਸੀ ਦੀ ਸਜ਼ਾ ਦਿਵਾਉਣੀ ਹੈ ਜਿਨ੍ਹਾਂ ਨੇ ਔਰਤਾਂ ਨੂੰ ਕੱਪੜੇ ਉਤਾਰਨ ਦੇ ਲਈ ਮਜਬੂਰ ਕੀਤਾ, ਗੈਂਗ ਰੇਪ ਹੋਇਆ। ਠੀਕ ਹੈ ਮੁੱਖ ਮੰਤਰੀ ਸਾਹਿਬ, ਗੱਲ ਤੁਹਾਡੀ ਮੰਨੀ, ਸੁਪਰੀਮ ਕੋਰਟ ਸਖਤ ਹੈ, ਕਾਰਵਾਈ ਹੋਣੀ ਹੈ, ਇਹ ਵੀ ਤੈਅ। 6 ਬੰਦੇ ਗ੍ਰਿਫਤਾਰ ਕੀਤੇ ਜਾ ਚੁੱਕੇ ਆ, ਇੱਕ ਉਹਨਾਂ ਦੇ ਵਿੱਚੋਂ ਨਾਬਾਲਗ ਹੈ, ਬਾਕੀਆਂ ਦਾ ਪੁਲਿਸ ਰਿਮਾਂਡ ਹਾਸਲ ਹੋ ਗਿਆ। ਹੁਣ ਸੰਧਾਲੀਆ ਸਾਹਿਬ ਇੱਕ ਪਾਸੇ ਤਾਂ ਇਹ ਘਟਨਾ ਸੀ, ਉਹ ਜਿਹੜੀਆਂ 3 ਔਰਤਾਂ ਨੂੰ ਨਿਰਵਸਤਰ ਕੀਤਾ ਗਿਆ, ਇੱਕ ਤੱਥ ਸਾਹਮਣੇ ਆਇਆ ਕਿ ਉਹਨਾਂ ਦੇ ਵਿੱਚੋਂ ਇੱਕ ਔਰਤ ਦਾ ਘਰ ਵਾਲਾ ਭਾਰਤੀ ਫੌਜ ਦੇ ਵਿੱਚ, ਤੇ ਉਹਨੇ ਇੱਕ ਬਿਆਨ ਦਿੱਤਾ, ਉਹ ਕਹਿੰਦਾ ਜੀ ਮੈਂ ਕਾਰਗਿਲ ਯੁੱਧ ਲੜਿਆ, ਕਾਰਗਿਲ ਯੁੱਧ। ਹੁਣ ਹੋ ਸਕਦਾ ਸੇਵਾ ਮੁਕਤ ਹੋ ਗਿਆ ਹੋਵੇ। ਉਹ ਕਹਿੰਦੇ ਜੀ ਮੈਂ ਕਾਰਗਿਲ ਯੁੱਧ ਲੜਿਆ, ਮੈਂ ਦੁਸ਼ਮਣ ਤਾਂ ਭਜਾਤੇ, ਦੇਸ਼ ਦੀ ਰੱਖਿਆ ਤਾਂ ਦੁਸ਼ਮਣ ਦੇ ਹੱਥੋਂ ਕੀਤੀ, ਪਰ ਆਪਣੀ ਮੈਂ ਘਰ ਵਾਲੀ ਦੀ ਰੱਖਿਆ ਆਪਣੇ ਹੀ ਵਤਨ ਦੇ ਵਿੱਚ ਨਹੀਂ ਕਰ ਸਕਿਆ। ਛੋਟੀ ਸਟੇਟਮੈਂਟ ਨਹੀਂ, ਵੱਡੀ ਸਟੇਟਮੈਂਟ ਹੈ। ਇਹ ਬੰਦਾ ਅੰਦਰੋਂ ਬੋਲਦਾ ਹੈ। ਹੁਣ ਇੱਥੋਂ ਤੱਕ ਹਾਲਾਤ ਕਿਉਂ ਪੁੱਜੇ, ਆਪਾਂ ਰੋਜ਼ ਰੌਲਾ ਪਾਉਂਦੇ ਹਾਂ, ਹਾਲ ਦੁਹਾਰੀ ਹਾਲ ਪਾ ਰਿਹਾ ਇਸ ਮੁੱਦੇ ਦੇ ਉੱਤੇ। ਪਰ ਹੁਣ ਜਿਹੜੀ ਇੱਕ ਨਵੀਂ ਜਾਣਕਾਰੀ ਆਈ ਹੈ, ਇਹ 4 ਮਈ ਦੀ ਘਟਨਾ ਹੈ, 4 ਮਈ ਦੀ, ਅੱਜ ਜੁਲਾਈ ਚੱਲਦਾ ਹੈ। ਜਿਸ ਦਿਨ ਇਹ ਘਟਨਾ ਇੱਕ ਥਾਣੇ ਤੋਂ 2 ਕਿਲੋਮੀਟਰ ਦੂਰੀ ਤੇ ਹੋਈ ਹੈ, ਪੁਲਿਸ ਦੀ ਹਾਜ਼ਰੀ ਦੇ ਵਿੱਚ ਹੋਈ ਹੈ, ਆਪਾਂ ਉਦੋਂ ਵੀ ਮੁੱਦਾ ਚੁੱਕਿਆ ਸੀ ਕਿ ਜੇ 18 ਮਈ ਨੂੰ ਇਹਦੀ FIR ਦਰਜ ਕੀਤੀ ਜਾ ਚੁੱਕੀ ਤੇ 2 ਮਹੀਨੇ ਕਾਰਵਾਈ ਕਿਉਂ ਨਾ ਹੋਈ। ਉਹ ਵੀ ਪੁਲਿਸ ਵਾਲਿਆਂ ਨੇ ਦੇਖਿਆ ਤੇ 16 ਦਿਨ ਉਸ FIR ਨੂੰ ਦਰਜ ਹੋਣ ਨੂੰ 14 ਦਿਨ ਲੱਗੇ ਕਿਉਂ। ਹੁਣ ਪਤਾ ਲੱਗਿਆ ਕਿ 4 ਮਈ ਨੂੰ ਹੀ ਜਿਸ ਥਾਂ ਦੇ ਉੱਤੇ ਇਹ ਘਟਨਾ ਘਟੀ ਸੀ ਉਹਦੇ ਤੋਂ ਠੀਕ 40 ਕਿਲੋਮੀਟਰ ਦੂਰ ਉਸੇ ਮਣੀਪੁਰ ਸੂਬੇ ਦੇ ਵਿੱਚ 2 ਔਰਤਾਂ ਦਾ ਇਸੇ ਤਰੀਕੇ ਭੀੜ ਵੱਲੋਂ ਕਤਲ ਕੀਤਾ ਗਿਆ। 40 ਕਿਲੋਮੀਟਰ ਦੂਰ ਹੋਇਆ ਕੀ, ਜਾਂਚ ਹੋਏਗੀ, ਅਦਾਲਤਾਂ ਨੇ ਤੈਅ ਕਰਨਾ ਹੈ, ਜਾਂਚ ਪੜਤਾਲ ਦੀਆਂ ਰਿਪੋਰਟਾਂ ਦੱਸਣਗੀਆਂ ਸੱਚ ਕਿੰਨਾ ਕੁ ਹੈ, ਪਰ FIR ਦਰਜ ਹੈ। 4 ਮਈ ਨੂੰ ਹੀ ਮਣੀਪੁਰ ਸੂਬੇ ਦੇ ਵਿੱਚ ਹੁੰਦਾ ਕੀ ਹੈ, ਗੈਰਾਜ ਦੇ ਵਿੱਚ 2 ਔਰਤਾਂ ਕੰਮ ਕਰਦੀਆਂ, ਜੌਬ ਕਰਦੀਆਂ, ਰੋਟੀ ਖਾਣੀ ਹੈ, ਢਿੱਡ ਰੋਟੀ ਖਾਣ ਨੂੰ ਮੰਗਦਾ ਹੈ। 200 ਬੰਦਿਆਂ ਦੀ ਭੀੜ ਆਉਂਦੀ ਹੈ ਜੋ ਮੁੱਢਲੀ ਜਾਣਕਾਰੀ ਹੈ, ਤੇ ਉਸ ਭੀੜ ਵੱਲੋਂ ਉਹਦੇ ਵਿੱਚ ਕੁਝ ਔਰਤਾਂ ਵੀ ਸੀ। ਇਹ ਅਹਿਮ ਤੱਥ ਹੈ ਇਸ ਮੁੱਦੇ ਦੇ ਉੱਤੇ। ਉਹ ਆਣ ਕੇ ਗੈਰਾਜ ਦੇ ਉੱਤੇ ਹਮਲਾ ਕਰਦੀਆਂ, ਬਾਕੀ ਜਗ੍ਹਾ ਵੀ ਹਮਲਾ ਕਰਦੀਆਂ ਹੋਣਗੀਆਂ, ਤੇ 2 ਔਰਤਾਂ ਨੂੰ ਬਾਹਰ ਕੱਢਿਆ ਜਾਂਦਾ। ਕਹਿੰਦੇ ਆ ਸੱਚ ਬਾਅਦ ਚ ਪਤਾ ਲੱਗੂਗਾ ਕਿ ਭੀੜ ਵਿਚਲੀਆਂ ਔਰਤਾਂ ਨੇ ਫਿਰ ਬੰਦਿਆਂ ਨੂੰ ਉਕਸਾਇਆ ਕਿ ਇਹਨਾਂ ਦੇ ਨਾਲ ਰੇਪ ਕੀਤਾ ਜਾਏ। ਫਿਰ ਬੰਦੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਲੈ ਕੇ ਜਾਂਦੇ ਆ, 1.5 ਘੰਟੇ ਬਾਅਦ ਉਹ ਬਾਹਰ ਨਿਕਲਦੀਆਂ, ਸਰੀਰ ਦੇ ਉੱਤੇ ਕੱਪੜਾ ਕੋਈ ਨਹੀਂ, ਲਹੂ ਲਹਾਨ ਬਾਲ ਉਹਨਾਂ ਦੇ ਕੱਟੇ ਹੋਏ ਸੀ, ਤੇ ਉਹਦੇ ਤੋਂ ਬਾਅਦ ਉੱਥੇ ਭੀੜ ਉਹਨਾਂ ਦਾ ਕਤਲ ਕਰ ਦਿੰਦੀ ਹੈ। ਇਹ 4 ਮਈ ਦੀ ਮੈਂ ਗੱਲ ਕਰ ਰਿਹਾ, ਉਸੇ ਮਣੀਪੁਰ ਸੂਬੇ ਦੀ। ਫਿਰ 16 ਤਰੀਕ ਤੋਂ ਲੈ ਕੇ 18 ਤਰੀਕ ਤੱਕ 14-15 ਦਿਨਾਂ ਦੇ ਬਾਅਦ ਇਸ ਕੇਸ ਦੀ ਵੀ FIR ਲਿਖੀ ਜਾਂਦੀ ਹੈ। ਅਜੇ ਤੱਕ ਉਹਨਾਂ ਦੋਨਾਂ ਔਰਤਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋ ਸਕੀਆਂ।
ਤੇ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ, ਨੇੜਲਿਆਂ ਨੂੰ ਪੁੱਛਿਆ ਕਿ ਤੁਸੀਂ 4 ਤਰੀਕ ਨੂੰ FIR ਦਰਜ ਕਿਉਂ ਨਹੀਂ ਕਰਾਈ, ਉਹ ਕਹਿੰਦੇ ਮਾਹੌਲ ਨਹੀਂ ਸੀ ਇਸ ਤਰੀਕੇ ਦਾ ਕਿ FIR ਦਰਜ ਕਰਾਈ ਜਾਂਦੀ। ਥੋੜਾ ਜਿਹਾ ਮਾਹੌਲ ਸ਼ਾਂਤ ਹੋਇਆ, ਸਾਨੂੰ ਲੱਗਿਆ ਕਿ ਅਸੀਂ ਬਾਹਰ ਨਿਕਲ ਸਕਦੇ ਹਾਂ, ਤੇ ਉਹਦੇ ਤੋਂ ਬਾਅਦ ਅਸੀਂ ਥਾਣੇ ਗਏ ਹਾਂ। ਹੁਣ ਸਵਾਲ ਸੰਧਾਲੀਆ ਸਾਹਿਬ ਫੇਰ ਇਹ ਪੈਦਾ ਹੁੰਦਾ, ਜੇ ਉਸੇ ਹੀ 4 ਮਈ ਨੂੰ ਮਣੀਪੁਰ ਦੀ ਧਰਤੀ ਤੇ ਪਹਿਲੀ ਘਟਨਾ ਵਾਲੀ ਥਾਂ ਤੋਂ 40 ਕਿਲੋਮੀਟਰ ਦੂਰ ਸੱਚੀ ਮੁੱਚੀ ਤੋਂ ਗੈਰਾਜ ਦੇ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਬਾਹਰ ਕੱਢਿਆ ਜਾਂਦਾ, ਕੁੱਟਿਆ ਜਾਂਦਾ, ਰੇਪ ਕੀਤਾ ਜਾਂਦਾ, ਨਿਰਵਸਤਰ ਕਰਕੇ ਮੁੜ ਕੇ ਉਹਨਾਂ ਨੂੰ ਕਤਲ ਕੀਤਾ ਜਾਂਦਾ, ਤੇ 14-15 ਦਿਨਾਂ ਦੇ ਬਾਅਦ ਉਹਨਾਂ ਦੀ FIR ਲਿਖੀ ਜਾਂਦੀ ਹੈ, ਪਰ 2 ਮਹੀਨੇ ਹੋ ਗਏ ਤੱਕ ਲਾਸ਼ਾਂ ਵੀ ਬਰਾਮਦ ਨਾ ਹੋਣ। ਗ੍ਰਿਫਤਾਰੀ ਤਾਂ ਬਹੁਤ ਦੂਰ ਦੀ ਗੱਲ ਹੈ। ਹੁਣ ਇਸ ਮਸਲੇ ਦੇ ਉੱਤੇ ਵੀ ਰੌਲਾ ਪੈ ਗਿਆ। ਹੁਣ ਤਾਂ ਮੈਨੂੰ ਐਂ ਵੀ ਲੱਗਦਾ ਕਿ ਸਮੁੱਚੇ ਮਣੀਪੁਰ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਜੋ ਕੁਝ ਚੱਲ ਰਿਹਾ ਹੈ, ਉਹਦੀ ਬੜੀ ਸੋਲਿਡ ਜਾਂਚ ਦੀ ਲੋੜ ਹੈ ਕਿ ਕਿੱਥੇ ਕਿੱਥੇ ਕਿਹਦੇ ਨਾਲ ਕੀ ਹੋਇਆ। ਇਹ ਤਾਂ 2 ਘਟਨਾਵਾਂ ਨੇ ਸਾਹਮਣੇ ਆ ਰਹੀਆਂ ਨੇ। ਉਸ ਗਰਾਜ ਦੇ ਕੋਲੇ ਇੱਕ ਚਸ਼ਮਦੀਦ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਜੇ FIR ਲਿਖੀ ਜਾ ਚੁੱਕੀ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਗੱਲ ਹੈ। ਸੰਧਾਲੀਆ ਸਾਹਿਬ, ਮਸਲਾ ਇਹ ਵੀ ਹੈ, ਠੀਕ ਹੈ, ਉਧਰ ਪੱਛਮੀ ਬੰਗਾਲ ਦੇ ਵਿੱਚ ਬੀਬੀ ਮਮਤਾ ਬੈਨਰਜੀ ਦਾ ਰਾਜ ਹੈ। ਉੱਥੇ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਸਾਹਿਬ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਆ ਦੇਖੋ 2 ਆਦੀਵਾਸੀ ਔਰਤਾਂ ਨੇ ਚੋਰੀ ਦੇ ਦੋਸ਼ ਦੇ ਵਿੱਚ ਉਹਨਾਂ ਦਾ ਕਟਾਪਾ ਕੱਢਿਆ ਗਿਆ। ਕੁਝ ਔਰਤਾਂ ਵੱਲੋਂ ਉਹਨਾਂ ਦੇ ਵੀ ਅੱਧੇ ਕੱਪੜੇ ਲਾਹ ਦਿੱਤੇ ਗਏ, ਉਹਨਾਂ ਨੂੰ ਸੜਕ ਤੇ ਘੁਮਾਇਆ ਗਿਆ। ਜੇ ਪੱਛਮੀ ਬੰਗਾਲ ਦੇ ਵਿੱਚ ਬੀਬੀ ਮਮਤਾ ਬੈਨਰਜੀ ਦੇ ਰਾਜ ਦੇ ਵਿੱਚ ਇਹ ਘਟਨਾ ਘਟੀ ਆ ਤਾਂ ਬਹੁਤ ਮੰਦਭਾਗੀ, ਜਿੰਨੀ ਨਿੰਦਾ ਹੋ ਸਕੇ ਉਨੀ ਕਰਨੀ ਚਾਹੀਦੀ ਹੈ। ਬੰਦੇ ਗ੍ਰਿਫਤਾਰ ਹੋਣੇ ਚਾਹੀਦੇ ਆ। ਪਰ ਪੱਛਮੀ ਬੰਗਾਲ ਵਾਲੀ ਘਟਨਾ ਦੇ ਨਾਲ ਮਣੀਪੁਰ ਵਾਲੀ ਘਟਨਾ ਦਾ ਸੇਕ ਨਹੀਂ ਘਟਦਾ, ਉਹ ਸੇਕ ਓਨਾ ਹੀ ਬਰਕਰਾਰ ਹੈ। ਅੱਜ ਅਸੀਂ ਇਸ ਚਸ਼ਮੇ ਦੇ ਵਿੱਚੋਂ, ਇਸ ਐਨਕ ਦੇ ਵਿੱਚੋਂ ਨਹੀਂ ਦੇਖ ਸਕਦੇ ਕਿ ਭਾਈ ਮਣੀਪੁਰ ਦੇ ਵਿੱਚ BJP ਦੀ ਸਰਕਾਰ ਹੈ ਤੇ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ। ਉਹ ਸਾਡਾ ਦੇਸ਼ ਹੈ ਭਾਈ, ਉਹ ਸਾਡੇ ਦੇਸ਼ ਦੇ ਸੂਬੇ ਨੇ, ਉਸ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕ ਸਾਡੇ ਆਪਣੇ ਨੇ, ਚਾਹੇ ਉਹ ਕਿਸੇ ਭਾਈਚਾਰੇ ਦੇ ਹੋਣ, ਚਾਹੇ ਕਿਸੇ ਸੂਬੇ ਦੇ ਹੋਣ, ਤੇ ਚਾਹੇ ਕਿਸੇ ਸਿਆਸੀ ਪਾਰਟੀ ਜਾਂ ਧਰਮ ਨਾਲ ਸੰਬੰਧ ਰੱਖਦੇ ਹੋਣ। ਰੌਲਾ ਤੇ ਇਸ ਗੱਲ ਦਾ ਕਿ ਜਿੰਨੀ ਦੇਰ ਸਾਡੀ ਐਨਕ ਲੋਕਾਂ ਨੂੰ ਵੰਡ ਕੇ ਦੇਖਣੋਂ ਨਹੀਂ ਹਟਦੀ, ਉਨੀ ਦੇਰ ਕਰਾਂਗੇ ਕੀ। ਸੰਧਾਲੀਆ ਸਾਹਿਬ, ਇਸ ਵੇਲੇ ਠੀਕ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਚੋਣਾਂ ਨੇ, ਸਾਡੀ ਲੀਡਰਸ਼ਿਪ ਦਾ ਧਿਆਨ ਉਧਰਲੇ ਪਾਸੇ ਹੈ, ਪਰ ਮਣੀਪੁਰ ਵਾਲਾ ਮੁੱਦਾ ਬਹੁਤ ਧਿਆਨ ਦੇ ਨਾਲ ਵਾਚਣ ਵਾਲਾ, ਵੇਖਣ ਵਾਲਾ, ਤੇ ਜਿੰਨੀ ਛੇਤੀ ਹੋ ਸਕਦਾ ਉੱਥੇ ਜਿਹੜੀ ਵੀ ਕਾਰਵਾਈ ਕਰਨ ਵਾਲੀ ਬਣਦੀ ਹੈ ਕਿ ਲੋਕਾਂ ਨੂੰ ਮਾੜਾ ਜਿਹਾ ਸੁੱਖ ਦਾ ਸਾਹ ਆਵੇ। ਆ ਜਿਹੜੀ ਜ਼ਿਆਦਤੀ 2023 ਦੇ ਵਿੱਚ ਜਿੱਥੋਂ ਵੀ ਕਿਤੋਂ ਹੋ ਰਹੀ ਹੈ ਉਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਇੱਕ ਚੀਜ਼ ਆਪਾਂ ਇਹਦੇ ਵਿੱਚ ਬੇਨਤੀ ਕਰੀਏ ਵੀ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਨਾ, ਮੈਨੂੰ ਲੱਗਦਾ ਹੁੰਦਾ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ, ਕਿਉਂਕਿ ਜਿਹੜੇ ਬੰਦਿਆਂ ਨੇ ਇਹ ਕੰਮ ਕਰਨਾ ਉਹਨਾਂ ਨੂੰ ਤੁਸੀਂ ਹਟਾ ਨਹੀਂ ਸਕਦੇ, ਉਹਨਾਂ ਦੀ ਉਹਦੇ ਪਿੱਛੇ ਮਨਸ਼ਾ ਕੀ ਆ, ਮੋਟਿਵ ਕੀ ਆ, ਉਹ ਤੇ ਪਤਾ ਨਹੀਂ। ਪਰ ਜਿਹੜਾ ਬੰਦਾ ਉਹਨਾਂ ਸਾਰੀਆਂ ਘਟਨਾਵਾਂ ਨੂੰ ਦੇਖਦਾ ਨਾ, ਉਹ ਇੱਕ ਤੋਂ ਬਾਅਦ ਦੂਸਰੇ ਥਾਂ ਤੋਂ ਉਹਦੀ ਪੁਸ਼ਟੀ ਜ਼ਰੂਰ ਕਰ ਲਿਆ ਕਰੋ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਕਈ ਪੁਰਾਣੀਆਂ ਵੀਡੀਓਜ਼, ਕਈ ਪੁਰਾਣੀਆਂ ਫੋਟੋਗ੍ਰਾਫਸ ਉਹਨਾਂ ਨੂੰ ਫੋਟੋਸ਼ਾਪ ਕਰਕੇ ਵੀ ਇੱਧਰ ਉੱਧਰ ਹੁਣ ਘੁਮਾਇਆ ਜਾ ਰਿਹਾ। ਤੇ ਖਾਸ ਕਰਕੇ ਆ ਜਿਹੜੀ ਘਟਨਾ ਜਿੱਥੋਂ ਇਹ ਗੱਲ ਜ਼ਿਆਦਾ ਸਾਹਮਣੇ ਆਈ ਸੀ ਵੀ ਉਹ 2 ਔਰਤਾਂ ਨੂੰ ਨਿਰਵਸਤਰ ਕਰਕੇ ਤੇ ਭੀੜ ਕਿਸ ਤਰ੍ਹਾਂ ਲਈ ਫਿਰਦੀ ਹੈ ਤੇ ਬਾਅਦ 'ਚ ਉਹਨਾਂ ਦਾ ਰੇਪ ਵੀ ਹੁੰਦਾ, ਉਹ ਟ੍ਰਿਗਰ ਵੀ ਇੱਕ ਅਫਵਾਹ ਤੋਂ ਹੋਈ ਸੀ। ਤੇ ਉਹਦੇ ਲਈ ਉਹ ਜਿਹੜੀ ਘਟਨਾ ਸੀ ਕੋਈ ਪੁਰਾਣੀ ਸੀ, ਉਸ ਪੁਰਾਣੀ ਘਟਨਾ ਦੀਆਂ ਫੋਟੋਆਂ, ਵੀਡੀਓਜ਼ ਨੂੰ ਚੱਕ ਕੇ ਤੇ ਕਿਵੇਂ ਮਣੀਪੁਰ ਦੇ ਵਿੱਚ ਉਹਨਾਂ 2 ਭਾਈਚਾਰਿਆਂ ਤੱਕ ਪਹੁੰਚਾਇਆ ਗਿਆ, ਜਿਹਦੇ ਵਿੱਚੋਂ ਇੱਕ ਭਾਈਚਾਰੇ ਨੂੰ ਲੱਗਿਆ ਵੀ ਸਾਡੇ ਨਾਲ ਇੱਦਾਂ ਹੋ ਗਿਆ, ਅੱਛਾ ਅਸੀਂ ਬਦਲਾ ਲੈਂਦੇ ਹਾਂ, ਜਦ ਕਿ ਇਹੋ ਜਿਹੀ ਗੱਲ ਹੈ ਕੋਈ ਨਹੀਂ ਸੀ। ਹੁਣ ਵੀ ਆ ਜਿੰਨੀਆਂ ਘਟਨਾਵਾਂ ਇੱਕ ਤੋਂ ਬਾਅਦ ਦੂਸਰੀ, ਦੂਸਰੀ ਤੋਂ ਬਾਅਦ ਤੀਸਰੀ ਸਾਹਮਣੇ ਆ ਰਹੀ ਹੈ, ਇਹਦੇ 'ਚ ਕਿਤੇ ਨਾ ਕਿਤੇ ਇੱਕ ਦੂਸਰੇ ਤੋਂ ਬਦਲਾ ਲੈਣ ਦੀ ਕਵਾਇਦ ਹੀ ਚੱਲ ਰਹੀ ਹੈ ਵੀ ਅੱਛਾ ਉਹਨਾਂ ਨੇ ਸਾਡੇ ਨਾਲ ਇੱਦਾਂ ਕੀਤਾ, ਆਪਾਂ ਹੁਣ ਇੱਦਾਂ ਕਰਾਂਗੇ। ਇਹਦੇ 'ਚ ਇੱਕ ਗੱਲ ਇਹ ਵੀ ਹੈ, ਆਪਾਂ ਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਸਾਡੀ ਸਿਆਸਤ ਇਹਦੇ 'ਚੋਂ ਮੌਕਾ ਭਾਲਦੀ ਹੁੰਦੀ ਕਿ ਮੌਕਾ ਪ੍ਰਸਤੀ ਦੇ ਹਿਸਾਬ ਨਾਲ ਆਪਾਂ ਦੇਖੀਏ ਵੀ ਕਿੱਥੇ ਅੱਗ ਲੱਗੀ ਉੱਥੇ ਰੋਟੀਆਂ ਚਾਰ ਸਿੱਕਦੀਆਂ ਤੇ ਸੇਕੋ। ਕਿਤੇ ਵੀ ਮਤਲਬ ਅੱਗ ਲੱਗ ਜੇ, ਤੁਸੀਂ ਦੇਖ ਲਓ ਕਿ ਜੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸੇ ਘਟਨਾ ਨੂੰ ਲੈ ਕੇ ਵੀ ਕਿਤੇ ਕੋਈ ਗੱਲ ਸਾਹਮਣੇ ਆਵੇ ਨਾ, ਉਹਨੂੰ ਆਪਣੇ ਹਿਸਾਬ ਨਾਲ ਵੀਡੀਓ ਨੂੰ ਪੇਸ਼ ਕਰਨਾ, ਉਹਦੇ 'ਤੇ ਬਿਆਨਬਾਜ਼ੀ ਦੇਣੀ, ਫਿਰ ਉਸ ਬਿਆਨਬਾਜ਼ੀ ਨੂੰ ਆਪਣੇ ਰੁਖ ਦੇ ਹਿਸਾਬ ਨਾਲ ਇੱਕ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਨੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਠੀਕ ਹੈ ਤੁਸੀਂ 4 ਵੋਟਾਂ ਲਈ ਤਾਂ ਕਰ ਸਕਦੇ ਹੋ, ਪਰ ਜੇ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਹੀ ਕੰਡੇ ਬੀਜਦੇ ਰਹੇ ਤੁਸੀਂ, ਤੇ ਕਦੀ ਨਾ ਕਦੀ ਇਹ ਅੱਗ, ਇਹ ਕੰਡੇ ਜਾਂ ਤਾਂ ਤੁਹਾਡੇ ਪੈਰ 'ਚ ਚੁਭਣਗੇ ਜਾਂ ਇਹ ਅੱਗ ਤੁਹਾਡੇ ਘਰ ਤੱਕ ਪਹੁੰਚੂਗੀ। ਇਸ ਚੀਜ਼ ਨੂੰ ਪਤਾ ਨਹੀਂ ਕਿਉਂ ਲੀਡਰਸ਼ਿਪ ਸਮਝ ਨਹੀਂ ਰਹੀ। ਜਿਹੜੀ ਹੁਣ ਪੱਛਮੀ ਬੰਗਾਲ ਵਾਲੀ ਘਟਨਾ, ਉਹ ਤੁਸੀਂ ਦੇਖੋ ਕਿ ਜਿੱਦਣ ਇਹ ਵੀਡੀਓ ਵਾਲਾ ਰੌਲਾ ਜ਼ਿਆਦਾ ਪੈਂਦਾ ਉਸ ਤੋਂ ਬਾਅਦ ਇਹ ਘਟਦੀ। ਹੁਣ ਉਹਦੇ 'ਤੇ ਵੀ 2 ਤਰ੍ਹਾਂ ਦੀ ਸਿਆਸਤ ਚੱਲਦੀ ਪਈ ਹੈ। ਕੁਛ ਲੋਕ ਇਹ ਕਹਿੰਦੇ ਆ ਵੀ ਕਿਉਂਕਿ ਉੱਥੇ BJP ਦੀ ਸਰਕਾਰ ਆ, ਉਹ ਰੌਲਾ ਪੈ ਗਿਆ, ਇਸ ਕਰਕੇ ਉਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਜਿਹੜੀ ਸੀ ਉਹਨੂੰ ਕਿਸੇ ਹੋਰ ਵਿਰੋਧੀ ਸਰਕਾਰ ਦੀ ਸਟੇਟ ਦੇ ਹੁੰਦਿਆਂ ਜਾਂ ਵਿਰੋਧੀ ਸਟੇਟ ਦੇ ਵਿੱਚ ਇੱਕ ਵਿਰੋਧੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਉੱਥੇ ਲਾਗ ਬਣਾਈ ਜਾਵੇ, ਤਾਂ ਕਰਕੇ ਇਹੋ ਜਿਹਾ ਕੁਛ ਕੀਤਾ ਹੋ ਸਕਦਾ ਇੱਕ ਡਿਬੇਟ ਦਾ ਵਿਸ਼ਾ। ਮੈਂ ਨਹੀਂ ਆਂਦਾ ਵੀ ਉਹ ਆਪਣੇ ਆਪ ਹੋਈ ਘਟਨਾ ਜਾਂ ਫਿਰ ਬਣਾਈ ਗਈ ਘਟਨਾ, ਪਰ ਗੱਲ ਇਹ ਆ ਵੀ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹੁੰਦੇ ਹਾਂ ਵੀ ਆਪਣੇ ਦੇਸ਼ ਦੀ ਸਿਆਸਤ ਲੀਕ ਮਟਾਉਣ ਵਾਲੇ ਪਾਸੇ ਨਹੀਂ, ਛੋਟੀ ਲੀਕ ਦੇ ਲਾਗੇ ਵੱਡੀ ਲੀਕ ਖਿੱਚਣ ਵਾਲੇ ਪਾਸੇ, ਤਾਂ ਜੋ ਲੋਕਾਂ ਦਾ ਧਿਆਨ ਹੋਰ ਪਾਸੇ ਵੰਡਿਆ ਜਾਵੇ, ਉਸ ਹਿਸਾਬ ਨਾਲ ਚੱਲਦੀ ਹੈ। ਪਰ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ
ਦੇਸ਼ ਨੂੰ ਕਿੱਥੇ ਲੈ ਕੇ ਜਾਣਗੀਆਂ ਇਸ ਪਾਸੇ ਕੋਈ ਨਹੀਂ ਸੋਚਦਾ। ਆਪਾਂ ਵਾਰ-ਵਾਰ ਬੇਨਤੀ ਕਰਦੇ ਹਾਂ ਵੀ ਇਹੋ ਜਿਹੀਆਂ ਘਟਨਾਵਾਂ 2023 'ਚ ਜੇ ਵਾਪਰ ਰਹੀਆਂ ਨੇ, ਦੁਨੀਆ ਨੂੰ ਤੁਸੀਂ ਅੰਦਾਜ਼ਾ ਲਾਓ ਵੀ ਕਿੱਥੇ ਪਹੁੰਚ ਰਿਹਾ ਦੇਸ਼। ਆਪਾਂ ਨੂੰ ਖਬਰਾਂ ਤਾਂ ਇਹ ਜਾਣੇ ਚਾਹੀਦੇ ਆ ਵੀ ਚੰਦਰਮਾ ਤੱਕ ਸਾਡੀ ਪਹੁੰਚ ਆ, ਮੰਗਲ ਗ੍ਰਹਿ ਤੱਕ ਸਾਡੀ ਪਹੁੰਚ ਆ, ਅਸੀਂ ਇੱਕ ਵੱਡੀ ਤਾਕਤ ਬਣ ਜਾ ਰਹੇ ਹਾਂ। ਅਮਰੀਕਾ ਨੂੰ ਅਸੀਂ ਅੱਖਾਂ ਵਿਖਾਉਂਦੇ ਹਾਂ, ਚਾਈਨਾ ਨੂੰ ਅੱਖਾਂ ਵਿਖਾਉਂਦੇ ਹਾਂ, ਪਰ ਜਦੋਂ ਉਹਨਾਂ ਦੇਸ਼ਾਂ ਤੱਕ, ਉਹਨਾਂ ਮੀਡੀਆ ਹਾਊਸਿਸ ਤੱਕ ਆਪਣੇ ਦੇਸ਼ ਤੋਂ ਇਹੋ ਜਿਹੀਆਂ ਖਬਰਾਂ ਪਹੁੰਚਦੀਆਂ ਨੇ ਤੇ ਫਿਰ ਉਹ ਲੋਕ ਇਹਨਾਂ ਨੂੰ ਕਿਵੇਂ ਵਰਤਦੇ ਹੋਣਗੇ, ਇਸ ਪੁਆਇੰਟ ਆਫ ਵਿਊ ਤੋਂ ਜ਼ਰੂਰ ਸੋਚਿਆ ਜਾਵੇ। ਕਿਉਂਕਿ ਜਿਹੜੇ ਬੰਦੇ ਲੀਡਰ ਨੇ ਨਾ ਵਾਰ ਸਾਹਿਬ, ਮੈਂ ਤਾਂ ਕਈ ਵਾਰ ਸੋਚਦਾ ਹੁੰਦਾ ਵੀ ਜਿਹੜੇ ਬੰਦੇ ਨੇ ਸਿਆਸਤ ਕਰਨੀ ਯਾਰ, ਸਿਆਸਤਦਾਨਾਂ ਦੇ ਘਰਾਂ 'ਚ ਹੀ ਗਾਂ ਨਿਆਣੇ ਜੰਮਣੇ ਆ ਤੇ ਉਹਨਾਂ ਨੇ ਗਾਂ ਲੀਡਰ ਰਹਿਣਾ। ਕੋਈ ਆਮ ਲੋਕਾਂ ਨੂੰ ਉਹਨਾਂ ਨੇ ਸਿਆਸਤ ਦੇ ਵਿੱਚ ਧਿਆਨ ਨਹੀਂ ਦੇਣਾ। ਘੱਟੋ ਘੱਟ ਉਹਨੂੰ ਸਾਫ਼ ਸੁਥਰੀ ਕਰ ਲਓ ਯਾਰ, ਕੀ ਫਰਕ ਪੈਣ ਡਿਆ? ਬਹੁਤ ਜ਼ਰੂਰੀ ਹੈ ਜੀ। ਉਹਨਾਂ ਨੂੰ ਫਰਕ ਪਵੇ ਨਾ ਪਵੇ, ਸੰਧਾਲੀਆ ਸਾਹਿਬ ਸਾਨੂੰ ਪੈਂਦਾ, ਆਮ ਲੋਕਾਂ ਨੂੰ ਪੈਂਦਾ। ਉਹਨਾਂ ਦੀ ਇੱਕ ਦਿਮਾਗ ਦੇ ਵਿੱਚੋਂ ਚੱਲੀ ਗਲਤ ਚੀਜ਼ ਸਾਨੂੰ ਤਬਾਹ ਕਰ ਦਿੰਦੀ ਹੈ, ਇੱਕ ਚੱਜ ਦੀ ਸੋਚ ਦੇਸ਼ ਨੂੰ ਬਣਾ ਦਿੰਦੀ ਹੈ। ਸੋ ਉਮੀਦ ਕਰਦੇ ਹਾਂ ਭਾਈ, ਵੱਡੀਆਂ ਘਟਨਾਵਾਂ ਨੇ, ਛੋਟੀਆਂ ਘਟਨਾਵਾਂ ਨਹੀਂ, ਇਤਿਹਾਸ ਦੇ ਵਿੱਚ ਇੱਕ ਕਾਲਾ ਅਧਿਆਇ ਹੋਏਗਾ ਇਹ, ਜਿਹੜਾ ਚੈਪਟਰ ਸਾਨੂੰ ਪੜ੍ਹਨਾ ਪਊਗਾ। ਅਸੀਂ ਮੂੰਹ ਫੇਰ ਕੇ ਪਰਲੇ ਪਾਸੇ ਨਹੀਂ ਨਿਕਲ ਸਕਦੇ। ਸੰਧਾਲੀਆ ਸਾਹਿਬ, ਉਮੀਦ ਕਰਦੇ ਹਾਂ ਕਿ ਥੋੜ੍ਹਾ ਜਿਹਾ ਠੰਡੀ ਹਵਾ ਦਾ ਬੁੱਲਾ ਮਣੀਪੁਰ ਵਾਲੇ ਪਾਸਿਓਂ ਆਵੇ। ਲੀਡਰ ਕੇਵਲ ਸਿਆਸਤ ਨਾ ਕਰਨ, ਉਹਨਾਂ ਦੇ ਅੰਦਰਲਾ ਮਨੁੱਖ ਮਾੜਾ ਮੋਟਾ ਜਾਗੇ, ਕਿਤੇ ਕੰਬਲ ਲਾਵੇ ਆਪਣੇ ਉੱਪਰੋਂ, ਮੂੰਹ ਦੇ ਉੱਤੇ ਮਾਰਨ, ਅੱਖਾਂ ਦੇ ਵਿੱਚ ਪਾਣੀ ਦੇ ਛਿੱਟੇ, ਗੱਲ ਫੇਰ ਬਣਦੀ ਹੈ। ਪਿਛਲੇ ਦਿਨੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ ਸੀ 7ਵੀਂ ਵਾਰ ਪੈਰੋਲ ਮਿਲੀ 30 ਦਿਨ ਦੀ। ਬਾਗਪਤ ਆਸ਼ਰਮ ਯੂਪੀ ਰਹਿਣਾ ਹੈ। ਬੜਾ ਰੌਲਾ ਪਿਆ, ਚਰਚਾ ਚੱਲੀ। SGPC ਵਾਲੇ ਨੇ ਕਹਿਣਾ, ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਕਹਿਣਾ ਕਿ ਭਾਈ ਸਾਡੇ ਬੰਦੇ ਤਾਂ ਛੱਡਦੇ ਨਹੀਂ, ਜਿਹੜੇ ਬੰਦੀ ਸਿੰਘ ਨੇ ਜੇਲ੍ਹਾਂ ਦੇ ਵਿੱਚ, ਪੈਰੋਲ ਵੀ ਨਹੀਂ ਮਿਲਦੀ, ਬੜੀ ਛੇਤੀ ਪੈਰੋਲ ਮਿਲਦੀ ਹੈ। ਬੇਗਾਨਗੀ ਦੀ ਭਾਵਨਾ ਸ਼ਬਦ ਵੀ ਵਰਤਿਆ ਗਿਆ ਸੀ। ਹਰਿਆਣਾ ਸਰਕਾਰ ਦੇ ਉੱਤੇ ਉਂਗਲਾਂ ਚੱਕੀਆਂ। ਹੁਣ ਮਨੋਹਰ ਲਾਲ ਖੱਟਰ ਸਾਹਿਬ ਚੀਫ ਮਿਨਿਸਟਰ ਨੇ ਹਰਿਆਣੇ ਦੇ, ਉਹ ਸਾਹਮਣੇ ਆਏ। ਉਹ ਕਹਿੰਦੇ ਜੀ ਪਹਿਲੀ ਗੱਲ ਇਹ ਕਿ ਜੋ ਕੁਝ ਹੋ ਰਿਹਾ ਕਾਨੂੰਨ ਦੇ ਮੁਤਾਬਕ ਹੋ ਰਿਹਾ, ਜਾਣੀ ਕਿ ਜੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਰਹੀ ਹੈ ਜੇਲ੍ਹ ਦੇ ਵਿੱਚ, ਉਹ ਕਹਿੰਦੇ ਕਾਨੂੰਨ ਮੁਤਾਬਕ ਮਿਲ ਰਹੀ ਹੈ। ਉਹਦੇ 4 ਰੀਜ਼ਨ ਦੱਸੇ ਉਹਨਾਂ ਨੇ। ਉਹ ਕਹਿੰਦੇ ਅਸੀਂ ਬਿਲਕੁਲ ਫੇਵਰ ਨਹੀਂ ਕਰ ਰਹੇ। ਗੁਰਮੀਤ ਰਾਮ ਰਹੀਮ ਨੇ ਗੁਨਾਹ ਕੀਤਾ, ਅਦਾਲਤ ਨੇ ਸਜ਼ਾ ਦਿੱਤੀ, ਉਹ ਕੈਦੀ ਹੈ, ਉਹਦੇ ਨਾਲ ਕੈਦੀਆਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ। ਦੂਸਰਾ, ਉਹ ਕਹਿੰਦੇ ਜੇਲ੍ਹ ਦੇ ਵਿੱਚ ਜਿਹੜਾ ਬੰਦਾ ਇੱਕ ਵਾਰੀ ਜਾਂਦਾ ਹੈ, ਉਹਦੇ ਲਈ ਇੱਕ ਕਾਨੂੰਨ ਹੈ ਕਿ ਪਹਿਲੇ 2 ਸਾਲ ਉਹਨੂੰ ਪੈਰੋਲ ਨਹੀਂ ਮਿਲਣੀ, ਉਹਦੇ ਤੋਂ ਬਾਅਦ ਮਿਲਣੀ। ਉਹ ਕਹਿੰਦੇ ਅੱਜ ਤੱਕ ਅਸੀਂ ਗੁਰਮੀਤ ਰਾਮ ਰਹੀਮ ਦੀ ਸਜ਼ਾ ਘਟਾਉਣ ਦੇ ਬਾਬਤ ਸਰਕਾਰ ਵੱਲੋਂ ਕਦੇ ਨਹੀਂ ਕਿਹਾ ਕਿ ਇਹਦੀ ਸਜ਼ਾ ਘਟਾਓ, ਬਿਲਕੁਲ ਨਹੀਂ। ਕਹਿੰਦੇ ਕਿਤੋਂ ਰਿਕਾਰਡ ਕੱਢ ਕੇ ਦਿਖਾ ਦਿਓ, ਜਿੰਨੀ ਸਜ਼ਾ ਅਦਾਲਤ ਨੇ ਦੇਤੀ ਮਨਜ਼ੂਰ। ਦੂਸਰਾ, ਉਹ ਕਹਿੰਦੇ ਜਦੋਂ ਇਹਨੂੰ ਪੈਰੋਲ ਮਿਲਣੀ ਹੁੰਦੀ ਹੈ, ਸਾਡੇ ਤੋਂ ਪੁੱਛਿਆ ਜਾਂਦਾ ਹੈ ਹਰ ਵਾਰੀ, ਕਹਿੰਦੇ ਜੀ ਬੇਨਤੀ ਕਰਦਾ ਗੁਰਮੀਤ ਰਾਮ ਰਹੀਮ ਕਿ ਮੈਨੂੰ ਡੇਰਾ ਸਿਰਸਾ ਜਾਣ ਦਿਓ। ਕਹਿੰਦੇ ਅਸੀਂ ਉਸੇ ਵੇਲੇ ਮਨਾ ਕਰੀਦਾ ਕਿ ਨਹੀਂ, ਬਿਲਕੁਲ ਨਹੀਂ, ਇਸ ਬੰਦੇ ਨੂੰ ਡੇਰਾ ਸਿਰਸਾ ਜਾਣ ਦੇਣਾ। ਪਰ ਜਦੋਂ ਉਹ ਕਹਿੰਦੇ ਬਾਗਪਤ ਆਸ਼ਰਮ ਦਾ ਲਿਖ ਦਿੰਦਾ ਤਾਂ ਯੂਪੀ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ, ਉਹ ਹਾਂ ਕਰਦੇ ਹੋਣਗੇ ਕਿ ਭਾਈ ਆ ਲੈਣ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ, ਤਾਂ ਜਾਂਦੇ। ਤੀਸਰਾ, ਉਹ ਕਹਿੰਦੇ 2 ਸਾਲ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ ਕੋਈ ਪੈਰੋਲ ਨਹੀਂ ਮਿਲੀ ਤੇ ਅਸੀਂ ਨਹੀਂ ਕਹਿੰਦੇ ਇਹ ਕਾਨੂੰਨ ਬਣਾਇਆ, ਸਾਡੀ ਤਾਂ ਸਰਕਾਰ ਹੀ ਬਾਅਦ ਚ ਆਈ ਹੈ, ਕਾਨੂੰਨ ਪਹਿਲਾਂ ਦੇ ਬਣੇ ਹੋਏ ਆ। ਜਾਂ ਤਾਂ ਕਹੋ ਕਿ ਅਸੀਂ ਕੋਈ ਕਾਨੂੰਨ ਨਵਾਂ ਬਣਾ ਦਿੱਤਾ, ਜਾਣੀ ਕਿ ਇੱਕ ਤੋਂ ਬਾਅਦ ਇੱਕ ਕਈ ਐਸੀਆਂ ਗੱਲਾਂ ਤਰਕ ਦੇਣ ਦੀ ਕੋਸ਼ਿਸ਼ ਕੀਤੀ ਹੈ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੇ, ਜਿਹਦੇ ਨਾਲ ਕਿ ਉਹ ਇਸ ਇਲਜ਼ਾਮ ਤੋਂ ਥੋੜਾ ਜਿਹਾ ਪਰਾਂ ਹੋ ਸਕਣ ਕਿ ਭਾਈ ਹਰਿਆਣਾ ਸਰਕਾਰ ਥੋੜੀ ਜਿਹੀ ਨਰਮੀ ਵਰਤ ਰਹੀ ਹੈ, ਥੋੜੀ ਜਿਹੀ ਢਿੱਲ ਵਰਤ ਰਹੀ ਹੈ ਤੇ ਉਹਨਾਂ ਨੂੰ ਬੜੀ ਛੇਤੀ ਪੈਰੋਲ ਮਿਲ ਰਹੀ ਹੈ। ਚਲੋ ਜੇ ਮੰਨ ਲਓ ਖੱਟਰ ਸਾਹਿਬ ਇੰਨੀਆਂ ਦਲੀਲਾਂ ਦਿੰਦੇ ਨੇ ਤੇ ਆਪਾਂ ਉਹਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੋ ਜਾਂਦੇ ਹਾਂ। ਹਾਲਾਂਕਿ ਜੋ ਸਰਕਮਸਟਾਂਸਿਸ ਦੱਸਦੇ ਨੇ ਕਿ ਵੀ ਅੱਗੇ ਤਾਂ ਕਦੀ ਕੋਈ ਸੁਣਿਆ ਨਹੀਂ ਵੀ ਹਾਂ ਬੰਦਾ 1.5-2 ਮਹੀਨੇ ਅੰਦਰ ਹੋਵੇ, ਉਦੋਂ ਬਾਅਦ ਫਿਰ 1.5 ਮਹੀਨਾ ਬਾਹਰ ਹੋਵੇ, ਫਿਰ 1.5 ਮਹੀਨਾ ਅੰਦਰ ਹੋਵੇ, ਫਿਰ 1.5 ਮਹੀਨਾ ਬਾਹਰ ਹੋਵੇ, ਵੀ ਇੱਦਾਂ ਦੀ ਸਜ਼ਾ ਜੇ ਕੋਈ ਪਹਿਲਾਂ ਭਾਰਤ ਦੇ ਇਤਿਹਾਸ ਦੇ ਵਿੱਚ ਜਾਂ ਹੋਰ ਨਾਲੋਂ ਨਾਲ ਚੱਲਦਿਆਂ ਕਦੀ ਕਿਸੇ ਨੂੰ ਮਿਲੀ ਆ ਤੇ ਜ਼ਰੂਰ ਮੈਂ ਨਾ ਵੀ ਉਹ ਵੀ ਦੱਸ ਦਿਆ ਕਰਨ ਵੀ ਹਾਂ ਲਓ ਜੀ ਫਲਾਨਿਆਂ ਨੂੰ ਵੀ ਤੇ ਮਿਲ ਰਹੀ, ਉਹਦੇ ਵਿੱਚ ਇਹਨੂੰ ਮਿਲ ਰਹੀ। ਪਰ ਵੈਸੇ ਇੱਕ ਗੱਲ ਸੋਚਣ ਵਾਲੀ ਹੈ, ਤੁਸੀਂ ਦੇਖੋ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਸੀ, ਬੜਾ ਦਬਦਬਾ ਸੀ ਉਸ ਬੰਦੇ ਦਾ, ਉਦੋਂ ਪੰਜਾਬ ਦੇ ਸਿਆਸਤਦਾਨਾਂ ਨੂੰ ਲੱਗਦਾ ਸੀ ਵੀ ਇਹਦੇ 'ਚੋਂ ਵੋਟਾਂ ਨਿਕਲਦੀਆਂ ਤੇ ਆਪਾਂ ਇਸ ਹਿਸਾਬ ਦਾ ਕੁਛ ਰੱਖੀਏ। ਫਿਰ ਜਦੋਂ ਅੱਗ ਨਾਲ ਹੱਥ ਸੜੇ, ਫਿਰ ਹੌਲੀ ਹੌਲੀ ਵੇਖਿਆ ਵੀ ਨਹੀਂ ਯਾਰ ਇਸ ਰਾਹ ਨਹੀਂ ਜਾਣਾ। ਫਿਰ ਪੰਜਾਬ ਦੇ ਵਿੱਚੋਂ ਹੌਲੀ ਹੌਲੀ ਕੰਮ ਬੰਦ ਹੋਇਆ ਵੀ ਨਹੀਂ ਵੀਰ ਇੱਧਰ ਨਹੀਂ ਆਉਣਾ, ਤੂੰ ਆਸੇ ਪਾਸੇ ਆਪਣਾ ਜੋ ਮਰਜ਼ੀ ਕਰੀ ਯਾਰ। ਹਰਿਆਣੇ ਵਾਲਿਆਂ ਨੂੰ ਬੜਾ ਚਾਅ ਚੜਿਆ ਵੀ ਅੱਛਾ ਯਾਰ ਇੱਦਾਂ ਵੋਟਾਂ ਲੱਭ ਜਾਂਦੀਆਂ, ਆਪਾਂ ਫਿਰ ਇੱਦਾਂ ਕਰ ਲੈਂਦੇ, ਕਿਉਂਕਿ ਅੱਜ ਕੱਲ੍ਹ ਇਹ ਵੀ ਕੰਮ ਚੱਲ ਪਿਆ ਨਾ ਵੀ ਡੇਰਿਆਂ ਦੇ ਹਿਸਾਬ ਨਾਲ ਆਪਾਂ ਵੋਟਾਂ ਲੈ ਲਈਏ। ਉਹਨਾਂ ਨੇ ਕਰਕੇ ਦੇਖਿਆ, ਵੋਟਾਂ 1-2 ਵਾਰ ਮਿਲੀਆਂ ਵੀ ਠੀਕ ਲੱਗਾ, ਪਰ ਜਦੋਂ ਇਹ ਸਜ਼ਾ ਵਾਲਾ ਕੰਮ ਹੋਣਾ ਸੀ ਉਦੋਂ ਜੋ ਕੁਛ ਹਰਿਆਣੇ, ਜੋ ਕੁਛ ਪੰਚਕੂਲੇ ਹੋਇਆ, ਜੋ ਕੁਛ ਸਿਰਸੇ ਹੋਇਆ, ਉਹ ਵੀ ਉਹਨਾਂ ਨੇ ਦੇਖ ਲਿਆ। ਹੋ ਸਕਦਾ ਖੱਟਰ ਸਾਹਿਬ ਨੂੰ ਵੀ ਸਮਝ ਆ ਗਈ ਹੋਵੇ ਵੀ ਉਹ ਯਾਰ ਇਹਦੇ ਪੰਜਾਬ ਵਾਲਿਆਂ ਨੇ ਹੱਥ ਸਾੜੇ ਸੀ, ਹੱਥ ਤੇ ਮੇਰੇ ਵੀ ਸੜੇ ਆ। ਅੱਜ ਕੱਲ੍ਹ ਉਹੀ ਚਾਹ ਹੋ ਸਕਦਾ ਵੀ ਯੋਗੀ ਸਾਹਿਬ ਨੂੰ ਯੂਪੀ 'ਚ ਹੋਵੇ ਵੀ ਹਾਂ ਯਾਰ ਇਹਦੇ 'ਚ ਕੁਛ ਨਾ ਕੁਛ ਹੈਗਾ, 4 ਵੋਟਾਂ ਲੱਭਦੀਆਂ ਨੇ।
ਇਹ ਕੱਲ ਨੂੰ ਮੈਂ ਨਹੀਂ ਆਂਦਾ ਵੀ ਇਹੋ ਜਿਹਾ ਕੁਝ ਹੋ ਜੂ, ਕੱਲ ਨੂੰ ਉਹਨਾਂ ਦੇ ਹੱਥ ਵੀ ਸਾੜਨਗੇ, ਆਪੇ ਉਹ ਵੀ ਹਾੜੀ ਹੋਏ ਹਟ ਜਾਣਗੇ ਵੀ ਨਹੀਂ ਯਾਰ ਅਸੀਂ ਨਹੀਂ ਇਸ ਪਾਸੇ ਜਾਂਦੇ। ਮਤਲਬ ਤੇ ਉਹੀ ਹੈ ਨਾ ਜਿਹੜੀ ਬੇਨਤੀ ਮੈਂ ਹੁਣੇ ਕਰਕੇ ਡਿਆ। ਇਹ ਜਿਹੜੀ ਸਿਆਸਤ ਆ ਇਹ ਸਾਨੂੰ ਲੈ ਕੇ ਕਿੱਥੇ ਜਾਊਗੀ? ਜੇ ਤੁਸੀਂ ਆਪਾਂ ਪੰਜਾਬ ਦੀ ਗੱਲ ਹੀ ਕਰ ਲਈ ਹੁਣ, ਚਾਹੇ ਉਹ ਘਟਨਾ 2007 ਦੀ ਹੈ ਜਿੱਥੋਂ ਇਹ ਰੇੜਕਾ ਪੈਂਦਾ, ਤੇ ਅੱਜ 2023 ਚੱਲਦਾ ਪਿਆ, ਕੀ ਉਹ ਕੜਤਨ ਘਟ ਗਈ ਪੰਜਾਬ ਦੇ ਵਿੱਚ? ਕਿੰਨੇ ਦਹਾਕੇ ਲੰਘ ਗਏ, ਕਿਤੇ ਕਈਆਂ ਮਾਵਾਂ ਦੇ ਪੁੱਤ ਜਿਹੜੇ ਵੀ ਉਹ ਸਾਰੇ ਕੁਝ ਦੀ ਭੇਟ ਚੜ੍ਹ ਗਏ, ਕਈਆਂ ਦੇ ਘਰ ਜੁੜ ਗਏ, ਕਈਆਂ ਦੇ ਉੱਪਰ ਅਜੇ ਵੀ ਕੇਸ ਚੱਲਦੇ ਹੋਣੇ ਆ, ਕਈ ਨਫ਼ਰਤਾਂ ਹੋ ਸਕਦਾ ਐਸੀਆਂ ਪੈ ਗਈਆਂ ਹੁਣ ਜਿਹੜੀਆਂ ਦੂਰ ਹੋ ਹੀ ਨਹੀਂ ਸਕਦੀਆਂ। ਪਰ ਇਹ ਸਾਰਾ ਕੁਝ ਕੀਤਾ ਕਰਾਇਆ ਕਿੱਥੋਂ? ਅਖੀਰ ਤੇ ਸਿਆਸਤ ਨੇ ਕੀਤਾ। ਘੁੰਮਦਿਆਂ ਘੁਮਾਉਂਦਿਆਂ ਗੱਲ ਤੇ ਇਹੋ ਚੱਲਦੀ ਵੀ ਸਿਆਸਤ ਕਾਹਦੇ ਲਈ ਕਰਨੀ? ਕੁਰਸੀ ਲਈ, ਕਿਸੇ ਨੂੰ ਕੁਰਸੀ ਤੋਂ ਲਾਉਣ ਲਈ, ਕਿਸੇ ਨੇ ਕੁਰਸੀ ਤੇ ਬਹਿਣ ਦੇ ਲਈ। ਪਰ ਉਹ ਕੁਰਸੀਆਂ ਵੀ ਉੱਥੇ ਨੇ, ਬੰਦੇ ਵੀ ਉੱਥੇ ਨੇ, ਵੋਟਰ ਵੀ ਉੱਥੇ ਨੇ, ਪੰਜਾਬ ਵੀ ਉੱਥੇ ਆ, ਆਲਾ ਦੁਆਲਾ ਵੀ ਉੱਥੇ ਆ, ਪਰ ਉਹਦੇ ਨਾਲ ਨਾਲ ਇੱਕ ਅੱਗ ਆ, ਇੱਕ ਨਫ਼ਰਤ ਆ। ਤੇ ਜੇ ਉਹ ਬੀਜ ਆਪਾਂ ਬੀਜ ਕੇ ਰੱਖਣਾ ਤੇ ਫਿਰ ਦੇਖ ਲਓ ਅੱਜ ਨਹੀਂ ਤੇ ਕੱਲ੍ਹ ਉਹ ਫੁੱਟਣਾ ਵੀ ਆ। ਜਦੋਂ ਫੁੱਟੂਗਾ ਤੇ ਫਿਰ ਕੱਲ੍ਹ ਨੂੰ ਫਸਲ ਵੀ ਬਣੂਗਾ। ਜੇ ਫਸਲ ਬਣਿਆ ਤੇ ਫਿਰ ਵੱਢਣੀ ਵੀ ਉਹਨਾਂ ਨੂੰ ਪੈਣੀ ਇਹਨਾਂ ਨੇ ਜਿਹਨਾਂ ਨੇ ਬੀਜੀ ਹੋਊਗੀ। ਤਾਂ ਆਪਾਂ ਤੇ ਤਾਂ ਬੇਨਤੀ ਕਰਦੇ ਹਾਂ ਵੀ ਜੇ ਆਪਾਂ ਉਹ ਕੰਮ ਕਰ ਲਈਏ ਜਿਹਦੇ ਵਿੱਚ ਆਪਣਾ ਭਲਾ ਹੋਵੇਗਾ, ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਹੋਵੇ, ਫਿਰ ਕਿਹੜਾ ਸਿਆਸਤ ਹੁੰਦੀ ਨਹੀਂ। ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ। ਤੇ ਉਧਰਲੇ ਪਾਸੇ ਗੁਰਬਾਣੀ ਪ੍ਰਸਾਰਣ ਵਾਲਾ ਜਿਹੜਾ ਮਸਲਾ ਉਹ ਜਿਉਂ ਦਾ ਤਿਉਂ ਰੇੜਕਾ ਬਣਿਆ ਹੋਇਆ। ਹਾਲਾਂਕਿ ਗੁਰਬਾਣੀ ਸ਼ਬਦ ਦੇ ਨਾਲ ਰੇੜਕਾ ਸ਼ਬਦ ਜਦੋਂ ਵਰਤਣਾ ਪੈਂਦਾ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਅਜੀਬ ਸਥਿਤੀ ਹੈ, ਨਾ ਪੱਖੀ ਸਥਿਤੀ ਹੈ, ਪਰ ਆਪਣੇ ਸਾਰਿਆਂ ਦੇ ਸਾਹਮਣੇ ਆ। ਹੁਣ ਪ੍ਰਿੰਸੀਪਲ ਜਾਣੇ ਸੀ ਪੰਜਾਬ ਦੇ ਸਿੰਗਾਪੁਰ ਟ੍ਰੇਨਿੰਗ ਲੈਣ ਦੇ ਲਈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਉੱਥੇ ਪੁੱਜੇ, ਸੰਬੋਧਨ ਕੀਤਾ, ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਕਈ ਮੁੱਦੇ ਉੱਥੇ ਵਿਚਾਰੇ। ਉੱਥੇ ਪੱਤਰਕਾਰਾਂ ਨੇ ਸਵਾਲ ਕਰਨਾ ਸੀ ਕਰ ਦਿੱਤਾ ਤੇ ਮੁੱਖ ਮੰਤਰੀ ਹੋਰਾਂ ਨੇ ਉੱਥੇ ਕਈ ਗੱਲਾਂ ਕੀਤੀਆਂ। ਉਹ ਕਹਿੰਦੇ ਜੀ ਪਹਿਲੀ ਗੱਲ ਇਹ ਕਿ ਅਸੀਂ ਜਿਹੜਾ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸੋਧ ਕੀਤੀ 1925 ਵਾਲੇ 'ਚ, ਉਹਦੇ ਵਿੱਚ ਉਹ ਕਹਿੰਦੇ ਅਸੀਂ SGPC ਨੂੰ ਤਾਕਤ ਦਿੱਤੀ, SGPC ਨੂੰ ਕਮਜ਼ੋਰ ਨਹੀਂ ਕੀਤਾ, ਕੋਈ ਅਧਿਕਾਰ ਆਪਣੇ ਕੋਲ ਨਹੀਂ ਲਿਆ। ਅਸੀਂ ਤਾਂ ਉਹਨਾਂ ਨੂੰ ਸਿਰਫ ਇਹ ਕਿਹਾ ਸੀ ਕਿ ਤੁਸੀਂ ਪੰਜਾਬ ਸਰਕਾਰ ਨੂੰ ਸੇਵਾ ਦਾ ਮੌਕਾ ਦਿਓ, ਅਸੀਂ ਉੱਥੇ ਕੈਮਰੇ ਲਾ ਦਿੰਨੇ ਆ, ਅਸੀਂ ਉੱਥੇ ਬਾਕੀ ਸਾਰੇ ਯੰਤਰ ਲਾ ਦਿੰਨੇ ਆ, ਉਹਦੀ ਇੱਕ ਫੀਡ ਦਾ ਲਿੰਕ ਕ੍ਰੀਏਟ ਕਰ ਦਿੰਨੇ ਅੰਦਰੋਂ ਗੁਰਬਾਣੀ ਦਾ, ਤੇ ਉਸ ਲਿੰਕ ਨੂੰ ਜਿਹੜਾ ਚੈਨਲ ਚਾਹੇ ਉਹ ਚਲਾ ਸਕਦਾ ਹੈ। ਬਸ ਉਹਦੇ ਵਿੱਚ ਕੋਈ ਲਿਖਤੀ ਮਸ਼ਹੂਰੀ, ਕੋਈ ਵਿੱਚ ਮਸ਼ਹੂਰੀ ਨਹੀਂ ਦੇ ਸਕਦਾ। ਅੱਧਾ ਘੰਟਾ ਪਹਿਲਾਂ ਕੋਈ ਐਡਵਰਟਾਈਜ਼ਮੈਂਟ ਨਹੀਂ, ਅੱਧਾ ਘੰਟਾ ਬਾਅਦ ਕੋਈ ਐਡਵਰਟਾਈਜ਼ਮੈਂਟ ਨਹੀਂ। ਉਹ ਕਹਿੰਦੇ ਅਸੀਂ ਤਾਂ ਇਹ ਸੋਚਿਆ ਸੀ ਕਿ ਸਾਰਿਆਂ ਲਈ ਮੁਫਤ ਹੋਵੇ, ਫ੍ਰੀ ਟੂ 에ਅਰ ਹੋਵੇ, ਫ੍ਰੀ ਆਫ ਕਾਸਟ ਹੋਵੇ, ਕਿ ਕੋਈ ਕੀਮਤ ਨਾ ਉਹਨੂੰ ਚੈਨਲ ਨੂੰ ਦੇਣੀ ਪਵੇ, ਨਾ ਕਿਸੇ ਗੁਰਬਾਣੀ ਸਰਵਣ ਕਰਨ ਵਾਲੇ ਜਿਹੜੇ ਉਹਨਾਂ ਨੂੰ ਦੇਣੀ ਪਵੇ ਸੰਗਤ ਨੂੰ। ਉਹ ਕਹਿੰਦੇ ਅਸੀਂ ਤਾਂ ਕੁਛ ਨਹੀਂ ਸੀ ਕਰਨਾ, ਅਸੀਂ ਸਿਰਫ ਸੇਵਾ ਮੰਗਦੇ ਸੀ ਕਿ ਅਸੀਂ ਕੈਮਰੇ ਲਾ ਦਿੰਦੇ ਹਾਂ, ਤਕਨੀਕ ਦੇ ਦਿੰਦੇ ਹਾਂ, ਲਿੰਕ ਦੇ ਦਿਓ। ਉਹ ਕਹਿੰਦੇ ਅਜੇ ਵੀ ਅਸੀਂ ਕਹਿੰਦੇ ਹਾਂ ਕਿ 24 ਘੰਟਿਆਂ ਦੇ ਵਿੱਚ ਸਾਨੂੰ 24 ਘੰਟੇ ਪਹਿਲਾਂ SGPC ਹੁਕਮ ਦੇ ਦੇ, ਅਸੀਂ 24 ਘੰਟਿਆਂ ਦੇ ਵਿੱਚ ਉਹ ਸਾਰਾ ਸਿਸਟਮ ਸੈੱਟ ਕਰ ਦਿਆਂਗੇ। ਉਹ ਕਹਿੰਦੇ 1 ਹੀ ਘੰਟਾ ਲੱਗਦਾ ਵੈਸੇ। ਕਹਿੰਦੇ ਮੈਂ ਗੱਲ ਕਰ ਰਿਹਾ ਸਾਰੀ ਦੁਨੀਆ 'ਚ ਪਹੁੰਚ ਰਹੀ ਹੈ, ਅੱਧਾ ਪੌਣਾ ਘੰਟਾ ਲੱਗਦਾ, ਸਾਰਾ ਕੁਝ ਕ੍ਰੀਏਟ ਹੋ ਜਾਂਦਾ। ਕਹਿੰਦੇ ਗੱਲ ਹੀ ਕੋਈ ਨਹੀਂ, ਅਸੀਂ ਤਾਂ ਕਹਿੰਦੇ ਕੁਛ ਵੀ ਨਹੀਂ ਮੰਗਦੇ। ਬਾਕੀ ਉਹ ਕਹਿੰਦੇ ਜੀ ਦੇਖੋ ਇੱਕ ਗੱਲ ਸਾਬਤ ਹੋ ਗਈ, ਇਹ ਦੋਸ਼ ਲਾਇਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ। ਹਾਲਾਂਕਿ SGPC ਵਾਲੇ ਵੀ ਪ੍ਰਧਾਨ ਸਾਹਿਬ ਧਾਮੀ ਸਾਹਿਬ, ਗਰੇਵਾਲ ਸਾਹਿਬ ਜਨਰਲ ਸਕੱਤਰ, ਉਹ ਮਾਨ ਸਾਹਿਬ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਉਂਗਲਾਂ ਚੁੱਕਦੇ ਆ ਕਿ ਦਖਲਅੰਦਾਜ਼ੀ ਕਰ ਰਹੇ ਆ। ਪਰ ਹੁਣ ਭਗਵੰਤ ਮਾਨ ਹੋਰਾਂ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਆਖਰੀ ਮੌਕੇ ਦੇ ਉੱਤੇ ਜਾ ਕੇ ਇਹਨਾਂ ਨੇ ਉਸੇ ਹੀ ਇੱਕ ਨਿੱਜੀ ਚੈਨਲ ਨੂੰ ਫਿਰ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੇ ਦਿੱਤੇ, ਚਾਹੇ ਕਿਸੇ ਤਰੀਕੇ ਦਿੱਤੇ। ਉਹ ਕਹਿੰਦੇ ਜਥੇਦਾਰ ਸਾਹਿਬ ਦੀ ਚਿੱਠੀ ਸਾਰਿਆਂ ਤੁਸੀਂ ਪੜ੍ਹੀ ਹੋਣੀ ਹੈ। ਉਹਨਾਂ ਨੇ ਕਹਿੰਦੇ ਚਿੱਠੀ ਦੇ ਵਿੱਚ ਇਹ ਤਾਂ ਨਹੀਂ ਲਿਖਿਆ ਕਿ YouTube ਚੈਨਲ ਤੁਸੀਂ ਬਣਾਓ ਤੇ ਇਸ ਨਿੱਜੀ ਚੈਨਲ ਨੂੰ ਸੈਟੇਲਾਈਟ ਦੇ ਉੱਤੇ ਅਧਿਕਾਰ ਦਿਓ। ਕਹਿੰਦੇ ਬਿਲਕੁਲ ਨਹੀਂ। ਉਹਨਾਂ ਨੇ ਤਾਂ ਕਿਹਾ ਸੀ ਕਿ ਭਾਈ ਸੈਟੇਲਾਈਟ ਚੈਨਲਾਂ ਦੇ ਉੱਤੇ ਚੱਲਣਾ ਚਾਹੀਦਾ, ਤੇ ਉਹ ਕਹਿੰਦੇ ਮਿੰਟ ਇੱਕ ਨਹੀਂ ਲਾਇਆ ਤੇ SGPC ਨੇ ਕਹਿਤਾ ਕਿ ਉਸੇ ਚੈਨਲ ਨੂੰ ਹੀ ਦੇ ਦੇਣਾ ਆਪਾਂ। ਉਹ ਕਹਿੰਦੇ ਜੀ ਤੁਸੀਂ ਹੁਣ ਦੱਸੋ ਕਿ ਜਥੇਦਾਰ ਸਾਹਿਬ ਨੇ ਤਾਂ ਕਿਸੇ ਇੱਕ ਨਿੱਜੀ ਚੈਨਲ ਦਾ ਜ਼ਿਕਰ ਹੀ ਨਹੀਂ ਕੀਤਾ ਤੇ SGPC ਕਾਹਲੀ ਕਿਉਂ ਪਈ? ਉਹ ਕਹਿੰਦੇ ਜੀ ਅਜੇ ਵੀ ਇੱਕ ਪਰਿਵਾਰ ਨੂੰ ਲਾਭ ਪਹੁੰਚਾਉਣ ਦੇ ਲਈ SGPC ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਦਾਂ ਹੋਣਾ ਨਹੀਂ ਚਾਹੀਦਾ। ਕਈ ਸਵਾਲ ਉਹਨਾਂ ਨੇ ਖੜੇ ਕਰ ਦਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਉੱਤੇ। ਹੁਣ ਸੰਧਾਲੀਆ ਸਾਹਿਬ ਦੇਖਦੇ ਆ ਕਹਾਣੀ ਕਿੱਧਰ ਜਾਂਦੀ ਆ। ਰਾਜਪਾਲ ਸਾਹਿਬ ਤੇ ਵੀ ਗੱਲ ਉਹਨਾਂ ਨੇ ਕੀਤੀ। ਉਹ ਕਹਿੰਦੇ ਜੀ ਸਾਈਨ ਹੀ ਨਹੀਂ ਕਰਦੇ। ਕੈਪਟਨ ਸਾਹਿਬ ਦੀ ਸਰਕਾਰ ਸੀ, ਕਹਿੰਦੇ 2 ਵਾਰੀ ਸੈਸ਼ਨ ਸੱਦਿਆ, ਇਦਾਂ ਹੀ ਉਹ ਤਾਂ ਸੰਵਿਧਾਨਕ ਸੀ, ਸਾਡੇ ਵਾਲਾ ਸੈਸ਼ਨ ਗੈਰ ਸੰਵਿਧਾਨਕ ਹੋ ਗਿਆ। ਉਹ ਕਹਿੰਦੇ ਜੇ ਹੁਣ ਰਾਜਪਾਲ ਸਾਹਿਬ ਨੂੰ ਇਹੀ ਨਹੀਂ ਪਤਾ ਸੰਵਿਧਾਨਕ ਕੀ ਹੈ ਤੇ ਗੈਰ ਸੰਵਿਧਾਨਕ ਕੀ ਹੈ, ਫਿਰ ਤੁਸੀਂ ਦੱਸੋ ਹੁਣ ਆਖੀਏ ਕੀ? ਉਹ ਕਹਿੰਦੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਕਨਸਟੀਟਿਊਸ਼ਨ ਦੇ ਜਿਹੜੇ ਐਕਸਪਰਟ ਨੇ ਉਹਨਾਂ ਤੋਂ ਸਾਰਾ ਕੁਝ ਪੁੱਛ ਕੇ ਕੀਤਾ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਆ, ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੋਈ ਨਹੀਂ ਪਸੰਦ ਕਰਦਾ, ਪਰ ਇਸ ਮਸਲੇ ਨੂੰ ਹੁਣ ਲੈ ਕੇ ਕਿੱਥੇ ਜਾਣਾ? ਅੱਜ 24 ਜੁਲਾਈ ਤਾਂ ਆਈ ਲਓ, ਕੁਝ ਘੰਟੇ ਬਾਕੀ ਨੇ। ਹੁਣ 24 ਜੁਲਾਈ ਦੇ ਵਿੱਚ ਜਦੋਂ ਕੁਝ ਘੰਟੇ ਬਾਕੀ ਨੇ ਤੇ ਉਦੋਂ
ਇਹ ਰੇੜਕਾ ਕਿੱਥੇ ਕੁ ਜਾਂਦਾ, ਕਿੱਥੇ ਕੁ ਨਿਬੜਦਾ, ਕਦੋਂ ਕੁ ਨਿਬੜਦਾ, ਉਹ ਸਮਝੋ ਬਾਹਰ ਹੋ ਗਈ ਜੀ ਗੱਲ। ਵੈਸੇ ਆਪਾਂ ਕੱਲ ਥੋੜੀ ਜਿਹੀ ਗੱਲ ਕੀਤੀ ਸੀ ਕਿ ਵੀ ਇੱਕ ਪਾਸੇ SGPC ਹੈ, ਦੂਸਰੇ ਪਾਸੇ ਪੰਜਾਬ ਸਰਕਾਰ ਆ, ਪਰ ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਐਸੀਆਂ ਧਿਰਾਂ ਵੀ ਨੇ ਜਿਹੜੀਆਂ ਧਿਰਾਂ ਇਹਨੂੰ ਪਾਸਿਓਂ ਬੈਠ ਕੇ ਦੇਖਦੀਆਂ ਨੇ, ਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਐਸੀਆਂ ਨੇ ਜਿਹੜੀਆਂ ਕਿ ਪੰਥਕ ਰਾਜਨੀਤੀ ਕਰਦੀਆਂ ਨੇ, ਜਾਂ ਜਿਨ੍ਹਾਂ ਨੂੰ ਇਹ ਹੈ ਕਿ ਵੀ ਅਸੀਂ ਬਾਕੀ ਰਾਜਨੀਤੀ 'ਚੋਂ ਕੁਛ ਨਹੀਂ ਲੈਣਾ ਦੇਣਾ, ਪਰ ਹਾਂ ਗੁਰਦੁਆਰਾ ਪ੍ਰਬੰਧ ਜਿਹੜਾ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਆਪਾਂ ਉਹ ਜ਼ਰੂਰ ਲੜਦੀਆਂ। ਹੁਣ ਉਹਦੇ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਵੀ ਚਾਹਵਾਨ ਨੇ। ਵੈਸੇ ਤਾਂ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਵੀ ਜੇ ਮੈਂ ਜਿਉਂਦਾ ਰਿਹਾ ਤਾਂ ਅਗਲੀਆਂ ਇਲੈਕਸ਼ਨਾਂ ਮੈਂ ਲੜਨੀਆਂ, ਉਹ ਚਾਹੇ ਪੋਲੀਟੀਕਲ ਨੇ। ਪਰ ਜਦੋਂ ਇਸ ਮੁੱਦੇ 'ਤੇ ਉਹਨਾਂ ਨੂੰ ਪੁੱਛਿਆ ਵੀ ਮਹਾਰਾਜ ਤੁਸੀਂ ਕੀ ਕਹਿੰਦੇ ਹੋ ਜੀ ਵੀ ਗੁਰਬਾਣੀ ਪ੍ਰਸਾਰਨ ਦੇ ਮੁੱਦੇ 'ਤੇ, ਉਹਨਾਂ ਨੇ ਸਗੋਂ ਕੇਂਦਰ ਸਰਕਾਰ ਵਾਲੇ ਪਾਸੇ ਗੱਲ ਕਰ ਦਿੱਤੀ। ਉਹ ਕਹਿੰਦੇ ਕੇਂਦਰ ਸਰਕਾਰ ਨਾਲ ਅੱਟੀ ਸੱਟੀ ਹੋ ਗਈ ਆ, ਉਹਨਾਂ ਦੇ ਇਸ਼ਾਰੇ 'ਤੇ ਇਹ ਸਾਰਾ ਕੁਝ ਹੋ ਰਿਹਾ, ਉੱਦਾਂ ਥੋੜ੍ਹਾ ਸਾਰਾ ਕੁਝ ਇਹ ਕੀਤਾ ਜਾ ਸਕਦਾ। ਉਹ ਕਹਿੰਦੇ ਗਵਰਨਰ ਸਾਹਿਬ ਕੋਲੋਂ ਬ੍ਰੇਕਾਂ ਲਵਾਤੀਆਂ ਨੇ, ਦੂਸਰੇ ਪਾਸੇ ਉਹਨਾਂ ਨੂੰ ਪਤਾ ਵੀ ਹਾਂਜੀ ਉਹ ਪਰਿਵਾਰ ਨੂੰ ਜੇ ਬੈਨੀਫਿਟ ਦੇਣਾ ਤੇ ਇਸ ਕਰਕੇ ਜਿਹੜਾ ਪ੍ਰਸਾਰਨ ਉਹ ਵੀ ਉੱਧਰ ਜਾਣਾ ਚਾਹੀਦਾ। ਹੁਣ ਜਦੋਂ ਫੇਰ ਪੱਤਰਕਾਰ ਨੇ ਪੁੱਛ ਲਿਆ ਜੀ ਵੀ ਮਹਾਰਾਜ ਇਹਦੇ ਨਾਲ ਤੇ ਕੇਂਦਰ ਸਰਕਾਰ ਦਾ ਤੇ ਕੋਈ ਲੈਣਾ ਦੇਣਾ ਬਣਦਾ ਨਹੀਂ ਸਿੱਧਾ, ਉਹ ਕਹਿੰਦੇ ਬਣਦਾ ਕਿੱਦਾਂ ਨਹੀਂ, 11-12 ਸਾਲ ਹੋ ਗਏ SGPC ਦੀਆਂ ਇਲੈਕਸ਼ਨਾਂ ਨਹੀਂ ਹੋਈਆਂ ਤੇ ਉਹ ਕੇਂਦਰ ਸਰਕਾਰ ਕਰਵਾ ਨਹੀਂ ਰਹੀ, ਹੁਣ ਵੀ ਬਾਕੀ ਧਿਰਾਂ ਨੂੰ ਪਾਸੇ ਰੱਖਿਆ ਜਾ ਰਿਹਾ, ਤੇ ਇਹ ਜੇ ਉਹ ਨਹੀਂ ਕਰਵਾ ਰਹੇ ਤੇ ਹੋਰ ਕੌਣ ਕਰਵਾ ਰਿਹਾ, ਕਿ ਤੁਸੀਂ ਦੱਸ ਦਿਓ। ਹੁਣ ਗੱਲ ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਵੀ ਸਹੀ ਲੱਗਦੀ ਹੈ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ। ਮਾਨ ਸਾਹਿਬ ਕਿਉਂਕਿ ਹਮੇਸ਼ਾ ਵੱਖਰੇ ਤਰ੍ਹਾਂ ਦੇ ਵਿਚਾਰ ਦਿੰਦੇ ਆ, ਉਹਨਾਂ ਨੇ ਆਪਣੇ ਵਿਚਾਰ ਦੇ ਦਿੱਤੇ ਆ, ਇਹਦੇ ਉੱਤੇ ਹੁਣ ਸੰਗਤ ਪ੍ਰਤੀਕਿਰਿਆ ਕਰੂ ਕਿ ਕਿੰਨੇ ਕੁ ਠੀਕ ਲੱਗਦੇ ਆ ਕਿੰਨੇ ਕੁ ਨਹੀਂ। ਆਪਾਂ ਉਮੀਦ ਕਰਦੇ ਹਾਂ ਕਿ ਮਸਲਾ ਨਿਬੜੇ, ਸੰਗਤ ਨੂੰ ਦੋ ਚਿੱਤੀ ਦੇ ਵਿੱਚ ਹੋਰ ਜ਼ਿਆਦਾ ਨਾ ਪਾਇਆ ਜਾਵੇ, ਆਪਾਂ ਹੜ੍ਹਾਂ ਵਾਲੇ ਪਾਸੇ ਨੂੰ ਚੱਲੀਏ। ਤਾਂ ਪੰਜਾਬ ਦੇ ਵਿੱਚ ਥੋੜਾ ਜਿਹਾ ਪਾਣੀ ਦੁਆਬੇ 'ਚ ਵੀ ਆ ਗਿਆ, ਮਾਝੇ 'ਚ ਪਾਣੀ ਦੇਰੀ ਨਾਲ ਆਇਆ ਪਰ ਨੁਕਸਾਨ ਲਗਾਤਾਰ ਕਰ ਰਿਹਾ। ਕਰਤਾਰਪੁਰ ਸਾਹਿਬ ਲਾਂਘਾ ਦਰਸ਼ਨ ਦਿਦਾਰੇ ਹਾਲ ਦੀ ਘੜੀ ਆਰਜੀ ਤੌਰ ਦੇ ਉੱਤੇ ਬੰਦ ਨੇ। ਹੁਣ ਇੱਕ ਹੋਰ ਇੱਥੇ ਜਿਹੜੀ ਗੱਲ ਬੜੀ ਇੰਪੋਰਟੈਂਟ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ। ਆਪਾਂ ਪਿਛਲੇ ਕਈ ਦਿਨਾਂ ਤੋਂ ਚਰਚਾ ਕਰਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਠੀਕ ਹੈ ਹੜ੍ਹ ਆਇਆ ਸੀ, ਨਹੀਂ ਹੜ੍ਹ ਆਇਆ ਸੀ ਨਹੀਂ, ਹੜ੍ਹ ਆਇਆ ਹੋਇਆ ਹੈ। ਹੋ ਸਕਦਾ ਕਿ ਇੱਕ ਇਲਾਕੇ 'ਚੋਂ ਪਾਣੀ ਉਤਰ ਗਿਆ ਹੋਵੇ, ਹੋ ਸਕਦਾ ਕਿ ਜਿਹੜਾ ਬੰਨ੍ਹ ਟੁੱਟਿਆ 2-4 ਜਗ੍ਹਾ ਤੋਂ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਜਾਂ ਕਾਰਸੇਵਾ ਵਾਲਿਆਂ ਜਾਂ SGPC ਵਾਲਿਆਂ ਜਾਂ ਕਿਸੇ ਨੇ ਵੀ ਉਹ ਪਾੜ ਪੂਰ ਦਿੱਤਾ ਹੋਵੇ, ਪਾਣੀ ਬੰਦ ਹੋ ਗਿਆ ਹੋਵੇ। ਹੋ ਸਕਦਾ ਕਿਸੇ ਇਲਾਕੇ ਦੇ ਵਿੱਚੋਂ ਪਾਣੀ ਨਿਕਲ ਗਿਆ ਹੋਵੇ, ਪਰ ਕਈ ਇਲਾਕੇ ਨੇ ਜਿੱਥੇ ਪਾਣੀ ਆ ਗਿਆ, ਕਈ ਇਲਾਕੇ ਨੇ ਜਿੱਥੇ ਬੰਨ੍ਹ ਹੁਣ ਟੁੱਟੇ ਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈ ਰਿਹਾ, ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ 'ਚ ਮੀਂਹ ਪੈਣ ਦਾ ਮਤਲਬ ਹੈ ਕਿ ਉਹ ਪਾਣੀ ਸਾਡੇ ਡੈਮਾਂ 'ਚ ਆਉਣਾ। ਸਾਡੇ ਡੈਮਾਂ ਦੇ ਵਿੱਚ ਪਾਣੀ ਆਉਣ ਦਾ ਮਤਲਬ ਹੈ ਕਿ ਜੇ ਉਹ ਖਤਰੇ ਦੇ ਲੈਵਲ ਤੋਂ ਉੱਪਰ ਜਾਂਦੇ ਆ ਤਾਂ ਫਲੱਡ ਗੇਟ ਖੋਲ੍ਹਣੇ ਪੈਣਗੇ। ਜੇ ਫਲੱਡ ਗੇਟ ਖੋਲ੍ਹੇ ਜਾਂਦੇ ਆ ਤਾਂ ਪੰਜਾਬ ਦੇ ਦਰਿਆਵਾਂ ਦੇ ਵਿੱਚ, ਪੰਜਾਬ ਦੀਆਂ ਨਹਿਰਾਂ ਦੇ ਵਿੱਚ ਪਾਣੀ ਆਊਗਾ, ਤੇ ਸਾਡੇ ਦਰਿਆ ਤੇ ਨਹਿਰਾਂ ਦੇ ਕੰਢੇ, ਸਾਡੇ ਧੁੱਸੀ ਬੰਨ੍ਹ ਉਹ ਕਿੰਨਾ ਕੁ ਪਾਣੀ ਝੱਲਣ ਦੇ ਸਮਰੱਥ ਨੇ, ਉਹ ਕਿੰਨਾ ਕੁ ਪਾਣੀ ਅੱਗੇ ਪਾਸੇ ਨੂੰ ਤੋਰਨ ਦੇ ਸਮਰੱਥ ਨੇ, ਇਹ ਆਪਾਂ ਸਾਰੇ ਜਾਣਦੇ ਹਾਂ। ਫਿਰੋਜ਼ਪੁਰ ਵਾਲੇ ਪਾਸਿਓਂ ਮੈਂ ਹੈਰਾਨ ਆ ਸੰਧਾਲੀਆ ਸਾਹਿਬ ਕਿ ਇਸ ਮੌਕੇ ਦੇ ਉੱਤੇ ਵੀ ਕਿਸੇ ਦਾ ਦਿਮਾਗ ਆ ਕੁਝ ਕਰ ਸਕਦਾ। ਜਦੋਂ ਪੰਜਾਬ 'ਚ 3 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦੋਂ ਪੰਜਾਬ ਦੇ ਵਿੱਚ ਸੈਂਕੜੇ ਘਰ ਨੁਕਸਾਨੇ ਗਏ, ਲੱਖਾਂ ਏਕੜ ਫਸਲ ਨੁਕਸਾਨੀ ਗਈ, ਲੋਕ ਸੜਕਾਂ ਦੇ ਉੱਤੇ ਆ ਗਏ, ਉਸ ਮੌਕੇ ਦੇ ਉੱਤੇ ਆ ਫਿਰੋਜ਼ਪੁਰ ਵਾਲੇ ਪਾਸੇ ਕਿਸ ਨੇ ਅਫਵਾਹ ਫੈਲਾਤੀ ਜੋ ਵੀ ਬੰਨ ਟੁੱਟ ਗਿਆ, ਉਹ ਵੀ ਬੰਨ ਟੁੱਟ ਗਿਆ। ਤੁਸੀਂ ਇਹ ਦੇਖੋ ਕਿ ਲੋਕ ਵੈਰੀਫਾਈ ਕਰਨ ਨਹੀਂ ਜਾਂਦੇ ਹੁੰਦੇ। ਤੁਸੀਂ ਤੜਕੇ 2 ਵਜੇ ਸੁੱਤੇ ਪਏ ਹੋ ਆਪਣੇ ਘਰ 'ਚ ਨਿੱਕੇ ਨਿਆਣੇ ਨਾਲ ਲੈ ਕੇ, ਮਾਲ ਡੰਗਰ ਤੁਹਾਡਾ ਬਾਹਰ ਬੰਨਿਆ, ਤੇ ਤੁਹਾਡੇ ਪਿੰਡ ਦੇ ਵਿੱਚ ਅਨਾਉਂਸਮੈਂਟ ਹੋ ਜਾਂਦੀ ਆ, ਤੁਹਾਨੂੰ WhatsApp ਦੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਕੋਈ ਮੈਸੇਜ ਆਉਂਦਾ ਜੀ ਤੁਹਾਡੇ ਪਿੰਡ ਦੇ ਨੇੜੇ ਉਹ ਬੰਨ ਟੁੱਟ ਗਿਆ। ਤੁਸੀਂ ਟੁੱਟਿਆ ਬੰਨ ਦੇਖਣ ਵੈਰੀਫਾਈ ਕਰਨ ਨਹੀਂ ਜਾਓਗੇ, ਤੁਸੀਂ ਮਾਲ ਡੰਗਰ ਖੋਲੋਗੇ, ਤੁਸੀਂ ਨਿੱਕੇ ਨਿਆਣੇ ਨੂੰ ਕੰਧੇੜੇ ਚੱਕੋਗੇ, ਤੁਸੀਂ ਮਾੜਾ ਮੋਟਾ ਸਮਾਨ ਲੈ ਕੇ ਭੱਜੋਗੇ ਕਿ ਭਾਈ ਉੱਚੀ ਥਾਂ ਤੇ ਚਲੇ ਜਾਈਏ। ਹੁਣ ਅਫਵਾਹ ਫੈਲਾਤੀ ਕਿ ਬੰਨ ਟੁੱਟ ਗਿਆ, ਬੰਨ ਟੁੱਟਿਆ ਹੀ ਨਹੀਂ। ਖੁਦ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਸ ਮੌਕੇ ਦੇ ਉੱਤੇ ਆ ਕੇ ਕਹਿਣਾ ਪਿਆ ਕਿ ਭਾਈ ਅਫਵਾਹਾਂ ਤੇ ਯਕੀਨ ਨਾ ਕਰੋ ਕਿ ਬੰਨ ਨਹੀਂ ਟੁੱਟਿਆ। ਐਸੇ ਬੰਦੇ ਵੀ ਹੈਗੇ ਆ, ਐਸੇ ਮਹਾਸ਼ੈ ਵੀ ਹੈਗੇ ਆ, ਐਸੀਆਂ ਸ਼ਖਸੀਅਤਾਂ ਹੈਗੀਆਂ ਸੰਧਾਲੀਆ ਸਾਹਿਬ ਕਿ ਉਹ ਲੋਕਾਂ ਦੀਆਂ ਜਦੋਂ ਲਾਸ਼ਾਂ ਵਿਛੀਆਂ, ਜਦੋਂ ਲੋਕਾਂ ਦੇ ਕੋਲੇ ਖਾਣ ਨੂੰ ਫੱਕਾ ਨਹੀਂ, ਜਦੋਂ ਲੱਖ-ਲੱਖ ਪਾਣੀ ਦੇ ਵਿੱਚੋਂ ਦੀ ਲੰਘ ਕੇ ਲੋਕ ਸੇਵਾ ਕਰਦੇ, ਰੋਟੀ ਲੰਗਰ ਪ੍ਰਸ਼ਾਦੇ ਤੇ ਪੱਠਿਆਂ ਦੀਆਂ ਭਰੀਆਂ ਦੇ ਕੇ ਆ ਰਹੇ ਆ, ਤੁਸੀਂ ਯਾਰ ਅਫਵਾਹਾਂ ਫੈਲਾਈ ਜਾਂਦੇ ਹੋ, ਕਮਾਲ ਦੇ ਬੰਦੇ ਹੋ। ਚੱਕਰ ਇਹ ਆ ਨਾ ਬਾਠ ਸਾਹਿਬ, ਅੱਜ ਕੱਲ੍ਹ ਜਿਹੜਾ ਇਹ ਸੋਸ਼ਾ ਚੱਲ ਪਿਆ ਨਾ ਕਿ ਵੀ ਸੋਸ਼ਲ ਮੀਡੀਆ ਆ, ਇੱਕ ਫੋਨ ਆ, ਉਹਦੇ ਤੇ ਵੀਡੀਓ ਆ ਜਾਂ ਉਹਦੇ ਤੇ ਕੋਈ ਆਡੀਓ ਮੈਸੇਜ ਆ ਜਾਂ ਕੋਈ ਫੋਟੋ ਬਣਾਉਣੀ ਹੈ, ਉਦੋਂ ਬਾਅਦ ਉਹਨੂੰ ਮੈਂ ਪਾਉਣਾ ਤੇ ਫਿਰ ਬੱਲੇ ਬੱਲੇ ਹੋ ਜਾਣੇ, ਫਿਰ ਉੱਤੇ ਵਿਊ ਆਉਣੇ ਆ, ਫਿਰ ਉੱਤੇ ਲਾਈਕ ਆਉਣੇ ਆ, ਫਿਰ ਉੱਤੇ ਕਮੈਂਟ ਆਉਣੇ ਆ, ਫਿਰ ਵੇਖੀ ਆਪਣਾ ਕੰਮ ਕਿੱਦਾਂ ਚੱਲਦਾ। ਇਹ ਪਤਾ ਨਹੀਂ ਇਹ ਆਦਤ ਪੰਜਾਬੀਆਂ ਨੂੰ ਕਿੱਥੇ ਜਾ ਕੇ ਡੋਬੂਗੀ, ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਇਹ ਜਿਹੜੀ ਚੀਜ਼ ਨੂੰ ਆਪਾਂ ਨੰਗੀ ਤਾਰ ਨੂੰ ਹੱਥ ਲਾਈ ਬੈਠੇ ਆ ਨਾ, ਇਹ ਜਿਹੜਾ ਸੋਸ਼ਲ ਮੀਡੀਆ ਤੇ ਖਾਸ ਕਰਕੇ ਉਹਦਾ ਇੱਕ ਵੱਖਰੀ ਤਰ੍ਹਾਂ ਦਾ ਚਸਕਾ ਪੰਜਾਬੀਆਂ ਨੂੰ ਪੈ ਗਿਆ। ਇਹਨੇ ਡੋਬਣਾ ਜ਼ਰੂਰ ਹੈ, ਅੱਜ ਡੋਬੇ ਕੱਲ੍ਹ ਨੂੰ ਡੋਬੇ, ਪਰ ਪਤਾ ਨਹੀਂ ਮੈਨੂੰ ਸ਼ੱਕ ਹੈਗਾ।
ਦੂਜੀ ਗੱਲ ਤੁਸੀਂ ਦੇਖੋ ਵੀ ਜਿਹੜੇ ਲੋਕਾਂ ਨੂੰ ਇਹ ਲੱਗਦਾ ਨਾ ਵੀ ਹੜ੍ਹ ਆਉਣਾ ਕੋਈ ਬਹੁਤ ਵਧੀਆ ਗੱਲ, ਮੈਂ ਨਾ ਵੀ ਉਸ ਪਰਿਵਾਰ ਨੂੰ ਜਾ ਕੇ ਪੁੱਛਣ, ਪਿਛਲੇ ਦਿਨ ਹੀ ਮੇਰਾ ਖਿਆਲ ਹੋ ਸਕਦਾ ਹੁਣ ਤੇ ਖਬਰ ਵੀ ਨਾ ਕਿਸੇ ਨੂੰ ਚੇਤਾ ਹੋਵੇ ਵੀ PRTC ਦੀ ਇੱਕ ਬੱਸ ਚੰਡੀਗੜ੍ਹੋਂ ਮਨਾਲੀ ਨੂੰ ਜਾਂਦੀ ਹੈ ਸਵਾਰੀਆਂ ਲੈ ਕੇ, ਤੇ ਉਦੋਂ ਬਾਅਦ ਉਹ ਬੱਸ ਜਿਹੜੀ ਹੈ ਜੀ ਉਹਦਾ ਲਾਪਤਾ ਹੋ ਜਾਂਦੀ ਹੈ, ਪਤਾ ਨਹੀਂ ਲੱਗਦਾ। ਪਰਿਵਾਰ ਡੀਕਦਾ ਵੀ ਸਾਡੇ ਬੰਦੇ ਸੀ ਜੀ ਵਿੱਚ, ਉਹ ਡਰਾਈਵਰ ਕੰਡਕਟਰ ਦਾ ਵੀ ਕੁਝ ਨਹੀਂ ਪਤਾ ਲੱਗ ਰਿਹਾ, ਸੰਪਰਕ ਟੁੱਟ ਗਿਆ। ਫਿਰ ਅਖੀਰ ਪਤਾ ਲੱਗਦਾ ਜੀ ਵੀ ਉਹ ਜਿਹੜੀ ਬੱਸ ਆ ਉਹ ਹਾਦਸਾਗ੍ਰਸਤ ਹੋ ਗਈ, ਉਹ ਡਿੱਗ ਪਈ ਸੀ, ਬੱਸ ਲੱਭਦੀ ਨਹੀਂ। ਹੁਣ ਜਾ ਕੇ ਉੱਥੇ ਯੂਨੀਅਨ ਵਾਲੇ ਬੰਦੇ ਗਏ, ਜਿੱਥੋਂ ਜਾ ਕੇ ਕਿਤੇ ਡਿੱਗੀ ਸੀ ਉੱਥੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਦਰਿਆ 'ਚ ਅਜੇ ਵੀ ਰੇਤ ਦੇ ਵਿੱਚ ਗੱਡੀ ਬੱਸ ਜਿਹੜੀ ਉਹ ਉਹਨਾਂ ਨੇ ਲੱਭ ਲਈ, ਪਰ ਉੱਥੋਂ ਜੇ ਕੱਢੀ ਨਹੀਂ ਜਾ ਸਕਦੀ ਕਿਉਂਕਿ ਰੇਤ ਨਾਲ ਉਹ ਭਰੀ ਹੈ, ਵਿੱਚ ਲੋਕਾਂ ਦਾ ਸਮਾਨ, ਹੋਰ ਪੱਥਰ ਜਿਹੜਿਆਂ ਲੱਕੜਾਂ, ਦੂਜਾ ਤੀਜਾ ਜੋ ਕੁਛ ਵੀ ਸੀਗਾ ਉਹਦੇ ਵਿੱਚ ਅੜਿਆ। ਤੇ ਮਾੜੀ ਗੱਲ ਇਹ ਕਿ ਪੁਲਿਸ ਜਾਂ ਉਹਨਾਂ ਬੰਦਿਆਂ ਦਾ ਦਾਅਵਾ ਇਹ ਵੀ ਉਹ ਕਹਿੰਦੇ ਵੀ ਹੋ ਸਕਦਾ ਕਿ ਜਿਹੜੇ ਬੰਦੇ ਬੱਸ 'ਚ ਸਵਾਰ ਹੋਣ ਉਹਨਾਂ ਦੀਆਂ ਲਾਸ਼ਾਂ 20 ਸਟਿਲ ਅਜੇ ਬੱਸ 'ਚ ਹੋਣ। ਤੁਸੀਂ ਦੇਖੋ ਵੀ 9-10 ਤਰੀਕ ਦੀ ਗੱਲ ਹੈ ਉਹ, ਤੇ ਅੱਜ ਕਿੰਨੀ ਤਰੀਕ ਹੋ ਗਈ ਹੈ। ਇੰਨੇ ਦਿਨਾਂ ਤੋਂ ਉਹ ਬੱਸ ਉਸੇ ਤਰ੍ਹਾਂ ਦਰਿਆ 'ਚ ਪਈ ਹੈ ਤੇ ਉਹਦੇ 'ਚ ਜਿਉਂਦੇ ਬੰਦੇ ਸੀ ਜਿਹੜੇ ਕਿ ਲਾਸ਼ਾਂ ਬਣ ਗਏ, ਜਿਨ੍ਹਾਂ ਦੀਆਂ ਲਾਸ਼ਾਂ ਤੱਕ ਵੀ ਆਪਣੇ ਪਰਿਵਾਰਾਂ ਕੋਲ ਨਹੀਂ ਪਹੁੰਚੀਆਂ। ਪਤਾ ਨਹੀਂ ਅਸੀਂ ਇੰਨੇ ਮਤਲਬ ਹੋ ਗਏ ਆ ਇਮੋਸ਼ਨਲੈਸ ਕਿ ਆਪਾਂ ਨੂੰ ਦੂਜੀਆਂ ਚੀਜ਼ਾਂ ਦੇ ਵਿੱਚ ਨਜ਼ਾਰਾ ਬਹੁਤ ਆਉਂਦਾ, ਤੇ ਅਸਲ ਦੇ ਵਿੱਚ ਜਿੱਥੇ ਜੋ ਘਟਨਾ ਘਟੀ ਹੁੰਦੀ ਆ ਉਹਦੇ ਬਾਰੇ ਆਪਾਂ ਸੋਚ ਕੇ ਕੋਈ ਆਪਣੇ ਆਪ ਨੂੰ ਹਲੂਣਾ ਨਹੀਂ ਦਿੰਦੇ ਵੀ ਯਾਰ ਦੁਨੀਆ 'ਚ ਹੋ ਕੀ ਰਿਹਾ। ਨਹੀਂ, ਥੋੜਾ ਜਿਹਾ ਔਖਾ ਹੋ ਗਿਆ ਸੰਧਾਲੀਆ ਸਾਹਿਬ, ਸਾਨੂੰ ਆਪਣੀ ਬੇਸਿਕ ਜਿਹੜੀ ਕੁਆਲੀਫਿਕੇਸ਼ਨ ਆ ਨਾ, ਮੁੱਢਲੀ ਜਿਹੜੀ ਸਾਡੀ ਯੋਗਤਾ ਇੱਕ ਮਨੁੱਖ ਹੋਣ ਦੀ, ਇੱਕ ਬੰਦੇ, ਇੱਕ ਇਨਸਾਨ ਹੋਣ ਦੀ, ਉਹ ਨਹੀਂ ਛੱਡਣੀ ਚਾਹੀਦੀ। ਬਾਕੀ ਤਾਂ ਸਾਰੀਆਂ ਚੀਜ਼ਾਂ ਹਾਊ ਪਰੇ ਆਪਾਂ ਕਰ ਦਿਆਂਗੇ, ਪਰ ਜਦੋਂ ਉਹ ਛੱਡ ਜਾਂਦੇ ਆ ਨਾ ਫਿਰ ਪੈਰ ਛੱਡ ਜਾਂਦੇ, ਫਿਰ ਜੜ੍ਹਾਂ ਪੁੱਟ ਹੋ ਜਾਂਦੀਆਂ। ਜਦੋਂ ਜੜ੍ਹਾਂ ਪੁੱਟ ਹੋ ਜਾਂਦੀਆਂ ਫਿਰ ਦਰਖਤ ਸੁੱਕ ਜਾਂਦਾ, ਫਲ ਫਰੂਟ ਨਹੀਂ ਲੱਗਦਾ, ਪੱਤੇ ਮੁਰਝਾ ਜਾਂਦੇ ਆ। ਇਨਸਾਨੀਅਤ ਨਾ ਮੁਰਝਾਉਣ ਦਿਓ। ਭੋਗਪੁਰ ਜਲੰਧਰ ਜ਼ਿਲ੍ਹੇ ਦਾ ਕਸਬਾ, ਉੱਥੋਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੰਧਾਲੀਆ ਸਾਹਿਬ ਕਿ ਇੱਕ ਹੋਮਗਾਰਡ ਦਾ ਜਵਾਨ ਕਰਮਚਾਰੀ ਉਹ GT ਰੋਡ ਦੇ ਇੱਕ ਪਾਸੇ ਰੇਲਿੰਗ ਦੇ ਨਾਲ ਰੱਸਾ ਬੰਨ੍ਹ ਕੇ ਦੂਜੇ ਪਾਸੇ ਬੰਨ੍ਹ ਕੇ ਤਾਂ ਰਸਤਾ ਜਾਮ ਕਰ ਦਿੰਦਾ ਇਕੱਲਾ ਹੀ। ਤੇ ਜਦੋਂ ਉਹਨੂੰ ਪੁੱਛਿਆ ਜਾਂਦਾ, ਬੱਸਾਂ ਚੱਲ ਰਹੀਆਂ ਸੀ, ਧੁੱਪੇ ਪਿਆ, ਉਹ ਲੰਮਾ ਪੈ ਗਿਆ ਮੂਹਰੇ ਬੱਸ ਦੇ, ਬੱਸਾਂ ਵਾਲੇ ਬੱਸਾਂ ਲੰਘਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਸਾਈਡ ਤੋਂ ਲੰਘ ਜਾਈਏ। ਉਹ ਕਹਿੰਦਾ ਜੀ ਗੱਲ ਕੀ ਕਰੀਏ, ਅਸੀਂ ਚੋਰਾਂ ਨੂੰ ਫੜ ਕੇ ਲਿਆਉਂਦੇ ਆ, ਗੁੰਡਿਆਂ ਨੂੰ ਫੜ ਕੇ ਲਿਆਉਂਦੇ ਆ, ਉਹਨਾਂ ਤੇ ਪਰਚੇ ਨਹੀਂ ਹੁੰਦੇ, ਉਹਨਾਂ ਨੂੰ ਛੱਡ ਦਿੱਤਾ ਜਾਂਦਾ, ਸਾਨੂੰ ਹੱਥੀਂ ਪੈਂਦੇ ਆ, ਵਰਦੀਆਂ ਪਾੜਦੇ ਆ ਸਾਡੀਆਂ, ਇਹ ਪੈਸੇ ਲੈ ਕੇ ਛੱਡ ਦਿੰਦੇ ਆ। ਬੜੀ ਚਰਚਾ ਹੋਈ ਸਾਰੀ ਦੁਨੀਆ ਦੇ ਵਿੱਚ, ਵਰਦੀ ਪਾਈ ਆ ਬੰਦੇ ਨੇ, ਸੜਕ ਦੇ ਉੱਤੇ ਲੰਮਾ ਪਿਆ। ਉਹਦੇ ਤੋਂ ਵੀ ਵੱਡੀ ਗੱਲ ਹੋਈ ਕਿ ਇੱਕ ਹੋਰ ਅਧਿਕਾਰੀ ਕਰਮਚਾਰੀ ਉਹਦੇ ਤੋਂ ਥੋੜਾ ਉੱਪਰਲੇ ਰੈਂਕ ਦਾ, ਉਹ ਠੁੱਡੇ ਮਾਰਦਾ ਉਹਨੂੰ ਆਣ ਕੇ। ਕਮਾਲ ਹੈ। ਜਾਣੀ ਤੁਸੀਂ ਸੜਕ ਤੇ ਪਏ ਵਰਦੀ ਦੇ ਵਿੱਚ ਜਿਹੜਾ ਬੰਦਾ ਇੱਕੋ ਕਹਿੰਦਾ ਕਿ ਭਾਈ ਆਹ ਕੁਛ ਹੋ ਰਿਹਾ ਮੇਰੇ ਨਾਲ, ਤੇ ਤੁਸੀਂ ਉਹਦੇ ਠੁੱਡੇ ਮਾਰਦੇ ਹੋ। ਚਲੋ ਬਾਅਦ ਵਿੱਚ ਉਹ ਸਾਰੇ ਪਾਸੇ ਰੌਲਾ ਰੱਪਾ ਪਿਆ। ਜਦੋਂ ਉਸ ਕਰਮਚਾਰੀ ਨੂੰ ਪੱਤਰਕਾਰਾਂ ਨੇ ਪੁੱਛਿਆ, ਉਹ ਕਹਿੰਦਾ ਜੀ ਗੱਲ ਏਦਾਂ, ਅਸੀਂ 2 ਜਣੇ ਗਸ਼ਤ ਤੇ ਸੀ, ਸਾਨੂੰ ਜਾਣਕਾਰੀ ਮਿਲੀ ਕਿ ਜਿਹੜਾ ਕੁੜੀਆਂ ਦਾ ਸਕੂਲ ਹੈ GT ਰੋਡ ਦੇ ਉੱਤੇ, ਉਹਦੇ ਮੂਹਰੇ ਮੁੰਡੇ ਬਹੁਤ ਸਾਰੇ ਇਕੱਠੇ ਹੋ ਰਹੇ, ਲੜਨਗੇ। ਅਸੀਂ ਕਹਿੰਦੇ ਜੀ ਜਾ ਕੇ ਉਹ ਮੁੰਡੇ ਭਜਾਏ ਆ ਉੱਥੋਂ, ਲੜਾਈ ਹੁਣ ਉਹ ਬਚਾਈ ਆ। 2-3 ਘੰਟੇ ਅਸੀਂ ਲੜਾਈ ਹੁੰਦੀ ਬਚਾਉਂਦੇ ਰਹੇ। ਡਿਊਟੀਆਂ ਕਹਿੰਦੇ ਜੀ SHO ਸਾਹਿਬ ਦੀ ਵੀ ਬਾਕੀ ਸਾਰਿਆਂ ਦੀਆਂ ਹੜ੍ਹ ਵਾਲੇ ਪਾਸੇ ਲੱਗੀਆਂ, ਨਫਰੀ ਸਾਡੇ ਕੋਲੇ ਘੱਟ ਸੀ। ਫਿਰ ਉਹ ਕਹਿੰਦੇ ਜੀ ਸਾਨੂੰ ਫਿਰ ਪਤਾ ਲੱਗਾ ਕਿ ਦੂਜੇ ਪਾਸੇ ਵੀ ਉਹ ਫੇਰ ਇਕੱਠੇ ਹੋ ਕੇ ਲੜਨ ਲੱਗੇ। ਅਸੀਂ ਕਹਿੰਦੇ ਜੀ ਉੱਥੇ ਗਏ। ਉਹ ਕਹਿੰਦੇ ਜੀ ਮਸਾਂ ਲੜਾਈ ਹੁਣ ਬਚਾਈ ਆ, ਪਰ 3 ਮੁੰਡਿਆਂ ਦੇ ਨਾਂ ਲਏ ਉਹਨੇ। ਉਹ ਕਹਿੰਦਾ ਜੀ ਉਹ ਹੱਥੋਂ ਪਾਈ ਹੋਏ ਨੇ, ਮੇਰੀ ਵਰਦੀ ਪਾੜੀ ਹੈ, ਮੈਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੀ ਵਰਦੀ ਪਾੜ ਗਏ। ਚਲੋ, ਪਰ ਉਹ ਕਹਿੰਦੇ ਜੀ ਕਾਰਵਾਈ ਕੋਈ ਨਹੀਂ ਹੋਈ। ਸਾਡੇ ਥਾਣੇ ਵਾਲਿਆਂ ਨੇ ਮੇਰੇ ਕਹਿ ਦੇ ਉੱਤੇ ਪਰਚਾ ਹੀ ਨਹੀਂ ਕੱਟਿਆ ਕਿ ਭਾਈ ਮੇਰੀ ਵਰਦੀ ਨੂੰ ਉਹਨਾਂ ਨੇ ਹੱਥ ਪਾਇਆ। ਉਹ ਕਹਿੰਦੇ ਫਿਰ ਜਿਹੜੇ ਬੰਦੇ ਸਾਡੀ ਵਰਦੀ ਨੂੰ ਹੱਥ ਪਾਉਂਦੇ ਆ, ਸਾਡੇ ਨਾਲ ਝਗੜਦੇ ਆ, ਫਿਰ ਅਸੀਂ ਕੱਲ੍ਹ ਨੂੰ ਬਾਜ਼ਾਰ ਦੇ ਵਿੱਚ ਕਿਸੇ ਨੂੰ ਰੋਕ ਕਿੱਦਾਂ ਸਕਾਂਗੇ ਜੇ ਸਾਡੀ ਮਦਦ ਨਹੀਂ ਕੀਤੀ ਜਾਊ। ਤੇ ਜਦੋਂ ਥਾਣੇ ਦੇ ਅਧਿਕਾਰੀ ਹੋਰਾਂ ਨਾਲ ਗੱਲਬਾਤ ਕੀਤੀ ਪੱਤਰਕਾਰਾਂ ਨੇ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਪਤਾ ਨਹੀਂ ਕੀ ਗੱਲ ਹੋਈ ਹੈ ਕਿ ਇਹਨਾਂ ਨੇ ਸਾਨੂੰ ਆਣ ਕੇ ਦੱਸਿਆ ਹੀ ਨਹੀਂ। ਉਹ ਕਹਿੰਦੇ ਜੀ ਮੁੰਡੇ ਅਸੀਂ ਫੜੇ ਆ, ਪਰ ਉਹ ਜਿਹੜਾ ਉਹਨਾਂ ਦੇ ਆਪਸੀ ਝਗੜੇ ਦਾ ਕੇਸ ਸੀ ਉਹਦੇ ਵਿੱਚ 57 ਕਰਤੀ ਹੈ, ਪਰ ਇਸ ਕਹਿੰਦੇ ਜੀ ਸਾਡੇ ਕਰਮਚਾਰੀ ਨੇ ਸਾਨੂੰ ਆਣ ਕੇ ਦੱਸਿਆ ਹੀ ਨਹੀਂ। 3 ਦਿਨ ਦੱਸਿਆ ਨਹੀਂ, ਸਾਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਇਹਨੇ ਰੱਸਾ ਬੰਨ੍ਹਿਆ। ਕਹਿੰਦੇ ਅਸੀਂ ਪਰਚਾ ਕਰ ਦਿੱਤਾ। ਹੁਣ ਸੰਧਾਲੀਆ ਸਾਹਿਬ ਸਾਰੀਆਂ ਗੱਲਾਂ ਠੀਕ ਹੋ ਸਕਦਾ ਕਿ ਕੋਈ ਪ੍ਰੈਸ਼ਰ ਹੋਵੇ, ਕਿਸੇ ਤਰੀਕੇ ਦੀ ਗੱਲ ਹੋਵੇ, ਅਗਲਾ ਬੰਦਾ, ਕਿਉਂਕਿ ਆਪਾਂ ਨੂੰ ਪਤਾ ਪੁਲਿਸ ਦੀ ਨਫਰੀ ਥੋੜੀ ਹੈ। ਜੇ ਸੱਚੀ ਮੁੱਚੀ ਉਸ ਪੁਲਿਸ ਵਾਲੇ ਦੱਸਣ ਮੁਤਾਬਕ ਕਿਰਪਾਨਾਂ ਲੈ ਕੇ ਬੰਦੇ ਘੁੰਮਦੇ ਆ, ਜੇ ਸੱਚੀ ਮੁੱਚੀ ਉਸ ਬੰਦੇ ਦੱਸਣ ਮੁਤਾਬਕ ਕੋਈ ਰੇੜੀਆਂ ਤੋਂ, ਕੋਈ ਦੁਕਾਨਾਂ ਤੋਂ ਜਾਂ ਕਿਸੇ ਤਰੀਕੇ ਕੋ ਹਫਤਾ ਵਸੂਲੀ ਕਰਦਾ ਹੈ, ਜੇ ਕੋਈ ਝਗੜਾ ਹੁੰਦਾ ਹੈ, ਜੇ ਸੱਚੀ ਮੁੱਚੀ ਪੁਲਿਸ ਵਾਲੇ ਦੀ ਵਰਦੀ ਨੂੰ ਕੋ ਪੈਂਦਾ ਹੈ ਤਾਂ ਠੋਕ ਕੇ ਕਾਰਵਾਈ ਚਾਹੀਦੀ ਹੈ। ਪਰ ਆਹ ਜਿਹੜਾ ਠੁੱਡੇ ਮਾਰਨ ਵਾਲਾ ਕੰਮ ਹੈ ਨਾ ਸੜਕ ਦੇ ਉੱਤੇ ਪਏ ਦਾ, ਉਹ ਨਹੀਂ ਠੀਕ। ਠੀਕ ਹੈ, ਪੰਜਾਬ ਪੁਲਿਸ ਡਿਸਿਪਲਿਨਡ ਫੋਰਸ ਹੈ, ਉਹਦੇ ਵਿੱਚ ਅੰਦਰ ਗੱਲਾਂ ਹੋਣੀਆਂ ਚਾਹੀਦੀਆਂ, ਬਾਹਰ ਨਹੀਂ ਆਉਂਦੀਆਂ ਹੁੰਦੀਆਂ ਆਮ ਤੌਰ ਤੇ ਗੱਲਾਂ। ਪਰ ਠੁੱਡੇ ਮਾਰਨ ਦਾ ਤਾਂ ਕੋਈ ਕੰਮ ਨਹੀਂ। ਜੇ ਤੁਸੀਂ ਆਪਣੇ ਕਰਮਚਾਰੀ ਨੂੰ ਠੁੱਡੇ ਮਾਰ ਸਕਦੇ ਹੋ ਤਾਂ ਫਿਰ ਤਾਂ ਕਹਾਣੀ ਬਈ ਅੱਗੇ ਪਿੱਛੇ ਹੈ। ਜਾਂਚ ਪੜਤਾਲ ਹੋਵੇ ਚੰਗੇ ਤਰੀਕੇ,
ਵਧੀਆ ਤਰੀਕੇ ਦੇ ਨਾਲ। ਸਭ ਤੋਂ ਵੱਡੀ ਗੱਲ ਹੈ ਕਿ ਜੇ ਉਹ ਬੰਦਾ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਸੀ, ਜੇ ਉਹਨੇ ਸੱਚੀ ਮੁੱਚੀ ਸਾਰਾ ਦਿਨ ਡਿਸਪਲਿਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੇ ਉਹ ਬੰਦੇ ਉਹਦੇ ਗਲ ਪਏ ਉਹਦੀ ਕਾਰਵਾਈ ਹੋਵੇ। ਦੇਰੀ ਕਿਉਂ ਹੋਈ, ਪਤਾ ਕਰ ਲੈਣਾ ਚਾਹੀਦਾ। ਉਸ ਬੰਦੇ ਦਾ ਹੌਸਲਾ ਸਗੋਂ ਵਧਾਉਣਾ ਚਾਹੀਦਾ ਜੇ ਉਹਨੇ ਬਹੁਤ ਵੱਡਾ ਕੋਈ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਪੁਲਿਸ ਕਰਮਚਾਰੀ ਨੇ ਨਹੀਂ ਲਿਆ ਤਾਂ। ਇੱਕ ਆਪਾਂ ਬੇਨਤੀ ਇੱਥੇ ਕਰਦੇ ਹੋ ਸਕਦਾ ਕਿ ਵੀ ਇਹ ਸਾਰੀ ਵੀਡੀਓ ਨੂੰ, ਕਿਉਂਕਿ ਵੀਡੀਓ ਬੜੀ ਦੂਰ ਤੱਕ ਗਈ, ਬੜੇ ਲੋਕਾਂ ਤੱਕ ਵਾਇਰਲ ਹੋਈ, ਆਪੋ ਆਪਣੇ ਹਰੇਕ ਬੰਦੇ ਦੇ ਪੁਆਇੰਟ ਆਫ ਵਿਊ ਸੀਗਾ ਵੀ ਕਿਸੇ ਨੂੰ ਲੱਗਦਾ ਸੀ ਵੀ ਇਹਨੂੰ ਪੈਸੇ ਨਹੀਂ ਚਾਰ ਦਿੱਤੇ ਹੋਣੇ, ਕਿਸੇ ਨੂੰ ਲੱਗਦਾ ਨਾ ਉੱਤੇ ਹਿੱਸਾ ਵੰਡ ਲਿਆ ਹੋਣਾ। ਕੋਈ ਉਹਦੇ ਵਿੱਚ ਇਹ ਵੀ ਮੈਂ ਜ਼ਿਕਰ ਸੁਣਿਆ ਜੀ, ਉਹ ਕਹਿੰਦੇ ਵੀ ਯਾਰ ਕਿਸੇ ਵੇਲੇ ਬੰਦਾ ਉਹ ਪਰੇਸ਼ਾਨ ਹੁੰਦਾ ਕਿਸੇ ਗੱਲੋਂ ਤੇ ਉਹ ਇਸ ਗੱਲ ਦਾ ਰੇੜਕਾ ਪਾ ਕੇ ਬਹਿ ਜਾਂਦਾ। ਹੋ ਸਕਦਾ ਆਪੋ ਆਪਣਾ ਵਿਚਾਰ ਹੋ ਸਕਦਾ, ਪਰ ਮੈਂ ਇਹਦੇ 'ਚ ਇੱਕ ਐਂਗਲ ਦੱਸਾਂ। ਉਹਨੇ ਵਾਰ-ਵਾਰ ਕਿਹਾ ਵੀ ਉਹ ਮੁੰਡੇ ਕਾਲੇ ਦੇ ਅੱਗੇ ਲੜਦੇ ਸੀ ਜਾਂ ਲੜਨ ਦੀ ਤਿਆਰੀ ਕਰਦੇ ਸੀ, ਇੱਕ ਥਾਂ ਤੋਂ ਢਾਏ ਫਿਰ ਦੂਜੇ ਥਾਂ ਜਾ ਕੇ ਫਿਰ ਉਹੀ ਕੰਮ ਕਰਦੇ ਸੀ, ਜਦੋਂ ਉਦੋਂ ਢਾਏ ਤੇ ਫਿਰ ਗਲ ਪਏ। ਇਹ ਗੱਲ ਤੇ ਆਪਾਂ ਮੰਨਦੇ ਆ ਨਾ ਵੀ ਜਿਹੜੀ ਚੜ੍ਹਦੀ ਜਵਾਨੀ ਉਹਨੂੰ ਲੱਗਦਾ ਵੀ ਮੈਂ ਹੀ ਮੈਂ ਵੇਖਿਆ, ਹੋਰ ਨਹੀਂ ਮੈਂ ਕਿਸੇ ਨੂੰ ਦੇਖਣਾ। ਤੇ ਪੰਜਾਬ ਦੇ ਵਿੱਚ ਕਿੰਨੀਆਂ ਖਬਰਾਂ ਆਉਂਦੀਆਂ ਨੇ ਜਦੋਂ ਆਪਾਂ ਇਹ ਦੇਖਦੇ ਹਾਂ ਵੀ ਕੋਈ ਚੜ੍ਹਦੀ ਜਵਾਨੀ ਕਿਸੇ ਦਾ ਪੁੱਤ ਮਿੱਟੀ ਦੀ ਢੇਰੀ ਬਣ ਜਾਂਦਾ, ਸਿਰਫ ਇਸੇ ਕਰਕੇ ਕੋਈ ਲੜਾਈ ਹੋਈ ਹੁੰਦੀ ਹੈ। ਜੇ ਅਗਲੇ ਨੇ ਉੱਥੇ ਲੜਾਈ ਹਟਾਈ ਆ, ਇਹਦਾ ਮਤਲਬ ਉਹਨੇ ਕਿਸੇ ਦੇ ਧੀ ਪੁੱਤ ਦੀ ਜਾਨ ਬਚਾਈ ਆ। ਸਗੋਂ ਉਸ ਐਂਗਲ ਤੋਂ ਵੇਖਣਾ ਚਾਹੀਦਾ ਵੀ ਜੇ ਨਾ ਹੁੰਦਾ ਉੱਥੇ ਉਹ ਲੜਾਈ ਹੋ ਜਾਂਦੀ, 2 ਜਣੇ ਮਰ ਜਾਂਦੇ ਤੇ ਫਿਰ ਕਿਹਦੀ ਮਾਂ ਨੂੰ ਮਾਸੀ ਆਖਣਾ ਸੀ। ਇਸ ਐਂਗਲ ਤੋਂ ਵੀ ਵਿਚਾਰਨ ਦੀ ਆਪਾਂ ਆਦਤ ਪਾਈਏ। ਬਾਕੀ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ, WhatsApp ਚੱਲੀਏ ਜੀ ਹੁਣ ਤਰ੍ਹਾਂ ਦੇ। ਬਿਲਕੁਲ ਸੰਧਾਲੀਆ ਸਾਹਿਬ, ਮੈਂ 30 ਸਕਿੰਟ ਇਸ ਕਰਕੇ ਲਊਂਗਾ ਕਿ ਮਸਲਾ ਇਹ ਨਹੀਂ ਕਿ ਉਹ ਪੁਲਿਸ ਕਰਮਚਾਰੀ ਗਲਤ ਸੀ ਜਾਂ ਦੂਜਾ ਗਲਤ ਸੀ। ਰੌਲਾ ਇਹ ਹੈ ਕਿ ਜੇ ਉਹਦੀ ਇਹ ਗੱਲ ਸੱਚ ਹੈ ਕਿ ਭਾਈ ਗੁੰਡਾ ਅਨਸਰ ਲੜਾਈ ਝਗੜਾ ਕਰ ਸਕਦੇ ਆ, ਕਿਰਪਾਨਾਂ ਲੈ ਕੇ ਫਿਰ ਸਕਦੇ, ਇੱਕ ਦੂਜੇ ਟਾਈਮ ਬੰਨ ਸਕਦੇ ਆ, ਤੇ ਉਹ ਸਥਿਤੀ ਸਾਂਭਣੀ ਚਾਹੀਦੀ ਹੈ। ਆਮ ਲੋਕਾਂ ਦੇ ਲਈ ਅਸਲੀ ਦੁੱਖ ਦਰਦ ਉਹ ਆ। ਤੇ ਜੇ ਉਧਰਲੇ ਪਾਸੇ ਕੰਮ ਨਹੀਂ ਹੁੰਦਾ, ਮਸਲੇ ਨੂੰ ਢੱਕਿਆ ਲਪੇਟਿਆ ਜਾਊਗਾ, ਫਿਰ ਲੋਕਾਂ ਦੀਆਂ ਮੁਸੀਬਤਾਂ ਵਧਣਗੀਆਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਉਹ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਦਿਓ ਇਜਾਜ਼ਤ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।